ਡਾਕਟਰ ਥੈਂਦੀ ਨੇ ਬੜੀ ਮੈਂ ਕਹੂੰਗਾ ਵਿਸਥਾਰ ਦੇ ਵਿੱਚ ਉਹਨਾਂ ਨੇ ਆਪਣੇ ਸਿਰਜਣਾਤਮਕ ਸਫ਼ਰ ਦੇ ਬੀਜ ਦੀ ਗੱਲ ਕੀਤੀ। ਕਿਵੇਂ ਉਹ ਇੱਕ ਸਿਰਜਣਾ ਦਾ ਬੀਜ ਉਹਨਾਂ ਦੇ ਅੰਦਰ ਜੋ ਪਿਆ ਸੀ ਤੇ ਉਹ ਫਿਰ ਕਿਵੇਂ ਸਾਡੇ ਸਾਹਮਣੇ ਹੁਣ ਇੱਕ ਮੈਂ ਕਹੂੰਗਾ ਵੱਡੇ ਦਰਖਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਆਉਣ ਵਾਲੇ ਸਮਿਆਂ ਦੇ ਵਿੱਚ। ਇੱਕ ਤਾਂ ਮੈਂ ਸਵਾਗਤ ਕਰਨਾ ਚਾਹੂੰਗਾ, ਸਾਡੇ ਨਾਲ ਗੁਰਮੀਤ ਪਨਾਗ ਜੀ ਜੁੜੇ ਸੀਗੇ। ਮੇਰੇ ਖਿਆਲ 'ਚੋਂ ਲਿਫਟ ਹੋ ਗਏ ਆ ਥੋੜ੍ਹਾ ਜਿਹਾ, ਉਹ ਵੀ ਸੁਬਾਹ ਕਿਉਂਕਿ ਕੈਨੇਡਾ ਦਾ ਸਮਾਂ ਮਾਰਨਿੰਗ ਦਾ। ਜਿਵੇਂ ਜਗਸੀਰ ਕਾਲੋਂ ਜੀ ਸਾਡੇ ਨਾਲ ਜੁੜੇ ਹੋਏ ਆ, ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਇੱਕ ਸਾਡੇ ਨਾਲ ਬਿੰਦਰ ਕੋਲਿਆਂ ਵਾਲੀ ਜਿਹੜੇ ਬਹੁਤ ਕਮਾਲ ਦੇ ਲੇਖਕ ਨੇ, ਉਹ ਸਾਡੇ ਨਾਲ ਜੁੜਿਆ ਸੀ, ਉਹਨਾਂ ਦਾ ਵੀ ਬੜਾ ਸਵਾਗਤ ਕਰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਸਾਡੇ ਸਮਕਾਲੀ ਕਹਾਣੀਕਾਰਾਂ ਦੇ ਵਿੱਚੋਂ ਕੇ ਤ੍ਰਿਪਤਾ ਜੀ ਸਾਡੇ ਨਾਲ ਜੁੜੇ ਆ, ਉਹਨਾਂ ਦਾ ਵੀ ਸਵਾਗਤ ਆ। ਤਾਂ ਥਿੰਦ ਸਾਹਿਬ, ਅਸੀਂ ਅਗਲੀ ਗੱਲਬਾਤ ਲਈ ਤੁਹਾਡੇ ਵੱਲ ਆਉਣੇ ਆ। ਜਿਵੇਂ ਤੁਸੀਂ ਗੱਲਬਾਤ ਦੱਸੀ ਹੈ, ਸਾਇੰਸ ਤੋਂ ਤੁਸੀਂ ਪੰਜਾਬੀ ਦੇ ਵਿੱਚ ਆਉਣੇ ਆ। ਇਹ ਗੱਲ ਤੁਸੀਂ ਆਪਣੀ ਫੁੱਲਾਂ ਦੀ ਫਸਲ ਜਿਹੜੀ ਗੁਰਮੀਤ ਜੀ ਆ ਗਏ ਆ, ਚਲੋ ਉਹਨਾਂ ਦਾ ਸਵਾਗਤ ਆ ਜੀ। ਤੁਸੀਂ ਫੁੱਲਾਂ ਦੀ ਫਸਲ ਦੀ ਭੂਮਿਕਾ ਦੇ ਵਿੱਚ ਵੀ ਕੀਤੀ ਆ। ਤਾਂ ਇੱਕ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਤੁਹਾਨੂੰ ਕਦੇ ਅਹਿਸਾਸ ਹੋਇਆ ਜਾਂ ਕਦੇ ਮਨ ਦੇ ਵਿੱਚ ਲੱਗਿਆ ਵੀ ਸਾਇੰਸ ਦਾ ਫੀਲਡ ਸੀ, ਸ਼ਾਇਦ ਉਹਦੇ ਵਿੱਚ ਰੁਜ਼ਗਾਰ ਬਹੁਤ ਬਿਹਤਰ ਸੀਗਾ। ਸਾਇੰਸ ਦਾ ਜੋ ਖੇਤਰ ਆ ਉਹਦੇ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਆ। ਕਿਤੇ ਤੁਹਾਨੂੰ ਲੱਗਿਆ ਹੋਵੇ ਸ਼ਾਇਦ ਮੈਂ ਇਸ ਪਾਸੋਂ ਗਲਤ ਡਿਸੀਜ਼ਨ ਲੈ ਲਿਆ ਰੁਜ਼ਗਾਰ ਦੇ ਵਾਸਤੇ, ਜਾਂ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਡਿਸੀਜ਼ਨ ਠੀਕ ਰਿਹਾ? ਕਦੇ ਮਨ ਦੇ ਵਿੱਚ ਅਹਿਸਾਸ ਆਇਆ ਹੋਵੇ? ਸਾਨੂੰ ਤਾਂ ਲੱਗਦਾ ਠੀਕ ਰਿਹਾ, ਸਾਨੂੰ ਇੱਕ ਬੜਾ ਵਧੀਆ ਸਮਰੱਥ ਕਹਾਣੀਕਾਰ ਮਿਲ ਗਿਆ। ਨਹੀਂ, ਸ਼ਾਇਦ ਉਹਨਾਂ ਨੇ ਸਾਇੰਸ ਵਾਲੇ ਪਾਸੇ ਚਲੇ ਜਾਂਦੇ ਤਾਂ ਸ਼ਾਇਦ ਕੀ ਹਾਲਾਤ ਬਣਨੇ ਸੀ ਉਹ ਨਹੀਂ ਕੁਝ ਕਹਿ ਸਕਦੇ। ਪਰ ਤੁਹਾਨੂੰ ਕੀ ਲੱਗਦਾ ਇਸ ਬਾਰੇ? ਇਹ ਗੱਲ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਮੈਂ ਕਦੇ ਹੈਰਾਨੀ ਹੋਏਗੀ ਕਿ ਮੈਂ MSc ਕੈਮਿਸਟਰੀ ਦੇ ਵਿੱਚ ਮੇਰਾ ਦਾਖਲਾ ਹੋ ਚੁੱਕਾ ਸੀ ਤੇ ਉਹ ਦਾਖਲਾ ਛੱਡ ਕੇ ਇੱਧਰਲੇ ਬੰਨੇ ਮਤਲਬ ਆਉਣਾ ਸੀ, ਦੂਜੇ ਬੰਨੇ ਆਉਣਾ ਸੀ। ਤੇ ਕੁਦਰਤੀ ਗੱਲ ਪੰਜਾਬੀ ਦੀ ਜਿਹੋ ਜਿਹੀ ਸਥਿਤੀ ਹੈ, ਜੇ ਆਪਾਂ ਭਾਵਕ ਹੋ ਕੇ ਨਾ ਸੋਚੀਏ, ਪੰਜਾਬੀ ਦੀ ਜਿਹੜੀ ਸਥਿਤੀ ਹੈ ਤੇ ਪੰਜਾਬੀ ਨਾਲ ਜਿਸ ਤਰ੍ਹਾਂ ਰੁਜ਼ਗਾਰ ਦੀ ਜਿਹੜੀ ਸਾਰੀ ਗੱਲ ਜੁੜੀ ਹੋਈ ਹੈ ਤੇ ਫੈਸਲਾ ਤੇ ਉਹ ਉਸ ਵੇਲੇ ਤਾਂ ਕਮਰਿਆਂ ਵਾਲਾ ਹੀ ਲੱਗਦਾ ਸੀ। ਪਰ ਮੇਰੇ ਅੰਦਰ ਇਹ ਮਤਲਬ ਜਿਹੜੇ ਮੇਰੇ ਅੰਦਰ ਬੀਜ ਸਨ ਬਚਪਨ ਤੋਂ ਹੀ ਪੜ੍ਹਨ ਦੇ, ਕਿਤਾਬਾਂ ਪੜ੍ਹਨ ਦੇ, ਜਾਂ ਜਦੋਂ ਸਾਡੇ ਪਿੰਡ 'ਚ ਗੱਡਿਆਂ ਦੇ ਉੱਤੇ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕ ਹੋਇਆ ਕਰਦੇ ਸਨ, ਉਹਨਾਂ ਦੇ ਰੂਪ ਦੇ ਵਿੱਚ, ਜਾਂ ਬਾਅਦ ਦੇ ਵਿੱਚ ਸਕੂਲ ਦੇ ਵਿੱਚ ਜਿਹੜੇ ਨਾਵਲ ਜਸਵੰਤ ਸਿੰਘ ਕਮਲ ਜਾਂ ਨਾਨਕ ਸਿੰਘ ਹੋਰਾਂ ਦੇ ਪੜ੍ਹੇ ਨਾਵਲਾਂ ਦੇ ਜਿਹੜੇ ਬੀਜ ਸੀ, ਉਹ ਕਿਤੇ ਨਾ ਕਿਤੇ ਜਿਹੜੇ ਉਹ ਬੀਜ ਜੋ ਹੋਏ ਨਾ ਤੰਗ ਕਰਦੇ ਸੀ। ਤੇ ਮੈਂ ਫੈਸਲਾ ਲੈ ਲਿਆ ਕਿ ਮੈਂ ਇੱਧਰਲੇ ਫੀਲਡ 'ਚ ਆਉਣਾ ਹੈ। ਮੈਨੂੰ ਲੱਗਾ ਕਿ ਮੈਂ ਇਹ ਵੈਸੇ ਸੌਖਾ ਫੈਸਲਾ ਨਹੀਂ ਸੀ। ਤੁਹਾਡਾ ਸਵਾਲ ਜਿਹੜਾ ਹੈ ਨਾ, ਇਹ ਫੈਸਲਾ ਸੌਖਾ ਨਹੀਂ ਸੀ। ਬੰਦਾ ਜੋ ਮਰਜ਼ੀ ਕਹਿ ਲੈ, ਸ਼ੁਰੂਆਤੀ ਦੌਰ ਦੇ ਵਿੱਚ ਨਾ ਉਹਦੀ ਰੁਜ਼ਗਾਰ ਸਭ ਤੋਂ ਵੱਡੀ ਗੱਲ ਹੁੰਦੀ ਹੈ। ਤੇ ਮੈਨੂੰ ਲੱਗਦਾ ਸੀ ਮੈਨੂੰ ਵੀ ਲੱਗਦਾ ਸੀ ਕਿ ਮੇਰਾ ਫੈਸਲਾ ਜਿਹੜਾ ਹੈ ਕਿਤੇ ਕਮਰਿਆਂ ਵਾਲਾ ਤਾਂ ਨਾ ਹੋ ਜਾਏ। ਪਰ ਮੈਂ ਨਾ ਇਸ ਗੱਲ ਲਈ ਫਿਰ ਆਪਣੇ ਮਤਲਬ ਸੋਚਿਆ ਕਿ ਮੈਨੂੰ ਆਪਣੇ ਦਿਲ ਦੀ ਸੁਣਨੀ ਚਾਹੀਦੀ ਹੈ, ਮੇਰਾ ਦਿਲ ਕੀ ਕਹਿੰਦਾ। ਇਹ ਮੈਂ ਇਸ ਕਸ਼ਮਕਸ਼ 'ਚ ਰਿਹਾ ਕੁਛ ਸਮਾਂ, ਤਾਂ ਉਸ ਤੋਂ ਬਾਅਦ ਮੇਰੇ ਅੰਦਰੋਂ ਆਵਾਜ਼ ਆਈ ਵੀ ਨਹੀਂ, ਤੂੰ ਆਪਣੇ ਦਿਲ ਦੀ ਸੁਣ, ਜੋ ਤੈਨੂੰ ਲੱਗਦਾ ਬਾਕੀ ਫਿਰ ਆਪੇ ਹੋਊਗਾ, ਜੋ ਦੇਖੀ ਜਾਏਗੀ। ਜ਼ਿੰਦਗੀ 'ਚ ਇਹ ਬਾਰ-ਬਾਰ ਮੌਕੇ ਨਹੀਂ ਮਿਲਦੇ, ਜਦੋਂ ਜਿਹੜੇ ਟਰੈਕ ਤੇ ਚੱਲ ਜਾਓ ਫਿਰ ਸਾਰੀ ਜ਼ਿੰਦਗੀ ਉਹਦੇ ਮੁਤਾਬਕ ਹੀ ਜੀਣੀ ਚਾਹੀਦੀ ਹੈ। ਤੇ ਮੈਂ ਫੈਸਲਾ ਲੈ ਲਿਆ। ਤੇ ਮੇਰੇ ਸੰਬੰਧ ਦੇ ਵਿੱਚ ਉਸ ਵਕਤ ਮੇਰੇ ਇਸ ਫੈਸਲੇ ਦੇ ਸਮਰਥਨ ਵਾਲੇ ਬਹੁਤ ਲੋਕ ਨਹੀਂ ਸਨ। ਈਵਨ ਮੇਰੇ ਫਾਦਰ ਸਾਹਿਬ ਵੀ ਕਿਆ ਕਰਦੇ ਸਨ ਵੀ ਠੀਕ ਹੈ, ਖਾਏਗਾ ਧੱਕੇ ਫਿਰ ਤੇਰੀ ਜੋ ਇੱਛਾ ਹੈ, ਠੀਕ ਹੈ ਨਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ। ਫਿਰ ਅੱਛਾ, ਇਸ ਗੱਲ ਨੇ ਜਿਹੜੀ ਉਹ ਵੰਗਾਰ ਸੀ, ਉਹਨੇ ਮੈਨੂੰ ਹੋਰ ਇਸ ਗੱਲ ਨੂੰ ਪ੍ਰੇਰਿਆ ਵੀ ਮਿੱਤਰਾ ਹੁਣ ਤੇਰਾ ਆਪਣਾ ਫੈਸਲਾ ਹੈ, ਹੁਣ ਤੈਨੂੰ ਪ੍ਰੂਵ ਕਰਨਾ ਪੈਣਾ, ਮਿਹਨਤ ਕਰਨੀ ਪੈਣੀ ਹੈ। ਤੇ ਮਿਹਨਤ ਫਿਰ ਡਟ ਕੇ ਕੀਤੀ। ਬਹੁਤ ਥੋੜਾ ਸੁਭਾਅ ਸੀ ਇਸ ਕਿਸਮ ਦਾ, ਪੜ੍ਹ ਲਿਖਣ ਦਾ, ਤਾਂ ਉਹ ਮਿਹਨਤ ਕੀਤੀ, ਡਟ ਕੇ ਕੀਤੀ। ਤੇ ਨਾਲ ਦੀ ਨਾਲ ਮੈਂ ਤਾਂ ਕਿਤੇ ਨਾ ਕਿਤੇ ਕਿਸਮਤ ਵਾਲਾ ਵੀ ਜਿਹੜਾ ਨਾ ਗੱਲ, ਮੈਂ ਇਹਨੂੰ ਇਗਨੋਰ ਨਹੀਂ ਕਰ ਸਕਦਾ ਇਸ ਸੈਕਟਰ ਨੂੰ। ਕਿਉਂਕਿ ਮੰਨ ਲਓ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਿਹਨੇ 98 'ਚ ਜਿਹੜਾ ਬੰਦਾ ਐਲੀਜੀਬਲ ਹੋ ਕੇ ਜਾਂ 96 ਤੋਂ ਬੈਚ ਤੋਂ ਬਾਅਦ ਜਿਹੜਾ ਐਲੀਜੀਬਲ ਹੋਇਆ ਹੋਏਗਾ ਤੇ ਉਹ
ਉਹ ਯੋਗ ਨਹੀਂ ਹੋਏਗਾ ਜਾਂ ਉਹ ਵਧੀਆ ਨਹੀਂ ਹੋਏਗਾ। ਪਰ ਜੇ ਤੁਹਾਨੂੰ ਵੈਕੈਂਸੀ ਨਹੀਂ ਨਿਕਲ ਰਹੀਆਂ ਖੇਤਰ ਦੇ ਵਿੱਚ, ਇਸ ਤਰੀਕੇ ਦੇ ਮੌਕੇ ਨਹੀਂ ਬਣ ਰਹੇ, ਤਾਂ ਵਿਦਿਆਰਥੀ ਕੀ ਕਰਨਗੇ ਨਵੇਂ ਜਿਹੜੇ ਆਉਣ ਵਾਲੇ। ਤਾਂ ਉਹ ਉਸ ਪੱਖ ਤੋਂ ਮੇਰੇ ਪੱਖ ਤੋਂ ਜਿਹੜਾ ਫੈਸਲਾ ਸੀ, ਕਿਉਂਕਿ ਮੇਰੀ MA ਤੋਂ ਸਿੱਧੀ ਐਂਟਰੀ PhD MPhil ਮੈਂ ਕਰਨੀ ਨਹੀਂ ਪਈ, ਮੇਰੇ ਤੋਂ ਜੰਪ ਤੇ ਜੰਪ ਵੱਜਦੇ ਰਹੇ, ਸਿੱਧਾ ਫੈਲੋਸ਼ਿਪ ਮਿਲ ਗਈ। ਤੇ ਤੁਸੀਂ ਜਾਣਦੇ ਹੀ ਹੋ ਉਹਨਾਂ ਦੇ ਨਾਲ ਹੁਣ ਤਾਂ ਰਿਸਰਚ ਸਕਾਲਰ ਦੀ ਮੈਨੂੰ ਪਤਾ ਲੱਗਾ ਕਿ ਯੂਨੀਵਰਸਿਟੀ ਕਾਫੀ ਗਿਣਤੀ 'ਚ ਰਿਸਰਚ ਸਕਾਲਰ ਨੇ। 1990 'ਚ ਬਹੁਤ ਥੋੜੇ ਰਿਸਰਚ ਸਕਾਲਰ ਹੋਇਆ ਕਰਦੇ ਸਨ, ਤੇ ਉਹਨਾਂ ਦਾ ਸਟੇਟਸ ਵੀ ਜਿਹੜਾ ਰਿਸਰਚ ਸਕਾਲਰ ਦਾ ਨਾ, ਉਹ ਜਿਹਨੂੰ ਕਹਿ ਲਓ ਜਿਹੜੇ ਯੰਗ ਪ੍ਰੋਫੈਸਰ ਹੈ ਕਿ ਉੱਥੇ ਲੈਕਚਰਰ ਹੋਇਆ ਕਰਦੇ ਸਨ, ਉਹਨਾਂ ਤੋਂ ਥੋੜਾ ਜਿਹਾ ਹੇਠਲੇ ਰੁਤਬੇ ਵਾਲਾ ਉਹਨਾਂ ਦਾ ਵਿੱਚ ਕਲਾਸਾਂ ਵੀ ਪੜ੍ਹਾਉਣ ਨੂੰ ਮਿਲਦੀਆਂ ਸਨ। ਤਾਂ 5-6 ਜਦੋਂ ਅਸੀਂ ਗਏ ਤਾਂ ਕਿਤੇ ਨਾ ਕਿਤੇ ਇਕੱਠੇ ਲੜਕੇ ਗਏ ਤੇ 7-8 ਅਸੀਂ ਗਿਣਤੀ ਹੋ ਗਈ। ਉਸ ਤੋਂ 4-5 ਇੰਨੀ ਦੀ ਗਿਣਤੀ ਹੁੰਦੀ ਸੀ। ਕੁਦਰਤੀ ਗੱਲ ਹੈ ਜਦੋਂ ਥੋੜੀ ਗਿਣਤੀ ਹੋਵੇ ਤੇ ਉਹ ਫਿਰ ਥੋੜਾ ਜਿਹਾ ਉਹਨਾਂ ਦਾ ਇਤਮਾਨ ਵਧੇਰੇ ਹੁੰਦਾ। ਉਹ ਇਸ ਕਿਸਮ ਦੀ ਸਥਿਤੀ ਸੀ। ਤੇ ਬਾਅਦ ਦੇ ਵਿੱਚ ਰੁਜ਼ਗਾਰ ਵੀ ਮਿਲ ਗਿਆ ਤੇ ਉਸ ਤੋਂ ਬਾਅਦ ਸਾਰਾ ਸਿਲਸਿਲਾ ਵੀ ਚੱਲ ਪਿਆ। ਇਸ ਕਰਕੇ ਮੈਨੂੰ ਤਾਂ ਸਗੋਂ ਆਪਣੇ ਨਿੱਜੀ ਰੂਪ ਦੇ ਵਿੱਚ ਲੱਗਦਾ ਕਿ ਮੇਰਾ ਜ਼ਿੰਦਗੀ ਦਾ ਜੇ ਕੋਈ ਖੂਬਸੂਰਤ ਫੈਸਲਾ ਸੀ ਤਾਂ ਉਹ ਇਹ ਸੀ। ਜੀ ਸਟੰਟ ਜੀ, ਬੜੀ ਬਿਲਕੁਲ ਦਰੁਸਤ ਗੱਲ ਆ। ਇੱਕ ਤਾਂ ਮੇਰਾ ਦੋਸਤਾਂ ਨੂੰ, ਸਾਡੇ ਦਰਸ਼ਕਾਂ ਨੂੰ ਗੁਜ਼ਾਰਿਸ਼ ਆ ਵੀ ਉਹ ਸਵਾਲ ਜਵਾਬ ਕਰ ਸਕਦੇ ਆ। ਸਾਡੇ ਕੋਲ ਕਈ ਦੋਸਤਾਂ ਦੇ ਸਵਾਲ ਆ ਵੀ ਚੁੱਕੇ ਆ, ਤਾਂ ਮੈਂ ਇਕੱਠਾ ਨਹੀਂ ਸਮਾਂ ਦੇਵਾਂਗਾ, ਥੋੜਾ ਰੁਕ ਕੇ, ਜਿਵੇਂ ਪਹਿਲਾਂ ਹਰਿੰਦਰ ਜੀ ਨੂੰ ਮੌਕਾ ਦੇ ਰਿਹਾ ਮੈਂ, ਤੇ ਬਾਕੀ ਦੇ ਦੋਸਤ ਲਾਈਨ ਦੇ ਵਿੱਚ ਨੇ, ਉਹ ਆਪਣੇ ਸਵਾਲ ਤਿਆਰ ਰੱਖਣ। ਤਾਂ ਡਾਕਟਰ ਹਰਿੰਦਰ ਜੀ, ਤੁਸੀਂ ਆਪਣਾ ਸਵਾਲ ਰੱਖੋ ਜੀ। ਖੰਡ ਜੀ, ਮੈਂ ਤੁਹਾਨੂੰ ਜਦੋਂ ਸੁਣ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਜਿਵੇਂ ਮੇਰੀ ਵੀ ਗੱਲ ਹੋ ਰਹੀ ਹੋਵੇ, ਕਿਉਂਕਿ ਮੈਂ ਵੀ ਸੇਮ ਕਹਾਣੀ ਹੈ ਕਿ ਮੈਂ ਵੀ ਸਾਇੰਸ ਛੱਡ ਕੇ ਆਰਟਸ ਵਾਲੇ ਪਾਸੇ ਆਇਆ ਸੀ ਤੇ ਇੱਧਰ ਆਰਟਸ ਦੀ PhD ਕੀਤੀ। ਤੇ ਬਾਕੀ ਜਿਹੜਾ ਤੁਸੀਂ ਕਾਲਜਾਂ ਦੇ ਵਿੱਚ ਪ੍ਰੋਫੈਸਰ ਜਿਹੜੇ ਗੈਸਟ ਫੈਕਲਟੀ ਜੋ ਪੜ੍ਹਾ ਰਹੇ ਨੇ, ਉਹਨਾਂ ਦੇ ਦੁਕਾਨ ਨੂੰ ਬਖੂਬੀ ਸਮਝਦੇ ਹੋ। ਅਸੀਂ ਵੀ ਉਹੀ ਦੁਕਾਨ ਖੜਾ ਰਹੇ ਹਾਂ। ਚਲੋ ਇਹ ਬਾਅਦ ਦੀ ਗੱਲ ਹੈ। ਮੇਰਾ ਜਿਹੜਾ ਸਵਾਲ ਬਣਦਾ ਮੇਰੇ ਮਨ ਦੇ ਵਿੱਚ ਜਦੋਂ ਤੁਹਾਡੀ ਗੱਲਬਾਤ ਸੁਣਦਿਆਂ ਆਇਆ ਕਿ ਜਿਵੇਂ ਤੁਸੀਂ ਸਾਇੰਸ ਛੱਡ ਕੇ ਆਰਟਸ ਵਾਲੇ ਪਾਸੇ ਆ ਗਏ, ਤੁਸੀਂ ਵੱਧ ਆਪਦੇ ਆਪ ਨੂੰ ਕੰਫਰਟ ਮਹਿਸੂਸ ਕੀਤਾ, ਵੱਧ ਤੁਹਾਨੂੰ ਚੰਗਾ ਲੱਗਿਆ, ਤੁਹਾਡੀਆਂ ਸਿਰਜਣਾਤਮਕ ਜਿਹੜੀਆਂ ਵੱਧ ਸਿਰਜਣਾਤਮਕ ਰੂਪ ਦੇ ਵਿੱਚ ਤੁਸੀਂ ਵੱਧ ਉੱਭਰੇ। ਕੀ ਹੁਣ ਤੁਹਾਨੂੰ ਇਸੇ ਤਰ੍ਹਾਂ ਹੀ ਜਿਵੇਂ ਸਫ਼ਰਨਾਮਾ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ, ਸਫ਼ਰਨਾਮਾ ਵਿਧਾ ਤੋਂ, ਫਿਰ ਤੁਸੀਂ ਸਫ਼ਰਨਾਮੇ ਦੇ ਨਾਲ ਕਹਾਣੀ ਵੱਲ ਆਏ, ਤੇ ਤੁਹਾਨੂੰ ਜਾਂ ਕਹਾਣੀ ਤੋਂ ਅੱਗੇ ਕਿਸੇ ਨਾਵਲ ਦੀ ਵਿਧਾ ਨਾਲ ਜੁੜਨ ਦਾ ਪਲਾਨ, ਜਾਂ ਤੁਹਾਡਾ ਜਿਹੜਾ ਸਿਰਜਣਾਤਮਕ ਤੁਹਾਨੂੰ ਤਸੱਲੀ ਜਾਂ ਖੁਸ਼ੀ ਕਿਸ ਵਿਧਾ ਨਾਲ ਜੁੜ ਕੇ ਵਧੇਰੇ ਮਹਿਸੂਸ ਹੋਵੇਗੀ? ਇਸੇ ਤਰ੍ਹਾਂ ਜਿਵੇਂ ਤੁਸੀਂ ਸਾਇੰਸ ਤੋਂ ਜੋ ਛੱਡ ਕੇ ਆਰਟਸ ਨਾਲ ਜੁੜ ਕੇ ਵੱਧ ਤਸੱਲੀ ਮਹਿਸੂਸ ਕੀਤੀ ਸੀ, ਮੈਨੂੰ ਲੱਗਿਆ ਇਹ ਸਵਾਲ ਮੈਨੂੰ ਕਰਨਾ ਚਾਹੀਦਾ। ਵਧੀਆ ਸਵਾਲ ਹੈ ਤੁਹਾਡਾ। ਦੇਖੋ, ਜਿੱਥੋਂ ਤੱਕ ਤੇ ਤਸੱਲੀ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਜੇ ਬੰਦਾ ਨਾ 2-4 ਵਧੀਆ ਕਹਾਣੀਆਂ ਲਿਖ ਲੈਣਾ ਤੇ ਇਹ ਆਪਣੇ ਆਪ 'ਚ ਕਮਾਲ ਦੀ ਗੱਲ ਹੈ, ਬੜੀ ਵੱਡੀ ਤਸੱਲੀ ਵਾਲੀ ਗੱਲ ਹੋਏਗੀ। ਮੈਨੂੰ ਲੱਗਦਾ ਕਿ ਮੈਂ ਮੈਨੂੰ ਇਸ ਪੜਾਅ ਦੇ ਉੱਤੇ ਜਿਹੜਾ ਕਹਾਣੀ ਲਿਖਣਾ ਹੈ, ਇਹ ਸਭ ਤੋਂ ਮਹੱਤਵਪੂਰਨ ਲੱਗ ਰਿਹਾ। ਔਰ ਕਹਾਣੀ, ਚੰਗੀ ਕਹਾਣੀ ਲਿਖਣੀ, ਕਹਾਣੀ ਦੇ ਵਿੱਚ ਜਿਸ ਕਿਸਮ ਦਾ ਪੰਜਾਬੀ 'ਚ ਇਹ ਵੈਸੇ ਬੜੇ ਵੱਡੇ ਭਾਗਾਂ ਵਾਲੀ, ਚੰਗੇ ਭਾਗਾਂ ਵਾਲੀ ਗੱਲ ਹੈ। ਪੰਜਾਬੀ 'ਚ ਕਹਾਣੀ ਅੱਛੀ ਲਿਖੀ, ਇਹ ਗੱਲ ਮੈਂ ਨਹੀਂ ਕਿ ਮੈਂ ਕਹਾਣੀ ਲਿਖਦਾ ਜਾਂ ਕਹਿ ਰਿਹਾ, ਸੱਚਮੁੱਚੀ ਕਹਾਣੀ ਕਾਫੀ ਵਧੀਆ ਲਿਖੀ ਜਾ ਰਹੀ ਹੈ। ਸਾਡੇ ਕੋਲ ਹਰ ਸਾਲ ਜਿਸ ਤਰ੍ਹਾਂ ਜਦੋਂ ਮੁਲਾਂਕਣ ਹੁੰਦੇ ਨੇ ਤਾਂ ਕੋਈ ਨਾ ਕੋਈ ਘੱਟੋ ਘੱਟ 5 ਰਚਨਾਵਾਂ ਤਾਂ ਜ਼ਰੂਰ ਆ ਜਾਂਦੀਆਂ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਬੜੀਆਂ ਬਲਸ਼ਾਲੀ, ਬੜੀਆਂ ਦਮਦਾਰ ਰਚਨਾਵਾਂ ਹੁੰਦੀਆਂ ਨੇ। ਤੇ ਮੈਨੂੰ ਵੀ ਲੱਗਦਾ ਹਜੇ ਮੈਂ ਤੇ ਮੇਰੀ ਇੱਕ ਕਿਤਾਬ ਆਈ ਹੈ, ਥੋੜਾ ਜਿਹਾ ਲਿਖਿਆ ਹੈ ਕਹਾਣੀਆਂ ਦੇ ਵਿੱਚ, ਤਾਂ ਮੈਨੂੰ ਇਸ ਤਰ੍ਹਾਂ ਤੇ ਲੱਗਦਾ ਹੈ ਕਿ ਹੁਣ ਬਹੁਤੀ ਮੈਂ ਸਾਇੰਸ ਚੋਂ ਆਰਟਸ ਵਿੱਚ ਸ਼ਿਫਟ ਮਾਰੀ, ਇੱਕ ਹੀ ਸ਼ਿਫਟ ਮਾਰੀ ਹੈ। ਤੇ ਸਫ਼ਰਨਾਮੇ ਵੀ ਤਾਂ ਮੈਂ ਆਪਣੀਆਂ ਮੁੱਢਲੀਆਂ ਕਹਾਣੀਆਂ ਹੀ ਮੰਨਦਾ, ਮਤਲਬ ਉਹ ਬੇਸ਼ੱਕ ਉਹ ਸਫ਼ਰਨਾਮੇ ਨੇ, ਲੇਕਿਨ ਉਹ ਅਭਿਆਸਕ ਮੇਰੀਆਂ ਕਹਾਣੀਆਂ ਹੀ ਨੇ ਉਹ, ਕਿਉਂਕਿ ਉਹਨਾਂ 'ਚ ਗਲਪੀ ਰੰਗ ਮੇਰੇ ਸਫ਼ਰਨਾਮੇ ਦੇ ਤੁਸੀਂ ਪੜ੍ਹੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਉਹਨਾਂ ਦੇ ਵਿੱਚ ਜਿਹੜਾ ਗਲਪੀ ਰੰਗ ਹੈ ਉਹ ਕਾਫੀ ਜ਼ਿਆਦਾ ਹੈ।
ਇਸ ਕਰਕੇ ਉਹਨਾਂ ਕਿਤਾਬਾਂ ਤੇ ਵੀ ਜਦੋਂ ਗੱਲ ਹੋਈ ਸੀ ਤੇ ਸਿਆਣੇ ਜਗੀਰ ਸਿੰਘ ਕਾਹਲੋਂ ਹੋਰੀ ਸਾਡੇ ਵਿੱਚ ਸ਼ਾਮਲ ਨੇ, ਇਹ ਵੀ ਉਹਨਾਂ ਫੰਕਸ਼ਨਾਂ 'ਚ ਸ਼ਾਮਲ ਰਹੇ ਨੇ। ਵਰਿਆਮ ਸਿੰਘ ਸੰਧੂ ਹੋਰਾਂ ਨੇ ਵੀ ਕਿਹਾ ਸੀ ਵੀ ਇਹ ਗਲਫੀ ਨੁਮਾ ਕਿਸਮ ਦੇ ਸਫ਼ਰਨਾਮੇ ਨੇ। ਤਾਂ ਮੈਨੂੰ ਲੱਗਦਾ ਕਿ ਜੇ ਮੈਂ ਕਹਾਣੀ ਦੇ ਵਿੱਚ ਵਧੀਆ ਕਹਾਣੀਆਂ ਲਿਖ ਸਕਾਂ ਤਾਂ ਇਹ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੋਵੇਗੀ। ਕਹਾਣੀ ਪੰਜਾਬੀ ਦੇ ਵਿੱਚ ਬੜੀ ਸਮਰੱਥਾ ਇਸ ਵਕਤ ਜਿਸ ਕਿਸਮ ਦੀ ਕਹਾਣੀ ਹੈ, ਜਿਸ ਮਿਆਰ ਤੇ ਪੰਜਾਬੀ ਕਹਾਣੀ ਹੈ, ਬਹੁਤ ਸਮਰੱਥਾ ਦੀ ਮੰਗ ਕਰਦੀ ਹੈ, ਬਹੁਤ ਮਿਹਨਤ ਦੀ ਮੰਗ ਕਰਦੀ ਹੈ। ਤੁਸੀਂ ਕਹਾਣੀਆਂ ਮੇਰੀਆਂ ਵੀ ਦੇਖੀਆਂ ਹੋਣਗੀਆਂ, ਹੋਰ ਮੇਰੇ ਜਿਹੜੇ ਸਮਕਾਲੀ ਲੇਖ ਰਹੇ ਨੇ, ਤੁਸੀਂ ਦੇਖਿਆ ਹੋਵੇਗਾ ਕਿ ਉਹ ਕਿਸ ਕਿਸਮ ਦਾ ਜਿਹੜਾ ਗਲਤੀ ਕਹਿੰਦੇ ਨੇ ਉਹ ਸਾਰਦੇ ਨੇ। ਤਾਂ ਉਹ ਸਾਰਾ ਕੁਝ ਬਹੁਤ ਮਿਹਨਤ ਮੰਗਦਾ ਹੈ। ਇਸ ਕਰਕੇ ਮੇਰੀ ਜਿਹੜੀ ਸਾਰੀ ਸ਼ਕਤੀ ਹੈ ਹੁਣ ਇਸ ਖੇਤਰ ਦੇ ਵਿੱਚ। ਜੀ ਸਰ ਜੀ ਸ਼ੁਕਰੀਆ। ਇਸ ਤੋਂ ਅੱਗੇ ਸਾਡੇ ਨਾਲ ਜੁੜੇ ਨੇ ਗੋਲਡ ਮਾਈਨ ਪਬਲੀਕੇਸ਼ਨ ਦੇ ਰਾਹੀਂ ਸਾਡੇ ਨਾਲ ਹਰਦੀਪ ਢਿੱਲੋਂ ਜੀ ਸਾਡੇ ਨਾਲ ਜੁੜੇ ਹੋਏ ਆ। ਇਹ ਖੁਦ ਵੀ ਕਹਾਣੀ ਲਿਖਦੇ ਆ, ਇਹਨਾਂ ਦੀਆਂ ਕੁਝ ਰਚਨਾਵਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਛਪ ਚੁੱਕੀਆਂ ਨੇ ਤੇ ਬਤੌਰ ਰੁਜ਼ਗਾਰ ਇਹ ਸਰਕਾਰੀ ਮਹਿਕਮੇ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ। ਤਾਂ ਮੈਂ ਚਾਹੂੰਗਾ ਉਹ ਆਪਣਾ ਸਵਾਲ ਕਰਨ ਡਾਕਟਰ ਥੈਂਦੀ ਜੀ ਨੂੰ। ਹਰਦੀਪ ਢਿੱਲੋਂ ਜੀ, ਆਪਣਾ ਮਾਈਕ ਅਨਮਿਊਟ ਕਰ ਲਓ। ਹਰਦੀਪ ਜੀ ਆਪਣਾ ਮਾਈਕ ਅਨਮਿਊਟ ਕਰ ਲਓ ਪਲੀਜ਼। ਹਾਂਜੀ ਹਾਂਜੀ, ਸ਼ੁਕਰੀਆ ਪ੍ਰਗਟ ਜੀ। ਸਤਿ ਸ਼੍ਰੀ ਅਕਾਲ ਥੈਂਕ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਰ ਧੰਨਵਾਦ ਕਰਦਾ ਤੁਹਾਡਾ ਮੈਂ ਸਾਡੇ ਚ ਸ਼ਾਮਲ ਹੋਣ ਲਈ ਤੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ। ਤੇ ਦੂਜੀ ਗੱਲ ਸਰ, ਮੈਂ ਜਲੰਧਰ ਰਹਿ ਕੇ ਗਿਆ ਤੇ ਤੁਹਾਨੂੰ ਮਿਲਣ ਦਾ ਜਿਹੜਾ ਮੇਰਾ ਸੀਗਾ ਉਹ ਚਾਅ ਵਿੱਚ ਹੀ ਰਹਿ ਗਿਆ ਤੇ ਮਿਲ ਨਹੀਂ ਹੋਇਆ ਕਦੇ। ਤੇ ਹੁਣ ਮੈਂ ਤੁਹਾਨੂੰ ਵੀਡੀਓ ਕਾਨਫਰੰਸ ਰਾਹੀਂ ਮਿਲ ਕੇ ਬੜਾ ਖੁਸ਼ੀ ਮਹਿਸੂਸ ਕਰਦਾ। ਹਾਂਜੀ ਹਾਂਜੀ ਸਰ ਮੇਰੀ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਸਰ। ਮੇਰਾ ਸਵਾਲ ਹੈ ਇੱਕ, ਜਿਹੜੀ ਅੱਜ ਸਿੱਖਿਆ ਦਾ ਜਿਹੜਾ ਕਹਾਣੀ ਤੋਂ ਥੋੜਾ ਜਿਹਾ ਮੇਰਾ ਹੱਟ ਗਿਆ ਸਵਾਲ। ਸਿੱਖਿਆ ਦਾ ਜਿਹੜਾ ਅੱਜ ਹਾਲ ਹੈ ਸਭ ਜਾਣੀ ਜਾਣ ਆਪਾਂ, ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਆਨਲਾਈਨ ਕਲਾਸਾਂ ਅੱਜ ਕੱਲ੍ਹ ਚੱਲ ਰਹੀਆਂ ਕਰੋਨਾ ਕਾਲ 'ਚ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਸਿੱਖਿਆ ਨੂੰ ਮੰਦਾ ਹਾਲ ਕਰਨ 'ਚ ਸਭ ਤੋਂ ਵੱਧ ਆਪਣਾ ਯੋਗਦਾਨ ਪਾ ਰਹੇ ਹੈ। ਕਿਉਂਕਿ ਸਿੱਖਿਆ ਦਾ ਹਾਲ ਆਪਣੇ ਪੰਜਾਬ 'ਚ ਪਹਿਲਾਂ ਵੀ ਕੋਈ ਬਹੁਤਾ ਚੰਗਾ ਨਹੀਂ ਸੀਗਾ। ਹੁਣ ਕਰੋਨਾ ਦੀ ਆੜ 'ਚ ਇਹਦਾ ਮੈਨੂੰ ਲੱਗਦਾ ਵੀ ਕਿਤੇ ਗਿਣੀ ਮਿੱਥੀ ਕੋਈ ਨਾ ਕੋਈ ਚਾਲ ਜਿਹੜੀ ਚਲਾਈ ਜਾ ਰਹੀ ਹੈ। ਕਿਉਂਕਿ ਸਾਰਾ ਕੁਝ ਕਰੋਨਾ ਕਾਲ 'ਚ ਚੱਲਦਾ ਰਿਹਾ। ਮੈਂ ਆਪ ਕਰੋਨਾ ਕਾਲ 'ਚ ਡਿਊਟੀ ਕਰਦਾ ਰਿਹਾ। ਅਸੀਂ ਸਾਡੇ ਕਹਿਣ ਦੇ ਬਾਵਜੂਦ ਵੀ ਸਾਡੇ ਦਫ਼ਤਰ ਬੰਦ ਨਹੀਂ ਹੋਏ। ਤੇ ਅੱਜ ਹੈਲੋ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ, ਗੱਲ ਕੰਟੀਨਿਊ ਕਰੋ ਜੀ। ਹਾਂਜੀ ਹਾਂਜੀ। ਅੱਜ ਜਿਹੜੀ ਜ਼ਿੰਦਗੀ ਹੈ ਸਾਡੀ ਨਾਰਮਲ ਸਥਿਤੀ 'ਚ ਆ ਚੁੱਕੀ ਹੈ। ਫਿਰ ਵੀ ਕਿਤੇ ਨਾ ਕਿਤੇ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ 'ਚ ਸਿੱਖਿਆ ਨੂੰ ਕੰਟੀਨਿਊ ਨਹੀਂ ਕੀਤਾ ਗਿਆ। ਇਹਦੇ ਬਾਰੇ ਸਾਨੂੰ ਜਿਹੜੀ ਬੋਲਣਾ ਚਾਹੀਦਾ ਸੀਗਾ। ਕਿਤੇ ਨਾ ਕਿਤੇ ਲੋਕ ਵੀ ਨਹੀਂ ਬੋਲ ਰਹੇ ਤੇ ਸਟੂਡੈਂਟ ਵੀ ਨਹੀਂ ਬੋਲ ਰਹੇ। ਸਰ ਮੈਂ ਕਹਿਣਾ ਚਲੋ ਉਹਨਾਂ ਦਾ ਮੇਰੇ ਖਿਆਲ 'ਚ ਨੈਟਵਰਕ ਇਸ਼ੂ ਆ। ਥੈਂਦ ਜੀ ਮੇਰੇ ਖਿਆਲ 'ਚ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਐਜੂਕੇਸ਼ਨ ਆ ਇਹਦਾ ਜਿਹੜੀ ਦਿਸ਼ਾ ਕਿਸ ਪਾਸੇ ਵੱਲ ਚੱਲ ਪਈ ਆ, ਇਹਦੇ ਲਈ ਤੁਹਾਨੂੰ ਕੀ ਵਿਚਾਰ ਆ ਤੁਹਾਡੇ? ਇਹ ਵਾਕਈ ਸਥਿਤੀ ਬੜੀ ਅਜੀਬੋ-ਗਰੀਬ ਹੈ ਵੈਸੇ, ਕਿਉਂਕਿ ਬਹੁਤ ਸਾਰੀਆਂ ਗੱਲਾਂ 'ਚ ਤੁਸੀਂ ਜਿਸ ਕਿਸਮ ਦੇ ਤੁਹਾਨੂੰ ਉੱਪਰੋਂ ਨੈਰੇਟਿਵ ਸਿਰਜਿਆ ਜਾਂਦਾ ਤੁਸੀਂ ਉਹਦੇ ਮੁਤਾਬਕ ਚੱਲਣਾ ਹੁੰਦਾ। ਭਾਵੇਂ ਤੁਸੀਂ ਸਰਕਾਰੀ ਅਦਾਰੇ 'ਚ ਹੋਵੋ ਭਾਵੇਂ ਪ੍ਰਾਈਵੇਟ ਅਦਾਰੇ 'ਚ ਹੋਵੋ। ਅਸੀਂ ਜਿਹੜੇ ਸਿੱਖਿਆ ਖੇਤਰ 'ਚ ਵੱਡੇ ਨਾਮ। ਹਰਦੀਪ ਜੀ ਤੁਹਾਡਾ ਸਵਾਲ ਮੈਂ ਕੰਪਲੀਟ ਕਰਤਾ, ਤੁਸੀਂ ਮਿਊਟ ਕਰ ਦਿਓ ਪਲੀਜ਼। ਹਾਂਜੀ ਸਰ, ਹਾਂਜੀ ਕੰਟੀਨਿਊ।
ਹਾਂ, ਤਾਂ ਇਹ ਜਿਸ ਤਰੀਕੇ ਦੀ ਕਰੋਨਾ ਦੇ ਨਾਲ ਸੰਬੰਧਿਤ ਦਹਿਸ਼ਤ ਸਾਡੇ ਮਨਾਂ 'ਚ ਪਾਈ ਗਈ, ਚਲੋ ਅਸੀਂ ਉਸ ਸਾਰੀ ਦਹਿਸ਼ਤ ਦਾ ਸ਼ਿਕਾਰ ਹੋਏ, ਪਰ ਹੁਣ ਸਾਨੂੰ ਲੱਗਾ ਕਿ ਸੱਚੀ ਮੁੱਚੀ ਇਸ ਤਰੀਕੇ ਦੀ ਗੱਲ ਹੈ। ਲੇਕਿਨ ਜਦੋਂ ਅਸੀਂ ਰਾਜਨੀਤਿਕ ਪਾਰਟੀਆਂ ਨੂੰ ਦੇਖਦੇ ਹਾਂ, ਭਾਵੇਂ ਬਿਹਾਰ ਦੀਆਂ ਚੋਣਾਂ ਲੰਘ ਕੇ ਗਈਆਂ ਨੇ, ਬੰਗਾਲ ਦੇ ਵਿੱਚ ਏਡੇ ਵੱਡੇ ਇਕੱਠ, ਤੇ ਹੁਣ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੇ 8 ਲੱਖ ਜਾਂ ਉਸ ਤੋਂ ਵੀ ਵੱਧ ਗਿਣਤੀ ਦੱਸੀ ਜਾ ਰਹੀ ਹੈ, ਉੱਥੇ ਉਹ ਵਿਅਕਤੀ ਇਕੱਠੇ ਹੋ ਕੇ ਸਾਰਾ ਕੁਝ ਕਰ ਰਹੇ ਨੇ। ਤੇ ਸੱਚੀ ਮੁੱਚੀ ਇਹ ਲੱਗ ਰਿਹਾ ਇਹਨਾਂ ਸਾਰੀਆਂ ਸਥਿਤੀਆਂ ਤੋਂ ਵੀ ਕਰੋਨਾ ਦੇ ਬਾਰੇ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਗਿਆ ਕਿ ਇਹ ਡਿਸਟੈਂਸਿੰਗ ਹੋਣੀ ਚਾਹੀਦੀ ਆ, ਇਸ ਤੋਂ ਬਿਨਾਂ ਨਹੀਂ ਤਾਂ ਅਸੀਂ ਖਤਮ ਹੋ ਜਾਵਾਂਗੇ ਸਾਰਾ ਕੁਝ। ਲੇਕਿਨ ਨਾਲ ਦੀ ਨਾਲ ਜਿਹੜੀ ਪੈਰਲਲ ਜ਼ਿੰਦਗੀ ਜਿਹੜੀ ਚੱਲ ਰਹੀ ਆ ਭਾਰਤ ਦੇ ਵਿੱਚ ਕੰਟੈਕਸਟ ਵਿੱਚ ਮੈਂ ਗੱਲ ਕਰ ਰਿਹਾ, ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਸ਼ਾਮਲ ਹਨ, ਤਾਂ ਸੱਚੀ ਮੁੱਚੀ ਲੱਗਦਾ ਹੈ ਕਿ ਇਹ ਸਾਨੂੰ ਕਿਤੇ ਨਾ ਕਿਤੇ ਮੂਰਖ ਬਣਾਉਣ ਵਾਲੀ ਗੱਲ ਜਾਪਣ ਲੱਗ ਪਈ ਹੈ। ਇਸ ਗੱਲ ਬਾਰੇ ਕੋਈ ਸ਼ੱਕ ਨਹੀਂ। ਔਰ ਖਾਸ ਤੌਰ ਤੇ ਕਿਸਾਨੀ ਅੰਦੋਲਨਾਂ ਨੇ ਜਿਹੜੇ ਇਸ ਨਾਲ ਖੜੇ ਕੀਤੇ ਡਰ ਸਨ, ਔਰ ਉਹ ਡਰ ਜਿਹੜੇ ਕਿ ਮੈਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਕਿ ਜਿਹੜੇ ਨਜਾਇਜ਼ ਕਿਸਮ ਦੇ ਜਿਹੜੇ ਕਰੋਨਾ ਨਾਲ ਜੁੜ ਕੇ ਡਰ ਨੇ ਉਹ ਸਾਨੂੰ ਕੀਤੇ ਗਏ ਨੇ। ਉਹਦੇ ਪਿੱਛੇ ਬਹੁਤ ਵੱਡੀ ਕੋਈ ਸਿਆਸਤ ਹੋ ਸਕਦੀ ਹੈ, ਖੈਰ ਮੈਂ ਉਸ ਦੀ ਡਿਟੇਲ 'ਚ ਨਹੀਂ ਜਾਂਦਾ। ਤਾਂ ਇਹ ਅਸੀਂ ਮਜਬੂਰੀ ਦੇ ਵਿੱਚ ਆਫਲਾਈਨ ਜਿਹੜੀ ਆਨਲਾਈਨ ਮੋਡ ਆ ਉਹਦੇ ਵਿੱਚ ਆਏ ਆ, ਤੇ ਨੈਚੁਰਲੀ ਇਹਦੇ ਨਾਲ ਜਿਹੜਾ ਪੂਰਾ ਇਨਸਾਫ ਕਦੇ ਵੀ ਨਹੀਂ ਹੋ ਪਾਉਂਦਾ। ਅਸੀਂ ਵੀ ਇਸ ਹੱਕ 'ਚ, ਔਰ ਇਹ ਸਾਰਾ ਸੀਨ ਦੇਖਦਿਆਂ ਹੋਇਆ ਮੈਨੂੰ ਲੱਗਦਾ ਹੈ ਕਿ ਹੁਣ ਵੈਸੇ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਗਜ਼ਾਮ ਹੋ ਰਹੇ ਨੇ ਅਗਲੇ ਮਹੀਨੇ ਵੀ ਸੌਰੀ 21 ਤਰੀਕ ਤੋਂ ਸ਼ੁਰੂ ਹੋ ਰਹੇ ਨੇ, ਤਾਂ ਉਹ ਹੁਣ ਆਮ ਜਿੱਦਾਂ ਪੇਪਰ ਹੁੰਦੇ ਨੇ ਆਫ ਮੋਡ ਦੇ ਵਿੱਚ ਹੀ ਹੋਣੇ ਨੇ, ਬੱਚਿਆਂ ਨੂੰ ਬੁਲਾ ਕੇ ਕਰਨੇ ਨੇ। ਤਾਂ ਇਹ ਜਿਹੜਾ ਕੰਮ ਹੀ ਸ਼ੁਰੂ ਹੋਣਾ ਚਾਹੀਦਾ, ਬੁਲਾਇਆ ਜਾਣਾ ਚਾਹੀਦਾ, ਗਰੁੱਪਾਂ ਵਿੱਚ ਛੋਟੇ ਗਰੁੱਪਾਂ 'ਚ ਬੁਲਾਇਆ ਜਾਣਾ ਚਾਹੀਦਾ। ਉਹਦੇ ਨਾਲ ਜੋ ਵਧੀਆ ਤਰੀਕੇ ਨਾਲ ਆਪਾਂ ਦੇ ਸਕਦੇ ਹਾਂ ਬੱਚਿਆਂ ਨੂੰ, ਉਹ ਇਸ ਰੂਪ ਦੇ ਵਿੱਚ ਠੀਕ ਹੈ, ਮਜਬੂਰੀ 'ਚ ਨਿਕਲੀ ਹੋਈ ਗੱਲ ਸੀ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਸਿੱਧੇ ਰੂਪ ਦੇ ਵਿੱਚ ਜਦੋਂ ਵਿਦਿਆਰਥੀ ਸਾਡੇ ਕੋਲ ਆਉਂਦੇ ਨੇ, ਉਹ ਜਿਹੜਾ ਇੱਕ ਆਦਮੀ ਦਾ ਆਦਮੀ ਨੂੰ ਮਿਲਣਾ, ਇੱਕ ਵਿਅਕਤੀ ਦਾ ਵਿਅਕਤੀ ਨਾਲ ਜਿਹੜਾ ਸਪਰਸ਼ ਹੈ, ਉਸ ਸਪਰਸ਼ ਦੇ ਵਿੱਚੋਂ ਜਿਹੜੀ ਵਿਮਚ ਤੋਂ ਜੋ ਕੁਛ ਨਿਕਲਦਾ ਹੈ ਉਹ ਇਸ ਮਸਨੂਈ ਮਾਧਿਅਮ ਨਾਲ ਨਹੀਂ ਨਿਕਲਦਾ। ਇਹ ਉਹਦਾ ਹੱਲ ਨਹੀਂ, ਪਰ ਇਹ ਮਜਬੂਰੀ ਕਿਉਂ ਕੀਤਾ ਗਿਆ ਸਾਰਾ ਕਾਰਜ ਸੀ। ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਹੋ ਸਕਦੀ ਹੈ, ਉਸ ਸਿਆਸਤ ਦੀਆਂ ਹੋ ਸਕਦਾ ਪਰਤਾਂ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣ ਅਜੇ। ਪਰ ਆ ਜੋ ਪ੍ਰਸ਼ਾਸਕ ਪਾਸੇ ਦਾ ਦ੍ਰਿਸ਼ ਹੈ, ਇਹ ਸਾਰੇ ਕੋਈ ਨਾਲ ਜੁੜੀ ਹੋਈ ਜਿਹੜੀ ਦਹਿਸ਼ਤ ਹੈ, ਜੋ ਖੜਾ ਕੀਤਾ ਗਿਆ ਦਹਿਸ਼ਤ ਦਾ ਨੈਰੇਟਿਵ ਹੈ, ਉਹਨੂੰ ਉਹਨੇ ਜ਼ਰੂਰ ਤੋੜੋ। ਜੀ ਬਿਲਕੁਲ, ਮੈਨੂੰ ਵੀ ਇਹ ਲੱਗਦਾ ਹੁੰਦਾ ਸ਼ਾਇਦ ਜਿਹੜਾ ਆਨਲਾਈਨ ਮੋਡ ਆ ਉਹਦੇ ਲਈ ਨਾ ਤਾਂ ਬੱਚੇ ਹੀ ਉਸ ਤਰ੍ਹਾਂ ਨਾਲ ਪ੍ਰਪੇਅਰ ਸੀਗੇ, ਤੇ ਨਾ ਹੀ ਮੇਰੇ ਖਿਆਲ ਵਿੱਚ ਟੀਚਰ ਵੀ ਬਹੁਤ ਹੱਦ ਤੱਕ ਉਸ ਤਰ੍ਹਾਂ ਦੀ ਪ੍ਰੈਪਰੇਸ਼ਨ ਦੇ ਲਈ ਨਹੀਂ ਸੀ ਤਿਆਰ। ਤਾਂ ਚਲੋ ਖੈਰ, ਬਾਕੀ ਦੇ ਦੋਸਤਾਂ ਦੀ ਵੀ ਸਵਾਲਾਂ ਦੇ ਲਈ ਅਸੀਂ ਤਿਆਰ ਹਾਂ, ਜੋ ਦੋਸਤ ਸਵਾਲ ਕਰਨਾ ਚਾਹੁੰਦੇ ਨੇ। ਤੇ ਅਗਲਾ ਸਵਾਲ ਆ ਜਿਹੜਾ ਬਿੰਦਰ ਕੋਲਿਆਂ ਲਈ ਜਿਹੜੇ ਸਰ ਨੇ ਉਹ ਕਰਨਾ ਚਾਹੁੰਦੇ ਨੇ। ਬਿੰਦਰ ਕੋਲਿਆਂ ਲਈ ਜੀ, ਆਪਣਾ ਮਾਈਕ ਅਨਮਿਊਟ ਕਰ ਲਓ ਜੀ ਪਹਿਲਾਂ। ਬਿੰਦਰ ਕੋਲਿਆਂ ਲਈ ਜੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਥਿੰਦ ਸਾਹਿਬ ਭਾਜੀ ਸਤਿ ਸ੍ਰੀ ਅਕਾਲ। ਮੇਰਾ ਇੱਕ ਸਵਾਲ ਤਾਂ ਨਹੀਂ ਮੈਂ ਤੁਹਾਨੂੰ ਕਰ ਸਕਦਾ, ਤੁਸੀਂ ਬਹੁਤ ਸੀਨੀਅਰ ਹੋ, ਪਰ ਇੱਕ ਸਲਾਹ ਮਸ਼ਵਰਾ ਜਿੱਦਾਂ ਉਸ ਹਿਸਾਬ ਦੇ ਨਾਲ ਇੱਕ ਪੁੱਛਣਾ ਚਾਹਣਾ ਕਿ ਜਿੱਦਾਂ ਸਾਹਿਤਕਾਰ ਲਿਖਣ ਵਾਸਤੇ ਹਮੇਸ਼ਾ ਯਤਨਸ਼ੀਲ ਰਹਿੰਦਾ, ਕਿ ਪਾਠਕ ਵੀ ਏਦਾਂ ਸੋਚਦਾ ਕਿ ਮੈਂ ਪੜ੍ਹਾਂ ਕਿ ਨਾ ਪੜ੍ਹਾਂ। ਕਿਉਂਕਿ ਅਸੀਂ ਪ੍ਰਦੇਸ਼ ਦੇ ਵਿੱਚ ਰਹਿੰਦੇ, ਮੈਂ ਬੜੀ ਵਾਰ ਕੋਸ਼ਿਸ਼ ਕੀਤੀ, ਕਈਆਂ ਬੰਦਿਆਂ ਨਾਲ ਕੋਸ਼ਿਸ਼ ਵੇਖ ਤੁਸੀਂ ਪੜ੍ਹਦੇ ਕਿ ਨਹੀਂ ਪੜ੍ਹਦੇ, ਲੇਕਿਨ ਜਿਹੜਾ ਹੰਗਾਰਾ ਨਾ ਪੱਕੀ ਜ਼ਿਆਦਾ ਆਉਂਦਾ ਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਯਾਰ ਕਿਤਾਬ ਨੂੰ ਜਿਹੜਾ ਹੱਥ ਚਲਾਵੇ ਗੀਤ ਤਾਂ ਤੁਰੇ ਜਾਂਦੇ ਸੁਣ ਲਈਦਾ। ਕੀ ਪੰਜਾਬ ਦੇ ਵਿੱਚ ਹੈ ਏਦਾਂ ਦਾ ਕੋਈ? ਕਿਉਂ ਪੰਜਾਬ 'ਚ ਮੈਂ ਤਕਰੀਬਨ ਕਾਫੀ ਗੱਲ ਹੁੰਦੀ ਹੈ, ਬਹੁਤ ਘੱਟ ਵਾਰ ਜਿਹੜੇ ਕਹਿੰਦੇ ਸੀ ਸੁਣਦੇ ਆ, ਕੀ ਕਾਰਨ ਇਹਦਾ ਹੋ ਸਕਦਾ? ਇਹ ਬਿਲਕੁਲ ਹੋਈ ਸੀ ਤੁਹਾਡੇ ਸਵਾਲ ਨੂੰ ਨਾ ਮੈਂ ਵੱਡੇ ਅੱਛਾ ਪਹਿਲਾਂ ਮੈਂ ਸਾਰੇ ਦੋਸਤਾਂ ਨੂੰ ਦੱਸਦਾ, ਬਿੰਦਰ ਕੋਲੀਆਂਵਾਲ ਇਟਲੀ ਲੈਂਦੇ ਨੇ, ਇਟਲੀ ਤੋਂ ਨੇ। ਤਾਂ ਪ੍ਰਗਟ ਜੀ ਤੁਹਾਡੀ ਵਾਕਿਆ ਹੀ ਇੰਟਰਨੈਸ਼ਨਲ ਅੱਜ ਦਾ ਵੈਬੀਨਾਰ ਹੋ ਰਿਹਾ ਹੈ ਜੀ। ਇਹਨਾਂ ਦਾ ਜਿਹੜਾ ਸਵਾਲ ਹੈ ਬਿੰਦਰ ਕੋਲੀਆਂਵਾਲ ਜੀ ਦਾ, ਉਹ
ਇਸ ਲਈ ਹੈ ਕਿ ਪਾਠਕ ਪੜ੍ਹ ਨਹੀਂ ਰਹੇ, ਪਾਠਕ ਕਿਤਾਬ ਤੋਂ ਦੂਰ ਜਾ ਰਹੇ ਨੇ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਲੇਕਿਨ ਮੈਂ ਇੱਥੇ ਜਿੰਨੇ ਵੀ ਇਸ ਵਕਤ ਲਿਖਣ ਵਾਲੇ ਬੈਠੇ ਨੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਸ਼ਾਮਲ ਕਰਕੇ ਇਹ ਗੱਲ ਰੱਖਣਾ ਚਾਹੁੰਦਾ ਹਾਂ। ਮੈਨੂੰ ਲੱਗਦਾ ਕਿ ਜਿਹੜਾ ਹੁਣ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਬੰਦਾ 2021 ਚ ਲਿਖ ਰਿਹਾ ਹੈ, ਉਹਦੇ ਵਾਸਤੇ ਚੁਣੌਤੀ ਅੱਗੇ ਨਾਲੋਂ ਜ਼ਿਆਦਾ ਵੱਡੀ ਹੈ। ਚੁਣੌਤੀ ਕਿਸ ਰੂਪ ਦੇ ਵਿੱਚ ਵੱਡੀ ਹੈ? ਚੁਣੌਤੀ ਇਸ ਰੂਪ ਦੇ ਵਿੱਚ ਵੱਡੀ ਹੈ ਕਿ ਹੁਣ ਤੁਹਾਡੇ ਕੋਲ ਜਿਹੜਾ ਆਸੇ-ਪਾਸੇ ਦੀ ਜ਼ਿੰਦਗੀ ਹੈ ਉਹਨੂੰ ਦਿਖਾਉਣ ਵਾਲਾ ਇੰਨਾ ਕੁਝ ਮੌਜੂਦ ਹੈ ਔਰ ਉਹਨੂੰ ਤਸਵੀਰਾਂ ਦੇ ਨਾਲ ਆਧਾਰ ਦੇ ਤੌਰ ਤੇ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੀ ਇੱਕ ਮਿੰਟ ਦੀ ਜਿਹੜੇ ਉੱਥੋਂ ਲਾਈਵ ਟੈਲੀਕਾਸਟ ਹੋ ਰਹੇ ਨੇ, ਉੱਥੇ ਕਿਸ ਤਰੀਕੇ ਦਾ ਸਾਰਾ ਕੁਝ ਹੋ ਰਿਹਾ ਹੈ, ਉਹ ਸਾਰਾ ਕੁਝ ਦਿਖਾਇਆ ਜਾ ਰਿਹਾ। ਹੁਣ ਲੇਖਣ ਵਾਲਿਆਂ ਲਈ ਬਹੁਤ ਵੱਡੀ ਚੁਣੌਤੀ ਹੈ ਕਿ ਉਹਨਾਂ ਨੇ ਕੀ ਲਿਖਣਾ ਹੈ। ਉਹਨਾਂ ਦੇ ਉੱਥੇ ਪਕਾਈਆਂ ਜਾ ਰਹੀਆਂ ਰੋਟੀਆਂ, ਉੱਥੇ ਖੜੀਆਂ ਟਰਾਲੀਆਂ, ਉਹਨਾਂ ਦਾ ਵਰਣਨ ਕਰਨਾ ਹੈ। ਜੇ ਉਹ ਇੱਥੋਂ ਤੱਕ ਵਰਣਨ ਕਰਨਗੇ ਤਾਂ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਅੱਜ ਦੇ ਯੁੱਗ ਵਿੱਚ ਸਵੀਕਾਰੀ ਨਹੀਂ ਜਾਏਗੀ। ਇਹ ਇੱਕ ਬਹੁਤ ਵੱਡਾ ਚੈਲੰਜ ਆ ਗਿਆ ਸਾਡੇ ਜਿਹੜੇ ਅਸੀਂ ਲਿਖਣ ਵਾਲੇ ਲੋਕ ਆ। ਜੇ ਤੁਸੀਂ ਉਹ ਜੋ ਦੇਖ ਰਿਹਾ ਉਹ ਤੋਂ ਪਾਰ ਜਿਹੜਾ ਨਹੀਂ ਦੇਖਦਾ, ਕੈਮਰੇ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਉਸ ਸਾਰੇ ਕੁਝ ਖਤਮ ਕਰ ਦਿੱਤਾ ਗਿਆ ਹੈ, ਲੇਖਕ ਨੂੰ ਹੁਣ ਇਹ ਜ਼ਰੂਰੀ ਹੋ ਗਿਆ ਉੱਥੋਂ ਤੱਕ ਰਸਾਈ ਕਰਨਾ। ਜੇ ਉੱਥੋਂ ਤੱਕ ਰਸਾਈ ਨਹੀਂ ਕਰਦਾ ਤਾਂ ਪਾਠਕ ਜਿਹੜਾ ਹੈ, ਆਪਾਂ ਤਾਂ ਪਾਠਕ ਨੂੰ ਘੋਸ਼ਣਾ ਦੇ ਦਈਏ ਕਿ ਪਾਠਕ ਕਿਤਾਬ ਤੋਂ ਇਹ ਹੋ ਗਿਆ। ਪਾਠਕ ਕਿਤਾਬ ਇਹ ਠੀਕ ਹੈ, ਇਹ ਸੱਚ ਹੈ ਅੱਜ ਦਾ ਕਿ ਪਾਠਕ ਜਿਹੜਾ ਹੈ ਉਹ ਸਾਡਾ ਤੁਹਾਡਾ ਖਰੀਦਿਆ ਹੋਇਆ ਹੈ। ਜਿਹੜਾ ਵਿਅਕਤੀ ਦੂਸਰਾ ਵਿਅਕਤੀ ਹੈ ਉਹਦੇ ਵਾਸਤੇ ਜਿਹੜੀ ਮੁੱਢਲੀ ਗੱਲ ਹੈ ਉਹ ਹੈਗੀ ਆਸਾਨੀ ਨਾਲ, ਕਿ ਉਹਨੂੰ ਆਸਾਨੀ ਨਾਲ ਕੀ ਪ੍ਰਾਪਤ ਹੋ ਰਿਹਾ ਹੈ। ਉਹਨੂੰ ਜਿਹੜੀ ਕਿ ਜੇ ਉਹੀ ਗਿਆਨ ਦਾ ਉਹੀ ਗਿਆਨ ਦੀ ਚੀਜ਼, ਉਹ ਸਾਰਾ ਕੁਝ ਸੋਚ ਦੀ ਚੀਜ਼ ਉਹਨੂੰ ਉਸ ਤਰੀਕੇ ਤੇ ਪੈਦਾ ਮਿਲ ਜਾਏਗੀ ਤਾਂ ਉਹ ਸੌਖੇ ਰੂਪ ਜਿਹੜੀ ਮਿਲ ਜਾਏਗੀ। ਉਹ ਬੈਠਾ ਹੈ ਸੁਣ ਰਿਹਾ ਗੱਲਬਾਤ ਤਾਂ ਉਧਰ ਨੂੰ ਜਾਏਗਾ, ਕਿਤਾਬ ਵੱਲ ਨਹੀਂ ਜਾਏਗਾ। ਕਿਤਾਬ ਇਸ ਕਰਕੇ ਕਿਤਾਬ ਵਾਲਿਆਂ ਵਾਸਤੇ ਇੱਕ ਵੱਡਾ ਚੈਲੰਜ ਪੈਦਾ ਹੋ ਗਿਆ ਕਿ ਉਹਨਾਂ ਨੇ ਉਹ ਜੋ ਸਾਰਾ ਕੁਝ ਪਰੋਸਿਆ ਗਿਆ ਹੈ ਉਸ ਤੋਂ ਜੇ ਅਗਲੀ ਗੱਲ ਕਰਨਗੇ ਤਾਂ ਫਿਰ ਜਿਹੜਾ ਹੈ ਪਾਠਕ ਨੂੰ ਉੱਥੋਂ ਤੱਕ ਆਉਣਾ ਪਏਗਾ। ਇਹ ਆਪਣੀ ਕੀਮਤ ਬਣਾਉਣੀ ਪਏਗੀ। ਇਹ ਇੱਕ ਬਹੁਤ ਵੱਡੀ ਮੁਸ਼ੱਕਤ ਵਾਲੀ ਗੱਲ ਹੈ ਕਿਉਂਕਿ ਕਿਤਾਬ ਦੇ ਜਿਹੜਾ ਲੇਖਕ ਹੈ, ਲੇਖਕ ਕੋਲ ਸ਼ਬਦ ਨਹੀਂ, ਸ਼ਬਦਾਂ ਦੇ ਰੂਪ ਦੇ ਵਿੱਚ ਲਿਖਦਾ ਹੈ, ਲੇਕਿਨ ਪੂਰੀ ਟੱਕਰ ਕਿਹਦੇ ਨਾਲ ਹੈ? ਵਿਜ਼ੂਅਲ ਮੀਡੀਆ ਦੇ ਨਾਲ। ਵਿਜ਼ੂਅਲ ਮੀਡੀਆ ਜਿਹੜਾ ਦਿਖਾ ਰਿਹਾ ਸਾਰਾ ਕੁਝ ਔਰ ਨਾਲ ਦੀ ਨਾਲ ਉਹਦੇ ਵਿੱਚ ਇੱਕ ਬੜਾ ਚੁਸਤ ਚਲਾਕ ਐਂਕਰ ਜਿਹੜਾ ਹੈ ਉਹਦੇ ਵਿੱਚ ਆਵਾਜ਼ ਭਰ ਰਿਹਾ ਹੈ, ਉਹਦੇ ਨਾਲ ਉਸ ਹਿਸਾਬ ਨੂੰ ਇੱਕ ਸਿਰ ਦਿੱਤੇ ਹੈ ਤੇ ਲੇਖਕ ਵੀ ਤੇ ਉਹੀ ਸਿਰ ਦਿੱਤੇ ਹੈ ਔਰ ਉਹਦੇ ਵਿੱਚ ਕਿ ਉਹ ਆਪ ਹੀ ਉਹਨੂੰ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਆਪ ਹੀ ਲਿਖਣ ਵਾਲਾ ਹੈ, ਆਪ ਹੀ ਛਪਾਉਣ ਵਾਲਾ ਹੈ, ਆਪ ਹੀ ਉਹਦੀ ਪ੍ਰਮੋਸ਼ਨ ਕਰਨ ਵਾਲਾ ਹੈ। ਕੱਲਾ ਲੜਾਈ ਲੜ ਰਿਹਾ। ਲੇਕਿਨ ਜਿਹੜਾ ਦੂਜੇ ਰੂਪ ਚ ਆ ਰਿਹਾ ਉੱਥੇ ਕਿੰਨੇ ਬੰਦੇ ਨੇ, ਕਿੰਨੇ ਅਦਾਰੇ ਨੇ ਜਿਹੜੇ ਉਹਦੇ ਪਿੱਛੇ ਨੇ, ਤਾਂ ਉਸ ਸਾਰੇ ਕੁਝ ਜਿਹੜਾ ਇੱਕ ਅੱਖਰ ਵੀ ਹੈ। ਆਪਾਂ ਨੂੰ ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਤਾਂ ਉਸ ਸਾਰੀ ਸਥਿਤੀ ਦੇ ਵਿੱਚ ਜਿਹੜਾ ਲੇਖਕ ਹੈ ਉਹਨੂੰ ਬਹੁਤ ਸ਼ਿਸ਼ਟ ਰਚਨਾਵਾਂ ਲਿਖਣੀਆਂ ਪੈਣਗੀਆਂ। ਉਹ ਕਵਿਤਾ ਲਿਖ ਰਿਹਾ ਹੈ, ਨਾਵਲ ਲਿਖ ਰਿਹਾ ਹੈ, ਕਹਾਣੀ ਲਿਖ ਰਿਹਾ ਹੈ ਜਾਂ ਕੋਈ ਹੋਰ ਜਿਹੜਾ ਕੰਮ ਕਰ ਰਿਹਾ ਹੈ। ਜੇ ਉਹ ਉਸ ਤੋਂ ਪਾਰ ਦੀ ਗੱਲ ਕਰੇਗਾ ਤੇ ਉਸ ਸਵੀਕਾਰਨਯੋਗ ਹੋਏਗੀ, ਨਹੀਂ ਤੇ ਇਹ ਜਿਹੜਾ ਆਸੇ-ਪਾਸੇ ਦਾ ਲੋਕ ਨੇ ਉਹ ਭਾਵੇਂ ਦਰਸ਼ਕ ਦੇ ਰੂਪ ਦੇ ਵਿੱਚ ਜਾਂ ਪਾਠਕ ਦੇ ਰੂਪ ਦੇ ਵਿੱਚ ਉਹ ਤੁਹਾਡੀ ਚੀਜ਼ ਨੂੰ ਸਵੀਕਾਰ ਨਹੀਂ ਕਰਨਗੇ। ਕਿਤਾਬ ਤੱਕ ਲਿਜਾਣਾ ਜੇ ਹੈ ਤਾਂ ਤੁਹਾਨੂੰ ਉਸ ਤੋਂ ਪਾਰ ਦੀ, ਉਸ ਪਾਰਲੇ ਸੱਚ ਦੀ ਗੱਲ ਕਰਨੀ ਪਏਗੀ ਜਿੱਥੋਂ ਤੱਕ ਵਿਜ਼ੂਅਲ ਮੀਡੀਆ ਜਿਹੜਾ ਹੈ ਉਹ ਨਹੀਂ ਪਹੁੰਚ ਰਿਹਾ, ਜਿੱਥੋਂ ਤੱਕ ਉਸ ਨੂੰ ਨਹੀਂ ਪਹੁੰਚ ਰਿਹਾ। ਤੇ ਇਸ ਕਿਸਮ ਦੀ ਇੱਕ ਚੁਣੌਤੀ ਹੈ ਜੀ ਔਰ ਇਸ ਚੁਣੌਤੀ ਨਾਲ ਨਿਜਟਿਆ ਸਾਡੇ ਕੋਲ ਲੱਗਿਆ। ਬਹੁਤ ਕਮਾਲ ਦੀ ਗੱਲਬਾਤ ਕੀਤੀ ਹੈ ਤੇ ਮੈਨੂੰ ਲੱਗਦਾ ਡਾਕਟਰ ਥਿੰਦ ਜੀ ਨੇ ਇਹ ਇੱਕ ਜੰਗ ਦੀ ਗੱਲ ਜਾਂ ਟੱਕਰ ਦੀ ਗੱਲ ਕਰਤੀ ਵੀ ਜਿਹੜਾ ਮੀਡੀਆ ਇੱਕ ਸਰਮਾਏਦਾਰੀ ਦਾ ਪ੍ਰਬੰਧ ਆ ਤੇ ਲੇਖਕ ਨੇ ਇਕੱਲੇ ਨੇ ਜਿਹੜਾ ਉਹਦੇ ਨਾਲ ਟੱਕਰ ਲੈਣੀ ਆ ਤੇ ਤੁਸੀਂ ਆਪਦੀ ਥਾਂ, ਆਪਦੀ ਸਪੇਸ ਲੈਣੀ ਆ ਸਮਾਜ ਦੇ ਵਿੱਚ, ਚਾਹੇ ਉਹ ਲੇਖਕ ਦੇ ਤੌਰ ਤੇ ਆ, ਚਾਹੇ ਕਿਸੇ ਵੀ ਵਿਧਾ ਨਾਲ ਜੁੜਿਆ ਹੋਇਆ ਲੇਖਕ ਆ ਜਿਵੇਂ ਉਹਨਾਂ ਨੇ ਕਿਹਾ। ਤੇ ਇੱਥੇ ਇੱਕ ਮੈਂ ਥੋੜ੍ਹੀ ਜਿਹੀ ਹੋਰ ਜ਼ਿਕਰ ਕਰਨਾ ਚਾਹੁੰਦਾ। ਮੈਨੂੰ ਪ੍ਰੇਮ ਪ੍ਰਕਾਸ਼ ਦੀ ਇੱਕ ਗੱਲ ਚੇਤੇ ਆ ਗਈ। ਉਹ ਇੱਕ ਇੰਟਰਵਿਊ ਦੇ ਵਿੱਚ ਬੋਲਦੇ ਆ, ਉਹ ਕਹਿੰਦੇ ਵੀ ਮੇਰੀ ਇੱਕ ਕਹਾਣੀ ਕਪਾਲ ਕਿਰਿਆ ਉਹਨਾਂ ਦੀ ਕਹਾਣੀ ਸੀ ਜਿਹੜੀ ਜੋਗਿੰਦਰ ਰਾਹੀ ਜੀ ਜਦੋਂ ਮਤਲਬ ਇਹ ਮੰਨ ਲਓ ਵੀ ਲਾਸਟ ਦਿਨਾਂ ਦੇ ਵਿੱਚ ਹਸਪੀਟਲ ਦੇ ਵਿੱਚ ਬੈੱਡ ਤੇ ਸੀ ਤਾਂ ਉਹਨਾਂ ਦਾ ਫੋਨ ਆਇਆ ਵੀ ਬੜੀ ਯਾਰ ਕਹਾਣੀ ਤੇਰੀ ਜਚੀ, ਮੈਨੂੰ ਬੜੀ ਕਮਾਲ ਦੀ ਕਹਾਣੀ ਆ। ਤਾਂ ਮੈਂ ਲੰਮੇ ਵਿਸਤਾਰ 'ਚ ਨਹੀਂ ਜਾਊਂਗਾ। ਜਿਹੜੀ ਮੁੱਖ ਗੱਲ ਜਿਹੜੀ ਮੈਨੂੰ ਲੱਗੀ ਪ੍ਰੇਮ ਪ੍ਰਕਾਸ਼ ਦੀ,
ਉਹ ਕਹਿੰਦਾ ਵੀ ਉਹ ਕਹਾਣੀ ਮੇਰੀ ਹੈ ਹੀ ਨਹੀਂ ਸੀਗੀ, ਜਿਹੜੀ ਕਹਾਣੀ ਉਹਨਾਂ ਨੂੰ ਜੱਚ ਗਈ ਉਹ ਕਹਾਣੀ ਸੀ ਉਹਨਾਂ ਦੀ। ਤਾਂ ਮੈਨੂੰ ਲੱਗਦਾ ਵੀ ਜੇ ਅਸੀਂ ਲੋਕਾਂ ਦੀ ਕਹਾਣੀ ਲਿਖਾਂਗੇ, ਜਿਹੜੀ ਕਹਾਣੀ ਲੋਕਾਂ ਦੇ ਜੀਵਨ ਦੇ ਵਿੱਚ ਚੱਲ ਰਹੀ ਆ, ਤਾਂ ਬਿਲਕੁਲ ਥਿੰਦ ਜੀ ਨਾਲ ਮੈਂ ਸਹਿਮਤ ਹਾਂ, ਲਾਜ਼ਮੀ ਲੋਕ ਉਹਨੂੰ ਪੜ੍ਹਨਗੇ, ਉਹਦੇ ਨਾਲ ਜੁੜਨਗੇ ਜੇ ਉਹਨਾਂ ਦੀ ਗੱਲ ਉਹਦੇ ਵਿੱਚ ਹੈ। ਤਾਂ ਅਗਲੀ ਜਿਹੜਾ ਸਵਾਲ ਆ ਡਾਕਟਰ ਸੁਨੀਤਾ ਜੀ ਦਾ, ਮੈਂ ਚਾਹੂੰਗਾ ਉਹ ਆਪਣਾ ਕੈਮਰਾ ਔਨ ਕਰ ਲੈਣ ਤੇ ਉਹ ਡਾਕਟਰ ਥਿੰਦ ਜੀ ਨੂੰ ਮੁਖਾਤਬ ਹੋਣ ਆਪਣਾ ਸਵਾਲ ਲੈ ਕੇ। ਡਾਕਟਰ ਸੁਨੀਤਾ ਸਿੰਗਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸੁਖਪਾਲ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਨਾ ਤੁਹਾਡੀ ਆਲੋਚਨਾ ਤੇ ਕਾਫੀ ਕਿਤਾਬਾਂ ਪੜ੍ਹੀਆਂ ਨੇ, ਖਾਸ ਤੌਰ ਤੇ ਬਿਰਤਾਂਤ ਸ਼ਾਸਤਰ ਦੀ ਆਲੋਚਨਾ ਤੇ ਮਤਲਬ ਕਿ ਪੰਜਾਬੀ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਹੀ ਮੌਲਿਕ ਤੇ ਬਹੁਤ ਵਧੀਆ ਕੰਮ ਕੀਤਾ ਹੋਇਆ ਸਰ ਤੁਹਾਡਾ। ਬਹੁਤ ਅੱਛੀਆਂ ਕਿਤਾਬਾਂ ਨੇ ਆਲੋਚਨਾ ਤੇ ਜੋ ਮੈਂ ਪੜ੍ਹੀਆਂ। ਤੇ ਸਰ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਤੁਹਾਨੂੰ, ਜਿਵੇਂ ਆਮ ਤੌਰ ਤੇ ਅਸੀਂ ਮੱਧਕਾਲ ਦੇ ਕਵੀ ਪੜ੍ਹਦੇ ਆ, ਜਿਵੇਂ ਬਾਬਾ ਨਾਨਕ ਆ, ਜਿਵੇਂ ਸੂਫੀ ਆ, ਜਾਂ ਕੋਈ ਹੋਰ ਅਸੀਂ ਕਵੀ ਲੈ ਲਈਏ ਸਰ, ਉਹਨਾਂ ਦੀ ਕਥਨੀ ਤੇ ਕਰਨੀ ਇੱਕੋ ਜਿਹੀ ਆ। ਜੋ ਉਹ ਲੇਖਕਾਂ ਨੇ ਉਹੀ ਪੂਰੇ ਦਾ ਪੂਰਾ ਉਹਨਾਂ ਦਾ ਜੀਵਨ ਆ, ਉਹਦਾ ਜੀਵਨ ਤੇ ਲੇਖਣੀ 'ਚ ਕੋਈ ਫਰਕ ਨਹੀਂ। ਸਰ ਅੱਜ ਦੇ ਦੌਰ ਦੇ ਵਿੱਚ ਅਸੀਂ ਜਦੋਂ ਲੇਖਕਾਂ ਦੀਆਂ ਰਚਨਾਵਾਂ ਪੜ੍ਹਦੇ ਆ, ਰਚਨਾ ਹੋਰ ਹੁੰਦੀ ਆ, ਲੇਖਕ ਹੋਰ ਹੁੰਦਾ, ਉਹ ਆਮ ਜੀਵਨ ਦੇ ਵਿੱਚ ਹੋਰ ਤਰੀਕੇ ਨਾਲ ਵਿਚਰਦਾ, ਪਰ ਜਿਹੜਾ ਪਾਠਕ ਵਰਗ ਆ ਉਹਨਾਂ ਨੂੰ ਹੱਕ ਸੱਚ ਦੀ ਲੜਾਈ ਲੜਨ ਬਾਰੇ ਕਹਿ ਰਿਹਾ, ਸੱਚ ਦੇ ਰਾਹ ਤੇ ਚੱਲਣ ਬਾਰੇ ਕਹਿ ਰਿਹਾ, ਆਮ ਧਿਰ ਦੇ ਨਾਲ ਖੜਨ ਨੂੰ ਕਹਿ ਰਿਹਾ। ਸਰ ਮੇਰਾ ਸਵਾਲ ਇਹ ਆ ਕਿ ਅੱਜ ਦੇ ਲੇਖਕਾਂ ਦੀਆਂ ਲਿਖਤਾਂ ਦੇ ਵਿੱਚ ਇੰਨਾ ਗੈਪ ਕਿਉਂ ਰਹਿ ਜਾਂਦਾ ਉਹਨਾਂ ਦੇ ਕਥਨੀ ਤੇ ਕਰਨੀ ਦੀ? ਮੇਰਾ ਸਵਾਲ ਸਰ ਇਹ ਹੈ ਤੁਹਾਨੂੰ। ਸੁਨੀਤਾ ਸ਼ੁਕਰੀਆ ਜੀ। ਉਹਨਾਂ ਦਾ ਬੁਨਿਆਦੀ ਤੌਰ ਤੇ ਉਹ ਸਾਹਿਤਕਾਰ ਦੇ ਤੇ ਸਮਾਜ ਦੇ ਆਪਸੀ ਸੰਬੰਧਾਂ ਦੀ ਗੱਲਬਾਤ ਕਰ ਰਹੇ ਨੇ। ਮੈਨੂੰ ਨਾ ਉਹਨਾਂ ਦੀ ਗੱਲ ਸੁਣਦੇ ਸਾਡੇ ਬਹੁਤ ਵੱਡੇ ਕਹਾਣੀਕਾਰ ਦਲਬੀਰ ਚੇਤਰ ਹੋਰੀ ਹੈ, ਉਹਨਾਂ ਦੀ ਗੱਲ ਚੇਤੇ ਆ ਰਹੀ ਹੈ। ਚੇਤਰ ਹੋਰਾਂ ਨੇ ਨਾ ਇੱਕ ਥਾਂ ਕਿਹਾ ਸੀ, ਕਹਿੰਦੇ ਵੀ ਹੋ ਸਕਦਾ ਹੈ ਕਿ ਕੋਈ ਲਫੰਗਾ ਕਿਸਮ ਦਾ ਬੰਦਾ ਵੀ ਮਤਲਬ ਜਿਹੜਾ ਹੈ ਉਹ ਇੱਕ ਦੋ ਚੰਗੀਆਂ ਰਚਨਾਵਾਂ ਲਿਖਦਾ ਜਾਂ ਕੁਝ ਇੱਕ ਚੰਗੀਆਂ ਰਚਨਾਵਾਂ ਲਿਖਦਾ, ਪਰ ਵਧੀਆ ਇਹ ਗੱਲ ਹੈ ਕਿ ਜਿਸ ਕਿਸਮ ਦੀ ਵਾਸ਼ਨਾ ਤੁਹਾਡੀਆਂ ਰਚਨਾਵਾਂ ਵਿੱਚੋਂ ਵੀ ਆਉਂਦੀ ਹੈ, ਉਸ ਕਿਸਮ ਦੀ ਵਾਸ਼ਨਾ ਜਿਹੜੀ ਹੈ ਜੇ ਪੂਰੀ ਨਹੀਂ ਤਾਂ ਥੋੜੀ ਬਹੁਤੀ ਤੁਹਾਡੀ ਸ਼ਖਸੀਅਤ ਵਿੱਚੋਂ ਆ। ਦੇਖੋ ਇਹ ਹਮੇਸ਼ਾ ਇੱਕ ਤਮੰਨਾ ਰਹੀ ਹੈ, ਕਥਨੀ ਤੇ ਕਰਨੀ ਜਿਹੜੀ ਹੈ ਉਹਦਾ ਜਿਹੜਾ ਸੁਮੇਲ ਹੈ, ਔਰ ਇਹ ਸੁਮੇਲ ਬਿੰਦੂ ਜਿਹੜਾ ਹੈ ਇਹਦੀ ਤਲਾਸ਼ ਹਮੇਸ਼ਾ ਹੀ ਰਹੀ ਹੈ। ਔਰ ਇਹ ਚੰਗੇ ਮਨੁੱਖ ਬਣਨ ਦੀ ਜਿਹੜੀ ਯਾਤਰਾ ਹੈ ਇਹ ਸਦਾ ਰਹੀ ਹੈ ਤੇ ਸਦਾ ਰਹਿਣੀ ਚਾਹੀਦੀ ਹੈ। ਮੱਧਕਾਲ ਦੇ ਮੈਂ ਮਤਲਬ ਉਹਦੇ ਚੋਂ ਇੱਕ ਤਾਂ ਉਹ ਤੇ ਰਹਿਣਾ ਜਿਹਨਾਂ ਨੂੰ ਅਸੀਂ ਗੁਰੂ ਜਾਂ ਆਪਣੇ ਸੂਫੀਆਂ ਦੇ ਰੂਪ ਵਿੱਚ ਲੈ ਲਿਆ, ਉਹਨਾਂ ਤੇ ਤਾਂ ਆਪਾਂ ਟਿੱਪਣੀ ਹੀ ਨਹੀਂ ਕਰਦੇ। ਪਰ ਮੈਨੂੰ ਜੇ ਉਹਨੂੰ ਮਨੁੱਖੀ ਵਰਤਾਰੇ ਦੇ ਤੌਰ ਤੇ ਦੇਖੀਏ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਵਖਰੇਵੇਂ ਤਾਂ ਉਸ ਵਕਤ ਵੀ ਰਹੇ ਹੋਣਗੇ। ਇਹ ਦੋ ਗੱਲਾਂ ਦਾ ਜਿਹੜੀ ਚੁਣੌਤੀ ਹੈ ਨਾ, ਕਿ ਜਿਸ ਕਿਸਮ ਦਾ ਕਹਿਣਾ ਤੇ ਉਸ ਕਿਸਮ ਦਾ ਹੀ ਹੋਣਾ, ਇਹ ਚੁਣੌਤੀ ਹਮੇਸ਼ਾ ਰਹੀ ਹੋਈ। ਇਹ ਚੁਣੌਤੀ ਮੱਧਕਾਲ 'ਚ ਵੀ ਰਹੀ ਹੋਏਗੀ, ਔਰ ਇਹ ਚੁਣੌਤੀ ਜੇ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਉਸ ਚੋਂ ਕੱਢ ਕੇ ਜੇ ਉਹਨਾਂ ਨੂੰ ਇੱਕ ਸਾਹਿਤਕ ਤੌਰ ਤੇ ਦੇਖਾਂਗੇ ਤੇ ਸ਼ਾਇਦ ਚੁਣੌਤੀਆਂ ਉਹਨਾਂ ਲਈ ਵੀ ਰਹੀਆਂ ਹੋਣਗੀਆਂ, ਪਰ ਉਹਨਾਂ ਨੇ ਆਪਣੇ ਵੱਡੇ ਇਤਿਹਾਸਕ ਕਾਰਨਾਮਿਆਂ ਦੇ ਨਾਲ ਉਸ ਜੋ ਲਿਖਤ ਹੈ ਉਹਨੂੰ ਸਿੱਧ ਕੀਤਾ ਹੈ। ਤੇ ਕੁਦਰਤੀ ਗੱਲ ਹੈ ਇਸ ਕਿਸਮ ਦੀ ਜਿਹੜੀ ਤਵੱਕੂ ਰੱਖਣੀ ਉਹ ਹਰ ਯੁੱਗ ਦੇ ਵਿੱਚ ਹੀ ਮਤਲਬ ਸੁਭਾਵਿਕ ਹੈ। ਔਰ ਲੇਖਕ ਜੇ ਬਹੁਤਾ ਨਹੀਂ ਤੇ ਜਿਵੇਂ ਮੈਂ ਕਿਹਾ ਚੇਤਨ ਹੋਰਾਂ ਦੀ ਗੱਲ ਦੇ ਨਾਲ ਕਿ ਥੋੜੀ ਉਹ ਬਹੁਤੀ ਵਾਸ਼ਨਾ ਤੋਂ ਉਹਦੀ ਸ਼ਖਸੀਅਤ ਚੋਂ ਆਉਣੀ ਚਾਹੀਦੀ ਹੈ। ਤੇ ਜਿਹੜੇ ਸਾਡੇ ਐਸੀ ਗੱਲ ਨਹੀਂ ਹੈ, ਇਹ ਉਹ ਨਿਰਾਸ਼ਾਕੁਨ ਸਥਿਤੀ ਨਹੀਂ ਹੈ। ਜਿਹੜੇ ਸ਼ਬਦਾਂ ਨਾਲ ਜੁੜੇ ਹੋਏ ਲੋਕ ਨੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਜਿਸ ਕਿਸਮ ਦਾ ਉਹਦੇ ਚ ਕਹਿੰਦੇ ਨੇ ਉਸ ਕਿਸਮ ਦੀ ਹੀ ਜ਼ਿੰਦਗੀ ਜੀਂਦੇ ਨੇ, ਇਹ ਸ਼ਾਇਦ, ਲੇਕਿਨ ਉਹ ਦਰਜਾ ਬਦਰਜਾ ਕੋਈ 50% ਤੇ ਖੜਾ ਹੈ, ਕੋਈ 60% ਤੇ ਖੜਾ ਹੈ, ਕੋਈ 70-80 ਤੇ ਵੀ ਖੜਾ ਹੈ। ਇਸ ਕਿਸਮ ਨਾਲ ਦਰਜਾ ਬਦਰਜਾ ਹੈਗੇ ਨੇ।
ਇਸ ਤਰ੍ਹਾਂ ਨਾ ਸੋਚੋ ਕਿ ਵੀ ਜੋ ਹੁਣ ਲਿਖਦੇ ਨੇ ਹੁਣ ਕੋਈ ਇਦਾਂ ਦੇ ਵਿਅਕਤੀ ਨਹੀਂ ਹੈਗੇ। ਇਹ ਜਿਹੜੀ ਸੰਘਰਸ਼ ਕਰਦਾ ਹੈ ਇਹ ਸਦਾ ਚੱਲਦੀ ਰਹੀ ਹੈ ਤੇ ਸਦਾ ਚੱਲਦੀ ਰਹਿਣੀ ਹੈ। ਇਹ ਦੂਜਿਆਂ ਨੂੰ ਕਹਿਣ ਨਾਲੋਂ ਆਪਣੇ ਆਪ ਨੂੰ ਫਰੋਲਣ ਦੀ ਜਿਹੜੀ ਵੱਧ ਗੱਲ ਹੈ, ਆਪਣਾ ਫਰੋਲੀਏ। ਬਾਕੀ ਇਸ ਗੱਲ ਨਾਲ ਕੋਈ ਕਿੰਤੂ ਨਹੀਂ ਕਿ ਇਹਨਾਂ ਦੋਨਾਂ ਗੱਲਾਂ 'ਚ ਜਿੰਨਾ ਖੂਬਸੂਰਤ ਸੁਮੇਲ ਹੋ ਜਾਏ। ਹਾਂ, ਕਈ ਲੋਕ ਖਹਿੜਾ ਛਡਾਉਂਦੇ ਨੇ ਇਸ ਗੱਲ ਤੋਂ ਕਿ ਜ਼ਰੂਰੀ ਥੋੜ੍ਹਾ ਹੈ ਕਿ ਜਿਹੜਾ ਬਹੁਤ ਬੁਲੰਦ ਸ਼ਖਸੀਅਤ ਵਾਲਾ ਬੰਦਾ ਉਹ ਉਹੀ ਬੁਲੰਦ ਸਾਹਿਤ ਰਚੇਗਾ। ਪਰ ਮੈਂ ਫਿਰ ਉਹੀ ਗੱਲ ਕਿ ਲਫੰਗੇ ਕਿਸਮ ਦਾ ਬੰਦਾ ਵੀ ਵਧੀਆ ਰਚਨਾਵਾਂ ਲਿਖ ਸਕਦਾ ਹੈ, ਪਰ ਉਸਦੀ ਲਫੰਗਗੀ ਨੇ ਜਿਹੜਾ ਨੁਕਸਾਨ ਪਹੁੰਚਾਇਆ ਹੁੰਦਾ ਹੈ ਸਮਾਜ ਨੂੰ, ਉਹ ਆਪਣੇ ਥਾਂ ਤੇ ਹੁੰਦਾ ਹੈ, ਉਹਦੀਆਂ ਰਚਨਾਵਾਂ ਆਪਣੇ ਥਾਂ ਤੇ ਹੁੰਦੀਆਂ। ਇਸ ਕਰਕੇ ਜੇ ਇਹਦੇ ਵਿੱਚ ਸੁਮੇਲ ਹੋ ਜਾਏ, ਸ਼ਖਸੀਅਤ ਵੀ ਬੁਲੰਦ ਹੋਵੇ ਤੇ ਰਚਨਾ ਵੀ ਬੁਲੰਦ ਹੋਵੇ, ਤੇ ਫਿਰ ਇਹ ਕਮਾਲ ਹੋ ਜਾਂਦੀ ਹੈ। ਔਰ ਇਸ ਕਮਾਲ ਲਈ ਸਾਰਿਆਂ ਨੂੰ ਸੋਚਣਾ ਚਾਹੀਦਾ, ਇਹਦੇ ਬਾਰੇ ਕੋਈ ਨਹੀਂ। ਜੀ ਬਿਲਕੁਲ। ਮੈਨੂੰ ਲੱਗਦਾ ਵੀ ਜਿਹੜੇ ਪਾਠਕ ਆ ਉਹ ਰਚਨਾਵਾਂ ਪੜ੍ਹਨ ਤੋਂ ਬਾਅਦ ਲੇਖਕ ਤੋਂ ਇਹੀ ਤਵੱਕੋਂ ਰੱਖਦੇ ਆ ਵੀ ਇੱਕ ਬਿੰਬ ਉਸਰ ਜਾਂਦਾ ਨਾ, ਕੋਈ ਲੇਖਕ ਦੀ ਰਚਨਾ ਪੜ੍ਹਨ ਦੇ ਨਾਲ ਤਾਂ ਇੱਕ ਬਿੰਬ ਬਣ ਜਾਂਦਾ ਲੇਖਕ ਦੇ ਪ੍ਰਤੀ ਪਾਠਕ ਦੇ ਮਨ ਦੇ ਵਿੱਚ। ਤਾਂ ਉਹ ਸੋਚਦਾ ਵੀ ਇਸੇ ਤਰ੍ਹਾਂ ਦਾ ਹੀ ਲੇਖਕ ਜਿਹੜਾ ਵਾਸਤਵਿਕ ਦੇ ਵਿੱਚ ਵੀ ਹੋਊਗਾ। ਪਰ ਉਹ ਬਿਲਕੁਲ ਥਿੰਦ ਸਾਹਿਬ ਦੀ ਗੱਲ ਠੀਕ ਆ ਵੀ ਥੋੜ੍ਹਾ ਬਹੁਤ ਅੰਤਰ ਤਾਂ ਦਿਖਦਾ ਸਾਨੂੰ, ਜਾਂ ਬਹੁਤਾ ਅੰਤਰ ਵੀ ਬਹੁਤੀਆਂ ਥਾਵਾਂ ਤੇ ਦਿਖਦਾ। ਤਾਂ ਇੱਕ ਤਾਂ ਸਾਡੇ ਬੜੇ ਦੋਸਤਾਂ ਦੇ ਕਈਆਂ ਦੇ ਸਵਾਲ ਆ ਰਹੇ ਆ, ਤਾਂ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ ਵੀ ਸਾਰਿਆਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਥੋੜ੍ਹਾ ਜਿਹਾ ਵੇਟ ਜ਼ਰੂਰ ਕਰਨਾ ਪਊਗਾ ਕਿਉਂਕਿ 3-4 ਬੰਦੇ ਹਮੇਸ਼ਾ ਲਾਈਨ ਦੇ ਵਿੱਚ ਹੀ ਰਹਿੰਦੇ ਆ। ਤਾਂ ਪਹਿਲਾਂ ਮੈਂ ਚਾਹੂੰਗਾ ਪ੍ਰੋਫੈਸਰ ਬਲਵਿੰਦਰ ਜੀ ਆਪਣਾ ਸਵਾਲ ਰੱਖਣ। ਪ੍ਰੋਫੈਸਰ ਬਲਵਿੰਦਰ ਜੀ, ਉਸ ਤੋਂ ਬਾਅਦ ਸੁਖਨ ਜੀ, ਤੇ ਉਸ ਤੋਂ ਬਾਅਦ ਇੱਕ ਸੱਜਣ ਸਾਡੇ ਨਾਲ ਜੁੜੇ ਆ ਟੀਚਰ ਚੈਨਲ ਦੇ ਨਾਂ ਹੇਠ ਮੈਨੂੰ ਦਿਖਾਈ ਦੇ ਰਹੇ ਆ। ਤਾਂ ਅਗਲੀ ਟਰਨ ਉਹਨਾਂ ਦੀ ਹੋਊਗੀ, ਉਹ ਆਪਣੇ ਸਮੇਂ ਦੇ ਲਈ ਪ੍ਰਪੇਅਰ ਰਹਿਣ। ਪ੍ਰੋਫੈਸਰ ਬਲਵਿੰਦਰ ਚਹਿਲ ਜੀ। ਮੇਰੀ ਆਵਾਜ਼ ਆ ਰਹੀ ਹੈ? ਪ੍ਰੋਫੈਸਰ ਬਲਵਿੰਦਰ ਚਹਿਲ ਜੀ, ਜੇ ਤੁਸੀਂ ਸ਼ਾਮਲ ਹੋ ਸਾਡੇ ਨਾਲ ਤਾਂ ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਹਾਂਜੀ। ਇੱਕ ਮੈਂ ਨਾ ਗੱਡੀ ਚਲਾ ਰਿਹਾ ਸੀ, ਐਕਚੁਅਲੀ ਇਸ ਰਸਤੇ ਸੀਗੇ। ਹਾਂਜੀ, ਸਤਿ ਸ਼੍ਰੀ ਅਕਾਲ ਜਨ ਸਾਹਿਬ। ਸਤਿ ਸ਼੍ਰੀ ਅਕਾਲ ਚਹਿਲ ਸਾਹਿਬ। ਹਾਂਜੀ ਸਰ, ਮੈਂ ਸੌਰੀ, ਪਹਿਲਾਂ ਤਾਂ ਰਸਤੇ 'ਚ ਆ ਰਿਹਾ ਸੀਗਾ ਤੇ ਤਾਂ ਕਰਕੇ ਮੈਂ ਗੱਡੀ ਰੋਕ ਕੇ ਥੋੜਾ ਲੇਟ ਹੋ ਗਿਆ। ਤੇ ਸਰ, ਜਿੱਦਾਂ ਤੁਸੀਂ ਗੱਲ ਕੀਤੀ ਆ ਪਹਿਲਾਂ ਕਿ ਕਾਲਜਾਂ ਦਾ ਜਾਂ ਦੁਕਾਨ ਦਾ, ਉਹ ਅਸੀਂ ਵੀ ਸਾਰੇ ਭੁੱਲ ਰਹੇ ਹਾਂ। ਹਰਿੰਦਰ ਜੀ ਨੇ ਵੀ ਗੱਲ ਕੀਤੀ ਸੀ। ਅਸੀਂ ਤੁਹਾਡੀਆਂ ਕਿਤਾਬਾਂ ਵੀ ਬਰਤਾਨ ਸੈਕਟਰ ਵਾਲੀ ਖਾਸ ਤੌਰ ਤੇ ਪੜ੍ਹਦੇ ਰਹੇ ਹਾਂ। ਤੇ ਸਰ, ਮੇਰਾ ਨਾ ਇੱਕ ਸਵਾਲ ਸੀਗਾ ਬਰਤਾਨ ਵਾਲੀ ਆਪਣੀ ਕਹਾਣੀ ਬਾਰੇ ਖਾਸ ਤੌਰ ਤੇ। ਤੇ ਕਿਹਾ ਜਾਂਦਾ ਹੈਗਾ ਕਿ ਪੰਜਾਬੀ ਕਹਾਣੀ ਆ ਜਿਹੜੀ ਵਿਸ਼ਵ ਤੇ ਸਾਹਿਤ ਦੇ ਹਾਨ ਦੀ ਹੋ ਚੁੱਕੀ ਆ ਪੰਜਾਬੀ ਦੀ, ਜਾਂ ਮੈਂ ਉਲਟਾ ਕਰਕੇ ਕਹਾਂ ਕਿ ਜਿਹੜੇ ਸਾਡੇ ਕਵਿਤਾ ਦੇ ਰੂਪ ਆ ਉਹ ਹੁਣ ਪੜ੍ਹੀ ਨਹੀਂ ਜਾ ਰਹੀ, ਜਾਂ ਨਾਵਲ ਵੀ ਸਾਡਾ ਚੁਣਿੰਦਾ ਨਾਵਲਕਾਰ ਸਾਡੇ ਕੋਲ ਨੇ ਜਿਨ੍ਹਾਂ ਦਾ ਨਾਮ ਲੈ ਸਕਦੇ ਹਾਂ। ਤਾਂ ਕਹਾਣੀ ਪੰਜਾਬੀ ਦੀ ਬੜੀ ਸਮਰਥ ਹੈਗੀ ਆ, ਖਾਸ ਤੌਰ ਤੇ ਸਮਕਾਲੀ ਪਹਿਲਾਂ ਵੀ ਰਹੀ ਆ, ਸਮਕਾਲੀ ਵੀ ਉਸੇ ਸਮਰਥਾ ਨਾਲ ਕਹਾਣੀ ਲਿਖੀ ਜਾਂਦੀ ਆ। ਤਾਂ ਇਹਨੂੰ ਤੁਸੀਂ ਇਹਦਾ ਕਿ ਚਾਹੇ ਪੰਜਾਬੀ ਦੇ ਜਿਹੜੇ ਸਾਹਿਤ ਰੂਪ ਆ ਉਹਨਾਂ ਦੇ ਮੁਕਾਬਲੇ ਤਾਂ ਵਿਸ਼ਵ ਦੇ ਸਾਡੀ ਪੰਜਾਬੀ ਦਾ ਭਾਸ਼ਾਵਾਂ ਦੇ ਫਾਸਲੇ ਹੋਣ ਇਹ ਵੀ ਕਹਾਣੀ ਆ ਸਾਡੀ। ਤਾਂ ਕੀ ਕਾਰਨ ਆ? ਮੇਰਾ ਸਵਾਲ ਇਹ ਆ, ਇਹ ਕਾਰਨ ਆ ਕਿ ਕਹਾਣੀ ਪਰ ਸਾਡੇ ਇੱਦਾਂ ਅੱਗੇ ਲੰਘ ਕੇ, ਜਾਂ ਦੂਸਰੇ ਰੂਪ ਮੈਂ ਕਹੂੰਗਾ ਕਿ ਪਛੜੇ ਕਿਉਂ ਰਹਿ ਗਏ? ਭਲਾ ਢੂੰਡਨੇ ਨਹੀਂ, ਫਿਰ ਵੀ ਇੱਕ ਕਹਾਣੀ ਸਾਡੀ ਇਸ ਟਾਈਮ ਜਿਵੇਂ ਕਹਿਣਾ ਪ੍ਰਤੀ ਨਹੀਂ ਦੱਸ ਸਕਦੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦਾ? ਇਹ ਤਾਂ ਮੈਂ ਸਿਰਾਂ ਤੇ ਕਿਸੇ ਸਥਾਨ ਦੀਆਂ ਸਥਿਤੀਆਂ ਹੁੰਦੀਆਂ ਨੇ। ਇਹ ਦੋ ਗੱਲਾਂ ਨੇ ਇਹਦੇ ਵਾਸਤੇ। ਇੱਕ ਤਾਂ ਆਪਾਂ ਜੇ ਕਹੀਏ ਵੀ ਪਿੰਡ 'ਚ ਫਲਾਨਾ ਬੰਦਾ ਜਿਹੜਾ ਯਾਰ ਉਹ ਬੜੀ ਤਰੱਕੀ ਕਰ ਗਿਆ, ਉਹਨਾਂ ਨੇ 5 ਕਿੱਲਿਆਂ ਤੋਂ 25 ਕਿੱਲੇ ਬਣਾ ਲਏ, ਤੇ ਇਹ ਕਿੱਦਾਂ ਵਾਪਰ ਗਿਆ? ਦੇਖੋ, ਇਹਦੇ 'ਚ ਦੋ ਗੱਲਾਂ ਨੇ। ਇੱਕ ਤਾਂ ਇਹ ਹੈਗਾ ਕਿ ਉਹ ਤੁਹਾਡਾ ਆਸੇ ਪਾਸੇ ਦਾ ਜਿਹੜਾ ਥਾਂ ਹੈ, ਜਰਖੇਜ਼ ਕੋਈ ਥਾਂ ਹੁੰਦਾ, ਕਿਸੇ ਥਾਂ ਤੇ ਕੋਈ ਚੀਜ਼ ਵਿਕਸਿਤ ਹੋਣੀ ਹੁੰਦੀ ਹੈ। ਤਾਂ ਇਹ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਮਾਂ ਹੈ ਉਹ ਪੰਜਾਬੀ ਲਈ ਗਲਪ ਵਾਸਤੇ ਬੜਾ ਜਿਹਨੂੰ ਕਹ ਲਓ ਵਧੀਆ ਮਤਲਬ ਮਾਹੌਲ ਵਾਲਾ ਜਿਹੜਾ ਵਾਤਾਵਰਨ ਹੈ ਸਾਰਾ ਜਿਹੜਾ ਜੋ ਸਾਡੇ ਆਸੇ ਪਾਸੇ ਦੀ ਫਿਜ਼ਾ ਹੈ ਪੰਜਾਬ ਦੀ,
ਦੂਸਰਾ ਜਿਹੜਾ ਮੈਂ ਇਹਦੇ 'ਚ ਵੱਡਾ ਕਾਰਨ ਮੈਂ ਸਮਝਦਾ ਕਿ ਕਈ ਵਾਰ ਨਾ ਕਿਸੇ ਵਿਧਾ ਨੂੰ ਬਹੁਤ ਤਕੜੇ ਬੰਦੇ ਨਸੀਬ ਹੋ ਜਾਂਦੇ ਨੇ। ਸਾਡੇ ਕੋਲ ਵੀ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਸ਼ੁਰੂ ਤੋਂ ਹੀ ਜੇ ਮੋਹਨ ਸਿੰਘ ਵੈਦ ਹੋਰਾਂ ਤੋਂ, ਚਰਨ ਸਿੰਘ ਸ਼ਹੀਦ ਹੋਰਾਂ ਤੋਂ ਗੱਲ ਲੈ ਲਈਏ, ਗੁਰਬਖਸ਼ ਸਿੰਘ ਹੋਰਾਂ ਤੋਂ, ਫੁੱਟਵਾਰਾ ਹੋ ਰਹੀ, ਮੋਹਨ ਭੰਡਾਰੀ ਹੋ ਰਹੀ, ਤਾਂ ਇੱਕ ਸੰਤ ਸਿੰਘ ਸੇਖੋਂ ਹੋ ਰਹੀ। ਅੱਛਾ, ਉਸ ਤੋਂ ਬਾਅਦ ਫਿਰ ਵਿਰਕ ਵਰਗਾ ਸਾਡੇ ਕੋਲ ਇਸ ਕਿਸਮ ਦਾ ਵਿਅਕਤੀ, ਉਸ ਤੋਂ ਬਾਅਦ ਬਰਿਆਮ ਸਿੰਘ ਸੰਧੂ ਹੋ ਰਹੀ, ਦਲਵੀਰ ਕੀਰਤਨ ਹੋ ਰਹੀ, ਪ੍ਰੇਮ ਪ੍ਰਕਾਸ਼ ਹੋ ਰਹੀ, ਅਤਰਜੀਤ ਹੋ ਰਹੀ, ਇੰਨੇ ਮਤਲਬ ਪ੍ਰੇਮ ਗੋਰਖੀ ਜੀ, ਕਿਰਪਾਲ ਕਜਾਕ ਹੋ ਰਹੀ, ਮਤਲਬ ਮੋਹਨ ਭੰਡਾਰੀ ਜੀ, ਤੁਸੀਂ ਨਾਮ ਲੈਂਦੇ ਥੱਕ ਜਾਂਦੇ ਹੋ। ਇੰਨੇ ਵਧੀਆ ਰਚਨਾ ਕਰਨ ਵਾਲੇ ਨੇ, ਵਧੀਆ ਰਚਨਾਕਾਰੀ ਕਰਨ ਵਾਲੇ। ਤਾਂ ਉਹ ਫਿਰ ਜਿਹੜੀ ਬੁਨਿਆਦ ਜਦੋਂ ਇਸ ਕਿਸਮ ਦੀ ਬਣ ਜਾਏ ਨਾ, ਜਦੋਂ ਮੈਂ ਸਮਝਦਾ ਕਿ ਸਾਡੇ ਜਦੋਂ ਮੈਂ ਤੁਹਾਨੂੰ ਉਦਾਹਰਨ ਦਿੱਤੀ 5 ਤੋਂ 25 ਬਣ ਗਏ, ਤੇ ਉਹ ਜਿਹੜੀ ਬਜ਼ੁਰਗਾਂ ਨੇ ਮਿਹਨਤ ਮਾਰੀ ਹੁੰਦੀ ਨਾ, ਫਿਰ ਉਹ ਅਗਲੀਆਂ ਪੀੜ੍ਹੀਆਂ ਦੇ ਕੰਮ ਆਉਂਦੀ ਹੈ। ਤੇ ਮੈਨੂੰ ਲੱਗਦਾ ਕਿ ਉਹ ਜਿਹੜੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੇ ਰੂਪ ਦੇ ਵਿੱਚ, ਜਾਂ ਚਰਨ ਸਿੰਘ ਸ਼ਹੀਦ ਹੋਰਾਂ ਦੇ, ਮੋਹਨ ਸਿੰਘ ਵੈਦ ਹੋਰਾਂ ਦੇ ਰੂਪ ਵਿੱਚ, ਉਹ ਜਿਹੜੇ ਉਹਨਾਂ ਨੇ ਜਿਹੜੀਆਂ ਮੋਹਰੀਆਂ ਗੱਡੀਆਂ ਨਾ, ਤੇ ਉਸ ਤੋਂ ਬਾਅਦ ਫਿਰ ਉਸ ਤੇ ਸੰਤ ਸਿੰਘ ਸੇਖੋਂ ਵਰਗੇ ਨੇ ਉਸ ਦੇ ਵਿੱਚ ਅਗਲੇ ਆਪਣੇ ਗੇੜੇ ਘੱਤੇ, ਤੇ ਉਸ ਤੋਂ ਬਾਅਦ ਆਪਣੇ ਵਿਰਕ ਸਾਹਿਬ ਵਰਗਿਆਂ ਨੇ, ਬਰਿਆਮ ਸੰਧੂ ਵਰਗਿਆਂ ਨੇ, ਪ੍ਰੇਮ ਪ੍ਰਕਾਸ਼ ਹੋਰਾਂ ਵਰਗਿਆਂ ਨੇ, ਕਿਰਪਾਲ ਕਜਾਕ, ਪ੍ਰੇਮ ਗੋਰਖੀ, ਕਿੰਨੀ ਸਾਡੇ ਕੋਲ ਅਮੀਰ ਮਤਲਬ ਇਹ ਪੰਜਾਬੀ ਦੀ ਕਹਾਣੀ ਦਾ ਖੇਤਰ ਹੈ। ਤਾਂ ਉਸ ਤੋਂ ਬਾਅਦ ਇਹ ਸਿਲਸਿਲਾ ਰੁਕਦਾ ਨਹੀਂ। ਫਿਰ ਉਹ ਜਦੋਂ ਇਸ ਕਿਸਮ ਦੀ ਪਰੰਪਰਾ ਹੋਵੇ ਤਾਂ ਉਸ ਤੋਂ ਬਾਅਦ ਫਿਰ ਸਾਡੇ ਕੋਲ ਸੁਰਜੀਤ ਵਰਗੇ, ਬਲਵਿੰਦਰ ਗਰੇਵਾਲ ਵਰਗੇ, ਬਲਵਿੰਦਰ ਨਸਰਾਲੀ ਵਰਗੇ, ਤੇ ਇਹ ਮਤਲਬ ਇਹ ਸਿਲਸਿਲਾ ਚੱਲ ਮਤਲਬ ਇੱਕ ਤੋਂ ਇੱਕ ਚੜ੍ਹਦਾ। ਮੈਂ ਅਜੀਤ ਕੌਰ ਵਰਗੀ ਬਹੁਤ ਸਮਰੱਥ ਲੇਖਕਾਂ ਦਾ ਨਾਮ ਵਿੱਚ ਛੱਡ ਗਿਆ, ਤਾਂ ਉਹ ਇੱਕ ਕਹਾਣੀਕਾਰਾਂ ਦੇ ਸਾਡੇ ਕੋਲ ਹਿਸਟਰੀ ਕਹਾਣੀਕਾਰਾਂ ਦੇ ਰੂਪ ਦੇ ਵਿੱਚ ਵੀ ਬੜੀ ਇੱਕ ਸੁਖਵੰਤ ਕੌਰ ਮਾਨ ਵਰਗੀ ਸਾਡੇ ਕੋਲ ਪ੍ਰੌੜ ਗਲਪਕਾਰਾਂ, ਜਰਨੈਲ ਸਿੰਘ ਵਰਗੇ ਵਿਦੇਸ਼ਾਂ 'ਚ ਬੈਠੇ ਜਿਹੜੇ ਕਹਾਣੀਕਾਰ ਨੇ, ਤਾਂ ਉਹਨਾਂ ਨੇ ਜਿਹੜਾ ਸਾਨੂੰ ਧਰਾਤਲ ਦੇ ਦਿੱਤਾ ਨਾ ਤਿਆਰ ਕਰਕੇ ਨਾ, ਸਾਰੇ ਸਾਡੇ ਬਜ਼ੁਰਗਾਂ ਨੇ, ਵੱਡਿਆਂ ਨੇ, ਉਹਦੇ ਲਈ ਫਿਰ ਇਹ ਦੋ ਗੱਲਾਂ ਹੋ ਗਈਆਂ। ਵੈਸੇ ਇਹਦੇ ਨਾਲ ਇੱਕ ਤਾਂ ਚੈਲੰਜ ਖੜਾ ਹੋ ਗਿਆ, ਜਿਹੜੀ ਨਵੀਂ ਪੀੜ੍ਹੀ ਆਈ ਜਿੱਥੇ ਅਸੀਂ ਸ਼ਾਮਲ ਹਾਂ, ਉਹਨਾਂ ਲਈ ਇੱਕ ਹੋ ਗਿਆ ਵੀ ਹੁਣ ਆਹ ਏਦਾਂ ਦੀ ਛਾਲ ਲਾ ਕੇ ਦਿਖਾ। ਫਿਰ ਗੱਲ ਬਣ, ਹੁਣ ਜੇ ਅਗਲਿਆਂ ਨੇ 15 ਫੁੱਟ ਦੀ ਛਾਲ ਲਾਈ ਹੋਵੇ ਤੇ ਤੁਸੀਂ 10-12 ਫੁੱਟ ਤੇ 13 ਫੁੱਟ ਤੇ ਫਿਰਦੇ ਹੋ, ਤਾਂ ਅਗਲੇ ਕਹਿੰਦੇ ਵੀ ਠੀਕ ਆ ਚਲੋ ਲਾ ਲਈ ਛਾਲ, ਉਹ ਕਹਿੰਦੇ ਵੀ ਹੁਣ ਲਾ ਕੇ। ਇੱਕ ਤਾਂ ਉਹਨਾਂ ਨੇ ਮਿਆਰ ਦਿੱਤਾ ਪੰਜਾਬੀ ਕਹਾਣੀ ਦਾ, ਇਹ ਖੁਸ਼ਕਿਸਮਤੀ ਕਹਾਂਗਾ ਇਸ ਰੂਪਾਕਾਰ ਦੀ ਕਿ ਉਹਨੂੰ ਇਸ ਕਿਸਮ ਦੇ ਮਿਲੇ। ਤੇ ਅੱਗੇ ਬਾਕੀ ਕੁਝ ਵਧੀਆ ਗੱਲ ਇਹ ਵਾਪਰੀ ਕਿ ਇਸ ਪੌਦ ਨੂੰ ਅੱਗੇ, ਇਸ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਵਾਲੇ ਵੀ ਬੜੇ ਸਸ਼ਕਤ ਕਹਾਣੀਕਾਰ ਜਿਹੜੇ ਨੇ ਉਹ ਲਗਾਤਾਰ ਮਿਲਦੇ ਜਾ ਰਹੇ ਨੇ। ਮੇਰੇ ਸਮਕਾਲੀਆਂ ਦੀ ਇੱਕ ਪੂਰੀ ਦੀ ਪੂਰੀ ਪਨੀਰੀ ਜਿਹੜੀ ਹੈ, ਪਨੀਰੀ ਕੀ ਹੁਣ ਤਾਂ ਉਹ ਬੂਟੇ ਬਣੇ ਪਏ ਨੇ, ਤੇ ਉਹ ਸਾਰਾ ਕੁਝ। ਇਹ ਮੈਂ ਸਮਝਦਾ ਕਿ ਇਹਦੇ 'ਚ ਦੋ ਗੱਲਾਂ, ਇੱਕ ਇੱਥੋਂ ਦਾ ਜਿਹੜੀ ਇਹ ਫਿਜ਼ਾ ਹੈ ਪੰਜਾਬ ਦੀ, ਇਹ ਇਸ ਗਲਪੀ ਰੂਪ ਲਈ ਬੜੀ ਮਾਫਕ ਹੋਏਗੀ, ਤਾਂ ਹੀ ਇਸ ਕਿਸਮ ਦਾ ਇਹ ਰੂਪ ਵਿਕਸਿਤ ਹੋਇਆ। ਤੇ ਦੂਸਰੀ ਇਹ ਸਾਡੇ ਪੁਰਾਣੇ ਜਿਹੜੇ ਕਹਾਣੀਕਾਰ ਨੇ, ਬਜ਼ੁਰਗ ਕਹਾਣੀਕਾਰ ਨੇ, ਉਹਨਾਂ ਦੀ ਜਿਹੜੀ ਵਿਰਾਸਤ ਹੈ, ਉਹਨਾਂ ਨੇ ਜਿਹੜੇ ਕਹਾਣੀ ਦੇ ਮਾਡਲ ਫਿੱਟ ਕਰਤੇ, ਉਹਨਾਂ ਨੇ ਕਹਿਤਾ ਕਿ ਆਹ ਮਿਆਰ ਸਥਾਪਿਤ ਕੀਤੇ ਵੀ ਬੱਚਿਓ ਹੁਣ ਇਸ ਤੋਂ ਅਗਲੀ ਗੱਲ ਕਰੋ ਤੁਸੀਂ। ਇਹ ਦੋਨੇ ਗੱਲਾਂ ਜਿਹੜੀਆਂ ਨੇ ਮਹੱਤਵਪੂਰਨ, ਜਿਹਦੇ ਕਰਕੇ ਪੰਜਾਬੀ ਜਿਹੜੀ ਕਹਾਣੀ ਹੈ, ਸਾਨੂੰ ਹੁਣ ਲੱਗਦਾ ਕਿ ਇਸ ਮਤਲਬ ਹੁਣ ਨਵੇਂ ਕਹਾਣੀਕਾਰਾਂ ਨੂੰ ਪਤਾ ਹੈ, ਜਿਹੜੇ ਖੇਤਰ ਨਾਲ ਜੁੜੇ ਆ, ਵੀ ਇਸ ਤੋਂ ਘੱਟ ਗੱਲ ਨਹੀਂ ਕਰਵਾਉਣੀ। ਤੇ ਫਿਰ ਇੱਕ ਹੋਰ ਵਧੀਆ ਗੱਲ ਵੀ ਹੈ ਕਿ ਪੰਜਾਬੀ ਦੇ ਵਿੱਚ ਸਮਰੱਥ ਆਲੋਚਕ ਵੀ ਹੈ। ਡਾਕਟਰ ਧਨਵੰਤ ਨੇ ਬਹੁਤ ਕੰਮ ਤੇ ਪਹਿਲੋਂ ਜੇ ਕਿਸੇ ਵੇਲੇ ਜੋਗਿੰਦਰ ਸਿੰਘ ਰਾਈ ਹੋਰਾਂ ਦਾ ਭਾਵੇਂ ਜ਼ਿਆਦਾ ਨਾਵਲ ਦੇ ਖੇਤਰ 'ਚ ਕੰਮ ਆ, ਪਰ ਕਹਾਣੀ 'ਚ ਵੀ ਉਹਨਾਂ ਨੇ ਕੁਛ ਕੰਮ ਕੀਤਾ। ਡਾਕਟਰ TR ਵਿਨੋਦ ਹੋਰਾਂ ਵਰਗੇ ਸਿਆਣੇ ਬੰਦੇ ਵੀ ਬੇਸ਼ੱਕ ਉਹਨਾਂ ਦਾ ਖੇਤਰ ਜਿਹੜਾ ਨਾਵਲ ਨਾਲ ਜ਼ਿਆਦਾ ਸੰਬੰਧਿਤ ਰਿਹਾ, ਲੇਕਿਨ ਪਹਿਲੋਂ ਡਾਕਟਰ ਧਨਵੰਤ ਕੌਰ ਔਰ ਪਿਛਲੇ ਲੰਮੇ ਅਰਸੇ ਤੋਂ ਡਾਕਟਰ ਬਲਦੇਵ ਸਿੰਘ ਢਾਲੀਵਾਲ ਨੇ ਜਿਸ ਕਿਸਮ ਨਾਲ ਇਹ ਜਿਹੜੀ ਫਸਲ ਦੀ ਰੱਖ ਰਖਾਵ ਵੀ ਤੇ ਕਰਨਾ ਹੁੰਦਾ ਨਾ, ਇਹਦੀ ਕਾਂਡ ਛਾਂਟ ਵੀ ਤੇ ਕਰਨੀ ਹੁੰਦੀ ਹੈ ਨਾ, ਉਹ ਜਿਸ ਕਿਸਮ ਨਾਲ ਕਾਂਡ ਛਾਂਟ ਕਰਦੇ ਨੇ ਇਹਦੀ, ਤੇ ਉਹ ਦੱਸਦੇ ਨੇ ਵੀ ਭਾਈ ਆਹ ਪੌਦੇ ਦੀ ਜਾਨ ਹੈਗੀ ਤਾਂ ਕਿ ਨਹੀਂ ਹੈਗੀ, ਇਹਨੂੰ ਇੰਨੀ ਖਾਦ ਬੂਟਾ ਹੋਰ ਇਹਨੂੰ ਪਾਉਣ ਦੀ ਲੋੜ, ਇਹਨੂੰ ਇੰਨੀ ਉਹ ਸਾਰਾ ਕੁਝ ਦੱਸਦੇ ਨੇ। ਜੋ ਸਾਰੇ ਸਾਲ ਦਾ ਉਹ ਨਿਚੋੜ ਕੱਢਦੇ ਨੇ ਸਾਰੇ ਸਾਲ ਦੀਆਂ ਕਹਾਣੀਆਂ ਦਾ, ਤਾਂ ਇਹ ਵੀ ਮੈਂ ਸਮਝਦਾ ਕਿ ਉਹਨਾਂ ਦਾ ਯੋਗਦਾਨ ਹੈ।
ਉਹ ਜਿਹੜੇ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਕਮਜ਼ੋਰ ਬੂਟੇ ਉਹਨਾਂ ਨੂੰ ਛਾਂਟ ਕੇ ਪਰੇ ਰੱਖ ਦਿੰਦੇ ਨੇ। ਉਹਦੇ ਚੋਂ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਬੜੇ ਤਾਕਤਵਰ ਬੂਟੇ ਨੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਭਵਿੱਖ 'ਚ ਤਾਕਤਵਰ ਬਣਨ ਦੀ ਸੰਭਾਵਨਾ ਹੈ, ਉਹਨਾਂ ਨੂੰ ਉਹ ਨਿਖਾਰ ਕੇ ਜਿਵੇਂ ਉਹ ਪੇਸ਼ ਕਰਦੇ ਨੇ। ਤਾਂ ਇਹ ਸਾਰਾ ਕੁਝ ਰਲ ਮਿਲ ਕੇ ਜਿਹੜਾ ਇਹ ਗੱਲ ਸਿਰਜਣਾ ਤੇ ਜਿਹੜੀ ਪੰਜਾਬੀ ਦੀ ਆਲੋਚਨਾ ਹੈ ਉਹਦੇ ਸੰਗਮ ਨਾਲ ਜਿਹੜਾ ਹੈ ਖੂਬਸੂਰਤ ਹੋ ਰਿਹਾ ਹੈ, ਔਰ ਇਹ ਇੱਕ ਵਧੀਆ ਗੱਲ ਹੈ। ਜੀ ਜੀ ਬਲਵਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਬਲਵਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੁਣ ਆ ਰਹੀ ਆ? ਹਾਂਜੀ ਹਾਂਜੀ ਹਾਂ। ਤਾਂ ਸਰ ਮੈਂ ਬਸ ਸਮੇਟ ਹੀ ਰਿਹਾ ਆਪਣੀ ਗੱਲ। ਤਾਂ ਤੁਸੀਂ ਕਾਰਨ ਮੰਨਦੇ ਹੋ, ਇੱਕ ਤਾਂ ਬੁਨਿਆਦ ਇਹ ਜੀ ਰੱਖੀ ਤੇ ਇਸ ਕਹਾਣੀਕਾਰਾਂ ਵੱਲੋਂ, ਦੂਸਰਾ ਜਿਹੜੇ ਸਾਡੇ ਚਿੰਤਕ ਆ ਗਏ ਕਹਾਣੀ ਦੇ ਉਹਨਾਂ ਨੇ ਇਸ ਚੀਜ਼ ਨੂੰ ਉਭਾਰਿਆ, ਤੇ ਤੀਸਰਾ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਧਰਤੀ ਆ ਜਿਹੜੀ ਸਾਡੀ ਕਥਾ ਵਾਲੀ ਜਿਹੜੀ ਗੱਲ ਆ ਸਾਡੀ ਬਰਤਾਂਤਕਾਰੀ ਵਾਲੀ, ਉਹ ਇਹਦਾ ਕਾਰਨ। ਸ਼ੁਕਰੀਆ ਸਰ ਜੀ। ਅੱਗੇ ਮੈਂ ਸਮਾਂ ਦੇਣਾ ਚਾਹੂੰਗਾ ਮੈਡਮ, ਇੱਕ ਸਾਡੇ ਨਾਲ ਸੱਜਣ ਆ ਸਾਡੇ, ਪਤਾ ਨਹੀਂ ਕੌਣ ਆ, ਉਹਨਾਂ ਦਾ ਨਾਮ ਬੜਾ ਸ਼ਾਇਦ ਕੋਈ ਟੀਚਰ ਆ ਜੁੜੇ ਹੋਏ ਆ, ਚੈਨਲ ਟੀਚਰ ਦੇ ਨਾਂ ਤੇ ਸਾਡੇ ਨਾਲ ਜੁੜੇ ਹੋਏ ਆ, ਟੀਚਰ ਚੈਨਲ। ਤਾਂ ਉਹ ਆਪਣੀ ਗੱਲਬਾਤ ਰੱਖ ਸਕਦੇ ਆ ਤੇ ਪਲੀਜ਼ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣਾ। ਟੀਚਰ ਚੈਨਲ ਤੇ ਜੋ ਵੀ ਸੱਜਣ ਸਾਡੇ ਨਾਲ ਜੁੜੇ ਹੋਏ ਆ। ਸਰ ਮੈਂ ਸੰਦੀਪ, ਸਰ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਮੈਡਮ ਹੋ ਸਕੇ ਤਾਂ ਪਲੀਜ਼ ਆਪਣਾ ਕੈਮਰਾ ਜ਼ਰੂਰ ਔਨ ਕਰ ਲਓ ਜੇ ਪੋਸੀਬਲ ਹੈ ਤਾਂ ਮੈਡਮ। ਹਾਂਜੀ ਸਰ ਮੈਂ ਕੈਮਰਾ ਨਹੀਂ ਔਨ ਕਰ ਸਕਦੀ, ਮੈਂ ਵੈਸੇ ਸਰ ਹੁਣਾਂ ਤੋਂ ਇੱਕ ਸਵਾਲ ਪੁੱਛਣਾ ਕਾ। ਜੀ ਜੀ ਕੋਈ ਗੱਲ ਨਹੀਂ। ਹਾਂਜੀ ਸਰ ਅਸੀਂ ਤੁਹਾਡੇ ਤੋਂ ਪੜ੍ਹਦੇ ਰਹੇ ਹਾਂ, ਤੁਹਾਡੀਆਂ ਕਿਤਾਬਾਂ ਪੜ੍ਹੀਆਂ, ਤੁਹਾਡੀ ਕਹਾਣੀ ਫੁੱਲਾਂ ਦੀ ਫਸਲ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਹੀ ਪਬਲਿਸ਼ ਹੋਈ ਸੀ ਤੇ ਇਸ ਕਹਾਣੀ ਨੂੰ ਅਸੀਂ ਪੜ੍ਹਿਆ ਸੀ। ਮੈਂ ਸਰ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਹੈ ਕਿ ਲਾਕਡਾਊਨ ਪੀਰੀਅਡ ਚੱਲਿਆ, ਉਹਦੇ ਦੌਰਾਨ ਇੱਕ ਲੇਖਕ ਦੀ ਕਲਮ ਤੇ ਕੀ ਪ੍ਰਭਾਵ ਪਿਆ, ਉਸ ਬਾਰੇ ਜਰਾ ਦੱਸਣਾ। ਲਾਕਡਾਊਨ 'ਚ ਲੇਖਕ ਕਈ ਤੇ ਬਹੁਤ ਜ਼ਿਆਦਾ ਸਰਗਰਮ ਹੋ ਗਿਆ, ਸਗੋਂ ਅੰਦਰ ਰਹਿਣ ਦਾ ਤੇ ਉਹਦੇ ਕਰਕੇ ਉਹਨਾਂ ਨੂੰ ਪੜ੍ਹਨ ਦਾ ਬੜਾ ਮੌਕਾ ਮਿਲਿਆ ਤੇ ਬਹੁਤ ਕੁਝ ਮੈਂ ਹੈਰਾਨ ਰਹਿ ਗਿਆ। ਕਈਆਂ ਦੀਆਂ ਫੇਸਬੁੱਕ ਤੇ ਅੱਜ ਕੱਲ੍ਹ ਸਟੇਟਸ ਪਾਏ ਹੁੰਦੇ ਨੇ, ਕਈਆਂ ਦੀਆਂ 4 ਕਿਤਾਬਾਂ ਆਈਆਂ ਤੇ ਇਹਨਾਂ ਦਾ ਡਾਕਟਰ ਬਲਦੇਵ ਧਾਲੀਵਾਲ ਹੋਣਾ ਦਾ ਦੇਖਿਆ ਸੀ 6 ਦੇ ਕਰੀਬ ਕਿਤਾਬਾਂ ਪਿਛਲੇ ਸਾਲ ਦੇ ਵਿੱਚ ਆਈਆਂ ਨੇ ਆਲੋਚਨਾ ਨਾਲ ਸੰਬੰਧਿਤ। ਤੇ ਸਗੋਂ ਇਹ ਕੁਝ ਗੱਲਾਂ 'ਚ ਤਾਂ ਬਿਹਤਰ ਵੀ ਰਿਹਾ ਕਿ ਜਿਹੜੀ ਬੜੀ ਤੇਜ਼ ਕਲਮਕਾਰੀ ਹੋਈ ਹੈ, ਪਰ ਹਰ ਗੱਲ ਦਾ ਜਿਸ ਤਰ੍ਹਾਂ ਪੋਜ਼ਿਟਿਵ ਨੈਗੇਟਿਵ ਹੁੰਦਾ, ਉਸ ਬਹੁਤ ਜ਼ਿਆਦਾ ਕਲਮਕਾਰੀ ਦੇ ਨਾਲ ਫਿਰ ਅੰਦਰ ਬੈਠਿਆਂ ਜਦੋਂ ਝੀਟੀ ਜਾਣਾ, ਤੁਸੀਂ ਬਾਹਰਲੇ ਸੰਸਾਰ ਨਾਲ ਤੁਹਾਡਾ ਨਾਤਾ ਬਹੁਤ ਘੱਟ ਤੇ ਅੰਦਰ ਦੇ ਸੰਸਾਰ ਨਾਲ ਹੀ ਜ਼ਿਆਦਾ ਨਾਤਾ ਹੋ ਰਿਹਾ ਤੇ ਫਿਰ ਉਹਦੇ ਵਿੱਚ ਬਹੁਤ ਕੁਝ ਤੁਹਾਡੇ ਮਨ ਦੇ ਜਿਹੜੇ ਅਜੀਬੋ ਗਰੀਬ ਗੁੰਝਲਾਂ ਤੇ ਉਹ ਸਾਰਾ ਕੁਝ ਨਿਰਾਸ਼ਾਵਾਂ, ਉਹ ਸਾਰਾ ਕੁਝ ਵੀ ਤੁਹਾਡੇ ਲੇਖ ਵਿੱਚ ਆਉਂਦਾ ਤੇ ਰਲਿਆ ਮਿਲਿਆ ਜਿਹਾ ਪ੍ਰਭਾਵ ਹੈ। ਪਰ ਉਹਦਾ ਵੈਸੇ ਮੈਨੂੰ ਲੱਗਦਾ ਕਿ ਸਗੋਂ ਇਸ ਕਰੋਨਾ ਪੀਰੀਅਡ 'ਚ ਘੱਟੋ ਘੱਟ ਲੇਖਣੀ ਸਗੋਂ ਵੱਧ ਗਈ। ਜੀ ਜੀ ਬਿਲਕੁਲ। ਥੋੜਾ ਜਿਹਾ ਮੈਨੂੰ ਲੱਗਦਾ ਬਲਦੇਵ ਧਾਲੀਵਾਲ ਦੀ ਸਰ ਦੀ ਗੱਲ ਕੀਤੀ ਤਾਂ ਉਹ ਅਸੀਂ ਇੱਦਾਂ ਵੀ ਲੈ ਸਕਦੇ ਹਾਂ ਵੀ ਉਹਨਾਂ ਨੇ ਆਲੋਚਨਾ ਦਾ ਕੰਮ ਕੀਤਾ ਤਾਂ ਕਿਤਾਬਾਂ ਦਾ ਭੰਡਾਰ ਅਸੀਂ ਮੈਨੂੰ ਲੱਗਦਾ ਸ਼ਾਇਦ ਪੜ੍ਹਨ ਵਾਸਤੇ ਸਮਾਂ ਸਾਡੇ ਕੋਲ ਬਹੁਤ ਅਨੁਕੂਲ ਸੀਗਾ ਜੋ ਅਸੀਂ ਘਰਾਂ ਦੇ ਵਿੱਚ ਬੈਠੇ ਸੀ। ਤੇ ਸ਼ਾਇਦ ਜਿਹੜੀ ਸਿਰਜਣਾ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਉਹ ਜੇ ਅਸੀਂ ਨਾਲ ਲੈਣਾ ਗੁਰਮੀਤ ਕੜਿਆਲਵੀ ਦੀ ਇੱਕ ਕਿਤਾਬ ਖਾਸ ਤੌਰ ਤੇ ਮੈਂ ਜ਼ਿਕਰ ਕਰਦਾ ਜੀ, ਉਹੀ 21 ਦਿਨ ਜਿਹੜੀ ਆਈ ਹੈ ਉਹਨਾਂ ਦੀ, ਤਾਂ ਹੋਰ ਕੋਈ ਬਹੁਤੀ ਚਰਚਿਤ ਕਿਤਾਬ ਇਹਨਾਂ ਦਿਨਾਂ 'ਚ ਨਹੀਂ ਆਈ। ਚਲੋ ਖੈਰ, ਅਗਲੀ ਗੱਲਬਾਤ ਜਿਹੜੀ ਅਸੀਂ ਥੋੜ੍ਹੀ ਜਿਹੀ ਕਹਾਣੀ ਬਾਰੇ ਕਰਨਾ ਚਾਹੁੰਦੇ ਹਾਂ। ਵਿੱਚ ਮੈਡਮ ਡਾਕਟਰ ਸੁਖਨ ਜੀ ਰਹਿ ਗਏ, ਉਹਨਾਂ ਦਾ ਸਵਾਲ ਸੀ, ਮੈਂ ਆਪ ਦਾ ਸਵਾਲ ਪੋਸਟਪੋਨ ਕਰਦਾ। ਡਾਕਟਰ ਸੁਖਵੀਰ ਸੁਖਨ ਜੀ ਜੇ ਅਵੇਲੇਬਲ ਹੈ ਤਾਂ ਉਹ ਆਪਣਾ ਸਵਾਲ ਕਰ ਸਕਦੇ ਆ। ਮੈਡਮ ਅਨਮਿਊਟ ਕਰ ਲਓ, ਅਨਮਿਊਟ ਕਰ ਲਓ ਜੀ। ਆਵਾਜ਼ ਆ ਰਹੀ ਹੈ ਬੱਚੇ ਜੀ? ਹਾਂਜੀ 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 ਮੈਡਮ। ਹਾਂਜੀ ਸਤਿ ਸ਼੍ਰੀ ਅਕਾਲ ਸਿੰਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਇਸ ਸਾਹਿਤਕ ਸੰਵਾਦ ਵਿੱਚ ਡਿਸਕਸ਼ਨ ਨੂੰ ਥੋੜਾ ਜਿਹਾ ਹੋਰ ਰੂਪ ਦੇਣਾ ਚਾਹਾਂਗੀ
ਮੇਰਾ ਸਵਾਲ ਸਾਹਿਤਿਕ ਉਦਾਂ ਦਾ ਨਾ ਹੋ ਕੇ ਥੋੜਾ ਜਿਹਾ ਏਦਾਂ ਜੀਵਨ ਅਨੁਭਵਾਂ ਦੇ ਨਾਲ ਮੈਚ ਕਰਕੇ ਮੈਂ ਪੁੱਛਣਾ ਚਾਹਾਂਗੀ ਕਿ ਜਿਵੇਂ ਅਸੀਂ ਖਾਲਿਦ ਹੁਸੈਨ ਜੀ ਨੂੰ ਸੁਣਿਆ, ਗੁਰਮੀਤ ਕੰਡਿਆਲਵੀ ਜੀ ਨੂੰ ਸੁਣਿਆ, ਹਨਾ, ਉਹਨਾਂ ਨੇ ਵੀ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ, ਖੁਦ ਕੀਤੇ ਤੇ ਉਹਨਾਂ ਨੇ ਅਸੀਂ ਸਵਾਲ ਨਹੀਂ ਕੀਤਾ ਕਿ ਜ਼ਿੰਦਗੀ ਦੇ ਵਿੱਚ ਬੜੇ ਹੀ ਪਾਤਰ ਕਹਾਣੀਆਂ ਆਸ-ਪਾਸ ਦੇ ਮਾਹੌਲ ਵਿੱਚੋਂ ਮਿਲੇ, ਉਹ ਚਿਤਰਿਆ ਉਹਨਾਂ ਨੇ, ਉਹਨਾਂ ਦਾ ਖਾਮਿਆਜ਼ਾ ਵੀ ਭੁਗਤਣਾ ਪਿਆ, ਕੁਝ ਏਦਾਂ ਦੀਆਂ ਘਟਨਾਵਾਂ ਵਾਪਰ ਗਈਆਂ ਜ਼ਿੰਦਗੀ ਦੇ ਵਿੱਚ। ਸੋ ਮੇਰਾ ਸਵਾਲ ਵੀ ਮੈਂ ਤੁਹਾਨੂੰ ਇੱਦਾਂ ਪੁੱਛਣਾ ਚਾਹਾਂਗੀ ਕਿ ਕੋਈ ਏਦਾਂ ਦੀ ਕੋਈ ਇੰਟਰਸਟਿੰਗ ਘਟਨਾ ਜਿਹੜੀ ਤੁਹਾਡੀ ਯਾਦਾਸ਼ਤ ਵਿੱਚ ਹਮੇਸ਼ਾ ਤਾਜ਼ੀ ਹੋਵੇ, ਜਿਹੜੀ ਕਹਾਣੀ ਦੇ ਨਾਲ ਜੁੜੀ ਹੋਵੇ, ਕਹਿੰਦਾ ਮਤਲਬ ਕਿਸੇ ਪਾਤਰ ਤੋਂ ਪ੍ਰਭਾਵਿਤ ਹੋ ਕੇ ਆਸ-ਪਾਸ ਤੋਂ ਤੁਸੀਂ ਕੋਈ ਕਹਾਣੀ ਵਧੀਆ ਸਿਰਜੀ ਹੋਵੇ, ਜਾਂ ਕਿਸੇ ਮਤਲਬ ਤੁਹਾਡੀ ਕਹਾਣੀ ਤੋਂ ਪ੍ਰੇਰਿਤ ਹੋ ਕੇ ਕਿਸੇ ਦੀ ਲਾਈਫ ਵਿੱਚ ਚੇਂਜ ਆਇਆ ਹੋਵੇ। ਮਤਲਬ ਟਵਿਸਟ ਮੇਰਾ ਕਹਿਣ ਦਾ ਮਤਲਬ ਹੈ ਕੋਈ ਏਦਾਂ ਦੀ ਇੰਟਰਸਟਿੰਗ ਤੁਸੀਂ ਕੋਈ ਜੀਵਨ ਵਿੱਚ ਆਪਣੀ ਘਟਨਾ ਹੰਢਾਈ ਹੋਵੇ ਕੋਈ ਏਦਾਂ ਦਾ, ਤਾਂ ਪਲੀਜ਼ ਉਹ ਸਾਡੇ ਨਾਲ ਸਾਂਝਾ ਕਰੋ। ਮੈਂ ਤਾਂ ਜੀ ਆਸੇ ਪਾਸੇ ਤੋਂ ਹੀ ਲੈਣਾ ਹੁੰਦਾ ਸਾਰੀ ਸਮੱਗਰੀ ਲਿਖ ਨੇ, ਤੇ ਲੇਕਿਨ ਕਿਉਂਕਿ ਮੈਂ ਇੱਕ ਬਹੁਤ ਜਿਹਨੂੰ ਕਹਿ ਲਓ ਮੇਰੀਆਂ ਕਹਾਣੀਆਂ ਵਿਸ਼ੇਸ਼ ਤੌਰ ਤੇ ਉਸ ਪੜਾਅ ਤੇ ਆਈਆਂ ਨੇ ਜਦੋਂ ਮੈਂ ਅਨਪੋਵਾਈਜ਼ ਪ੍ਰੌਡ ਕਹਿ ਸਕਦਾ ਮੈਂ ਆਪਣੇ ਆਪ ਨੂੰ ਕਿ ਕਾਫੀ ਪ੍ਰੌਡ ਅਵਸਥਾ ਚ ਆਈਆਂ ਨੇ। ਇਸ ਲੈਵਲ ਤੇ ਹੁਣ ਮੈਨੂੰ ਘੱਟੋ ਘੱਟ ਇਹ ਪਤਾ ਲੱਗ ਗਿਆ ਕਿ ਜੇ ਉਹ ਲਿਖਣਾ ਹੈ ਤਾਂ ਉਹ ਚਿਹਰੇ ਮੋਰੇ ਜਿਹੜੇ ਨੇ ਉਹ ਹੁੰਦੇ ਤਾਂ ਜੋ ਉਹਨਾਂ ਨੂੰ ਬੰਦਿਆਂ ਨੂੰ ਤਾਂ ਸਮਝ ਲੱਗ ਜਾਂਦੀ ਹੈ, ਬਟ ਉਹ ਇਸ ਰੂਪ ਚ ਨਹੀਂ ਕਿ ਮਤਲਬ ਮੇਰੀਆਂ ਰਚਨਾਵਾਂ ਚ ਆਏ ਸਿੱਧੇ ਰੂਪ ਦੇ ਵਿੱਚ ਕਿ ਉਹ ਸਿੱਧਾ ਹੀ ਉਸ ਬੰਦੇ ਦੀ ਕਹਾਣੀ ਹੋਵੇ। ਔਰ ਇਸ ਤਰ੍ਹਾਂ ਵੈਸੇ ਹੋ ਸਕਦਾ ਦੂਸਰੇ ਲੇਖਕਾਂ ਨਾਲ ਹੁੰਦਾ ਹੋਵੇ, ਮੇਰੇ ਨਾਲ ਇਸ ਤਰ੍ਹਾਂ ਨਹੀਂ ਵਾਪਰਿਆ ਕਿ ਉਹ ਸਾਰੀ ਕਹਾਣੀ, ਵੈਸੇ ਵੀ ਮੇਰੀਆਂ ਜਿਹੜੀਆਂ ਕਹਾਣੀਆਂ ਜੇ ਤੁਸੀਂ ਪੜ੍ਹੀਆਂ ਹੋਣ ਉਹਨਾਂ ਦਾ ਕੈਨਵਸ ਏਡਾ ਵੱਡਾ ਹੁੰਦਾ ਹੈ ਕਿ ਉਹ ਇਸ ਕਿਸਮ ਨਾਲ ਇੱਕ ਬੰਦੇ ਤੇ ਹੀ ਸਮੁੱਚੀ ਉਹਦੀ ਹੀ ਜ਼ਿੰਦਗੀ ਤੇ ਆਧਾਰਿਤ ਕਹਾਣੀ ਹੋਵੇ, ਇਸ ਕਿਸਮ ਦਾ ਨਹੀਂ ਹੈ। ਉਹਦੀਆਂ ਸ਼ੇਡਸ ਹੁੰਦੀਆਂ ਨੇ ਜਿਹੜੀਆਂ ਆਸੇ ਪਾਸੇ ਦੀਆਂ, ਮੇਰੀਆਂ ਜਿੱਥੇ ਤੱਕ ਮੈਂ ਆਪਣੀ ਗੱਲ ਕਰ ਰਿਹਾ ਆਪਣੀ ਰਚਨਾਵਾਂ ਦੀ, ਤਾਂ ਉਹ ਆਸੇ ਪਾਸੇ ਦੇ ਨੇੜੇ ਬਹੁਤ ਗਹਿਰੀ ਨਜ਼ਰ ਨਾਲ ਦੇਖੇ ਹੋਏ ਵਿਅਕਤੀਆਂ ਦੀਆਂ ਸ਼ੇਡਸ ਹੁੰਦੀਆਂ ਨੇ ਜਿਹੜਾ ਉਹਦੇ ਵਿੱਚ ਆਈਆਂ ਹੁੰਦੀਆਂ ਨੇ। ਉਹ ਸ਼ੇਡ ਦੇ ਰੰਗ ਜਿਹੜੇ ਨੇ ਉਹ ਹਲਕੇ ਮੇਰੇ ਫਿਲਟਰ ਰਾਹੀਂ ਰੰਗ ਕੇ ਉਹਨਾਂ ਥੋੜੀਆਂ ਬਹੁਤੀਆਂ ਤਬਦੀਲੀਆਂ ਆਉਣੀਆਂ ਵੀ ਸੁਭਾਵਿਕ ਨੇ ਉਸ ਸਿਰਜਣਾਤਮਕ ਰੂਪ ਵਿੱਚ ਆਉਣ ਲੱਗਿਆ। ਇਸ ਕਰਕੇ ਉਹ ਮੈਨੂੰ ਇਸ ਕਿਸਮ ਦਾ ਤਾਂ ਨਹੀਂ ਜਿਵੇਂ ਕਈ ਰਾਈਟਰ ਕਹਿੰਦੇ ਨੇ ਟਕੂਆ ਕੱਢ ਕੇ, ਮਤਲਬ ਮੈਂ ਬਰਿਆਮ ਹੋਰਾਂ ਦੀ ਮਤਲਬ ਪੜ੍ਹ ਰਿਹਾ ਸੀ ਸਾਹਿਤਕ ਸਵੈਜੀ ਹੋਣੀ, ਤੇ ਉਹਨਾਂ ਲਿਖਿਆ ਵੀ ਉਹਨਾਂ ਨੇ ਆਪਣੇ ਕਹਾਣੀਆਂ ਦੇ ਪਾਤਰਾਂ ਮਾਰੇ ਵੀ ਉਹਨਾਂ ਨੇ ਇੱਕ ਆਣ ਕੇ ਬਾਹਰ ਲਕਾਰੇ ਮਾਰਨ ਲੱਗ ਪਿਆ ਉਹਨਾਂ ਦੇ ਪਾਤਰ ਵੀ, ਤੂੰ ਮੈਨੂੰ ਦਾਰੂ ਪੀਂਦਾ ਦਿਖਾਇਆ ਹੈ, ਪਿੰਡ ਦੇ ਪਾਤਰ ਦੀ ਗੱਲ ਹੈ, ਤੇ ਤੂੰ ਮੈਨੂੰ ਦਾਰੂ ਪੀਂਦਾ ਦਿਖਾਇਆ ਜਦ ਕਿ ਤੇਰਾ ਪਿਓ ਨਹੀਂ ਪੀਂਦਾ। ਤਾਂ ਇਸ ਕਿਸਮ ਦੀਆਂ ਵਾਪਰਦੀਆਂ ਹੋਣਗੀਆਂ, ਪਰ ਮੇਰੇ ਨਾਲ ਵੈਸੇ ਇਸ ਕਿਸਮ ਦੀ ਗੱਲ ਨਹੀਂ ਵਾਪਰੀ। ਉਦਾਂ ਕਈ ਦੋਸਤ ਦੀ ਚੁੱਪ ਤੋਂ ਕਈ ਵਾਰ ਮੈਨੂੰ ਲੱਗਾ ਕਿ ਸ਼ਾਇਦ ਪਤਾ ਨਹੀਂ ਕੋਈ ਉਹਨਾਂ ਨੂੰ ਕੋਈ ਆਪਣਾ ਚਿਹਰਾ ਮੋਰਾ ਨਾ ਦਿਸ ਗਿਆ ਹੋਵੇ, ਉਹਦੇ ਕਰਕੇ ਨਾਰਾਜ਼ ਨਾ ਹੋ ਗਿਆ ਹੁਣ, ਪਰ ਉਹਦਾ ਸਿੱਧੇ ਰੂਪ ਚ ਇਸ ਗੱਲ ਦਾ ਅਨੁਭਵ ਨਹੀਂ। ਸਗੋਂ ਮੇਰੇ ਜਿਹੜੇ ਇਸ ਦੇ ਮੁਕਾਬਲੇ ਕਹਾਣੀਆਂ ਦੇ ਵਿੱਚ ਮੈਂ ਕਹਾਣੀ ਬਾਰੇ ਵੈਸੇ ਵੀ ਇਹ ਗੱਲ ਹੈਗੀ ਹੈ, ਕਹਾਣੀ ਏਦਾਂ ਨਹੀਂ ਹੁੰਦੀ ਕਿ ਉਹ ਸਾਰੀ ਜਿੱਥੇ ਤੱਕ ਮੇਰਾ ਕਹਾਣੀ ਬਾਰੇ ਦੇ ਚੱਲਦੀ ਹੈ ਕਿ ਉਹ ਜ਼ਿੰਦਗੀ ਕਿਸੇ ਦੀ ਦੇਖੀ ਤੇ ਉਹਨੂੰ ਪੂਰੇ ਦਾ ਪੂਰਾ ਚਿੱਤਰ ਦਿੱਤਾ ਜਾਵੇ। ਜ਼ਿੰਦਗੀ ਦਾ ਸੱਚ ਜਮਾ ਸੋਚ, ਇਹ ਦੋਨੇ ਸੱਚ ਤੇ ਸੋਚ ਰਲ ਕੇ ਕਹਾਣੀ ਬਣਦੀ ਹੈ। ਉਹ ਕਹਾਣੀ ਜਿਹੜੀ ਉਹ ਕੱਲੀ ਕਿਸੇ ਬੰਦੇ ਦੀ ਜ਼ਿੰਦਗੀ ਤੇ ਉਹ ਕਹਾਣੀ ਹੋਏਗੀ ਇੱਕ ਬੜੀ ਪੇਚਲੀ ਜਿਹੀ ਕਿਸਮ ਦੀ ਉਹ ਕਹਾਣੀ ਹੋਏਗੀ। ਮੈਨੂੰ ਲੱਗਦਾ ਕਿ ਇਸ ਕਿਸਮ ਦਾ ਮੁਕੰਮਲ ਹੋ ਸਕਦਾ ਕਿਸੇ ਨੂੰ ਮੁਕੰਮਲ ਪਾਤਰ ਮਿਲ ਵੀ ਜਾਵੇ, ਪਰ ਮੈਨੂੰ ਇਸ ਤਰ੍ਹਾਂ ਦੇ ਮੁਕੰਮਲ ਪਾਤਰ ਜਿੱਥੇ ਪੂਰੇ ਦੀ ਪੂਰੀ ਮੈਂ ਕਹਾਣੀ ਲਿਖਦਾ ਤੇ ਉਹ ਪਾਤਰ ਫਿਰ ਮੇਰੇ ਨਾਲ ਖੁਸ਼ ਜਾਂ ਨਾਰਾਜ਼ ਹੋਵੇ, ਉਸ ਕਿਸਮ ਦਾ ਮੈਨੂੰ ਅਨੁਭਵ ਨਹੀਂ ਹੈ। ਮੇਰੇ ਸਫ਼ਰਨਾਮੇ ਜਿਹੜੇ ਸੀ, ਕਿਉਂਕਿ ਉਹ ਸਫ਼ਰਨਾਮਾ ਇੱਕ ਤਾਂ ਸਿੱਧੇ ਰੂਪ ਚ ਪਾਤਰ ਦੇ ਰੂਪ ਵਿੱਚ ਬੰਦੇ ਨੇ ਨਾਂ ਸਮੇਤ ਆਉਣਾ ਹੁੰਦਾ ਹੈ, ਤੇ ਉਹਦੇ ਵਿੱਚ ਬੜੇ ਬੰਦੇ ਖੁਸ਼ ਵੀ ਹੋਏ, ਬਹੁਤ ਬੰਦੇ ਨਾਰਾਜ਼ ਵੀ ਹੋਏ, ਬਹੁਤ ਨੇੜਲੇ ਬੰਦੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਨੇੜਲੀਆਂ ਘਟਨਾਵਾਂ ਸਨ। ਅਜੇ ਕਿ ਕਈ ਥਾਂ ਤੇ ਬਚਾ ਕੇ ਵੀ ਲਿਖੀਦਾ, ਬਟ ਬੜੇ ਨੇੜਲੇ ਕਈ ਬੰਦੇ ਮੇਰੇ ਨਾਲ ਬਹੁਤ ਦੇਰ ਬੋਲੇ ਨਹੀਂ,
ਬੜੇ ਉਹਨਾਂ ਨੂੰ ਮਨਾਉਣਾ ਪਿਆ ਕਈ ਬੰਦਿਆਂ ਨੂੰ ਮੁੜ ਕੇ ਆਪਦੇ ਰਿਸ਼ਤੇਦਾਰਾਂ ਦੇ ਵਿੱਚ ਹੀ ਵੀ ਭਾਜੀ ਜੇ ਲਿਖਤਾ ਸੱਚ ਤੇ ਕੋਈ ਗੱਲ ਨਹੀਂ, ਏਡੀ ਦੀ ਗੱਲ ਹੈ, ਸਵੀਕਾਰ ਕਰ ਲਓ ਹੈ। ਤੇ ਉਹ ਮੇਰੇ ਕੈਨੇਡਾ ਦੇ ਵਿਚਲੇ ਕੁਝ ਰਿਸ਼ਤੇਦਾਰ ਸੀ, ਉਹ ਕਹਿੰਦੇ ਯਾਰ ਸਾਡਾ ਐਡਾ ਵੱਡਾ ਟੌਰ ਬਣਿਆ ਸੀ, ਤੂੰ ਸਾਨੂੰ ਇੱਥੇ ਦੇ ਮਤਲਬ ਸਿਕਿਉਰਿਟੀ ਗਾਰਡ ਹੀ ਬਣਾ ਕੇ ਰੱਖਤਾ ਇੰਡੀਆ ਵਾਲਿਆਂ ਦੀ ਨਜ਼ਰ ਤੇ, ਚੌਕੀਦਾਰ ਬਣਾ ਕੇ ਰੱਖਤਾ ਸਾਨੂੰ ਹੈ। ਤਾਂ ਮਤਲਬ ਉਹ ਕਹਿੰਦੇ ਵੀ ਘੱਟੋ ਘੱਟ ਤੂੰ ਚੌਕੀਦਾਰ ਲਿਖਿਆ ਹੋਇਆ, ਸਿਕਿਉਰਿਟੀ ਗਾਰਡ ਹੀ ਲਿਖ ਦਿੰਦਾ, ਮਤਲਬ ਉਹਨਾਂ ਦੀ ਥੋੜੀ ਜਿਹੀ ਇੱਜ਼ਤ ਬਣ ਜਾਂਦੀ ਬੰਦੇ ਦੀ। ਤਾਂ ਇਸ ਕਿਸਮ ਦੇ ਨਾਰਾਜ਼ਗੀਆਂ ਹੋਈਆਂ ਬੰਦਿਆਂ ਦੀਆਂ, ਪਰ ਪਿਆਰੀਆਂ ਕਿਸਮ ਦੀਆਂ ਨਾਰਾਜ਼ਗੀਆਂ, ਪਿਆਰ ਭਰੀਆਂ, ਜਿਹੜੀਆਂ ਜਿਹਦੇ ਚ ਹਲਕਾ ਜਿਹਾ ਉਹਨਾਂ ਦਾ ਸੀ ਕਿ ਯਾਰ ਸਾਡਾ ਥੋੜਾ ਜਿਹਾ ਖਿਆਲ ਕਰ ਲੈਂਦੇ, ਸਾਡਾ ਵਾਹਵਾ ਟੌਰ ਬਣਿਆ ਹੋਇਆ ਵਿਦੇਸ਼ਾਂ ਚ, ਲੋਕ ਗਿਆਨ ਦੀ ਵਾਹਵਾ ਕਦਰ ਕਰਦੇ, ਤੁਸੀਂ ਤਾਂ ਸਾਡੇ ਜਮਾ ਹੀ ਮਤਲਬ ਖੂਸੜੇ ਉਡਾ ਛੱਡੇ। ਤੇ ਮੈਂ ਫਿਰ ਮੇਰੇ ਨੇੜੇ ਰਿਸ਼ਤੇਦਾਰੀ ਸੀ, ਮੈਂ ਕਿਹਾ ਮੈਂ ਰਚਨਾਵਾਂ ਹੀ ਤੁਹਾਡੀਆਂ ਉਸ ਜਿਹੜੇ ਗੁਬਾਰੇ ਚ ਭਰੀ ਹੋਈ ਹਵਾ ਉਹਨੂੰ ਪੰਕਚਰ ਕਰਨ ਵਾਸਤੇ ਤੇ ਲਿਖੀਆਂ ਨੇ, ਤੈਨੂੰ ਲਿਖਣ ਦੀ ਲੋੜ ਹੀ ਨਹੀਂ ਸੀ। ਤੇ ਕੋਈ ਨਹੀਂ, ਹੁਣ ਤੁਸੀਂ ਮਤਲਬ ਆਏ ਆ, ਸੇਵਾ ਸੁਵਾ ਕਰੋ, ਪੈਗ ਲਾਓ ਤੇ ਖੁਸ਼ ਰਹੋ ਤੇ ਨਾਰਾਜ਼ ਨਹੀਂ ਹੋਣਾ। ਹੋ ਗਿਆ ਮਤਲਬ ਖੁਸ਼ ਬਾਅਦ ਦੇ ਵਿੱਚ। ਤਾਂ ਇਸ ਕਿਸਮ ਦੇ ਅਨੁਭਵ ਨੇ। ਜੀ ਸਰ, ਬਹੁਤ ਸ਼ੁਕਰੀਆ ਸਰ। ਜੀ ਥੋੜੀ ਜੀ ਤੁਹਾਡੇ ਨਾਲ ਗੱਲਬਾਤ, ਮੈਨੂੰ ਲੱਗਦਾ ਖੈਰ ਸਿਰਜਣਾਤਮਕ ਸਫ਼ਰ ਬਾਰੇ ਕਾਫੀ ਗੱਲਬਾਤ ਹੋ ਗਈ ਹੈ, ਤੁਹਾਡੇ ਨਿੱਜੀ ਅਨੁਭਵ ਦੇ ਬਾਰੇ ਵੀ ਕਾਫੀ ਗੱਲਬਾਤ ਹੋ ਗਈ ਆ, ਤੇ ਉਹ ਗੱਲਬਾਤ ਏਡੀ ਕੁ ਲੰਮੀ ਹੋ ਗਈ ਆ, ਮੇਰੇ ਖਿਆਲ ਦੇ ਵਿੱਚ ਸਾਨੂੰ ਕਹਾਣੀਆਂ ਦੇ ਲਈ ਸਮਾਂ ਬੜਾ ਥੋੜਾ ਬਚਿਆ ਹੈ। ਕਹਾਣੀਆਂ ਦੀ ਤਾਂ ਗੱਲਬਾਤ ਹਜੇ ਅਸੀਂ ਸ਼ੁਰੂ ਕਰਨੀ ਸੀ, ਤੇ ਲਗਭਗ ਸਾਡਾ ਸਮਾਂ ਬਿਲਕੁਲ ਸਿਖਰ ਤੇ ਪਹੁੰਚ ਗਿਆ ਹੈ। ਤਾਂ ਮੈਂ ਚਾਹੂੰਗਾ ਜਿਹੜੇ ਸਾਡੇ ਸਾਥੀ ਸਮਕਾਲੀ ਕਹਾਣੀਕਾਰ ਜਾਂ ਜਿਹੜੇ ਸਾਹਿਤਕਾਰ ਸਾਡੇ ਨਾਲ ਜੁੜੇ ਆ, ਜਿਵੇਂ ਜਗਸੀਰ ਕਾਹਲੋਂ ਜੀ, ਗੁਰਮੀਤ ਪਨਾਗ ਜੀ, ਬਿੰਦਰ ਕੋਰਿਆਲੀ ਜੀ, ਕੇ ਤ੍ਰਿਪਤਾ ਜੀ, ਜੇ ਉਹ ਆਪਣੀ ਗੱਲਬਾਤ ਵਿੱਚ ਕੁਝ ਰੱਖਣਾ ਚਾਹੁੰਦੇ ਆ ਜਾਂ ਕੋਈ ਗੱਲ ਕਰਨਾ ਚਾਹੁੰਦੇ ਆ ਡਾਕਟਰ ਥਿੰਦ ਜੀ ਨਾਲ, ਤਾਂ ਉਹ ਪਲੀਜ਼ ਕਰ ਸਕਦੇ ਆ। ਜੀ ਜਗਸੀਰ ਸਿੰਘ ਕਾਹਲੋਂ ਜੀ ਗੱਲਬਾਤ ਆਪਣੀ ਰੱਖਣਾ ਚਾਹੁੰਦੇ ਆ। ਇਹ ਪੜ੍ਹਦੇ ਜਗੀਰ ਸਿੰਘ ਕਾਹਲੋਂ ਨੇ। ਓਕੇ ਜਗੀਰ ਜੀ। ਇਹ ਮੈਨੂੰ ਅਨਮਿਊਟ ਕਰਨਾ ਪਏਗਾ ਤੇ ਕਰ ਦਿੱਤਾ ਜੀ? ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ ਸਰ, ਤੁਸੀਂ ਗੱਲ ਰੱਖੋ ਆਪਣੀ। ਆ ਰਹੀ ਹੈ ਮੇਰੇ? ਹਾਂਜੀ। ਮੈਂ ਸਭ ਤੋਂ ਪਹਿਲਾਂ ਤਾਂ ਪ੍ਰਗਟ ਸਿੰਘ ਹੋਰਾਂ ਨੂੰ ਔਰ ਹਰਿੰਦਰ ਸਿੰਘ ਹੋਰਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਉਹ ਆਰਗੇਨਾਈਜ਼ ਕੀਤਾ ਆ। ਤੇ ਮੇਰੇ ਲਈ ਥੋੜਾ ਜਿਹਾ ਮੁਸ਼ਕਿਲ ਇਸ ਕਰਕੇ ਹੋ ਜਾਂਦਾ ਕਿ ਸੁਖਪਾਲ ਸਿੰਘ 1996 ਤੇ ਮੇਰੇ ਕੁਲੀਗ ਨੇ, ਉਹ ਸਾਲ 1996 ਤੋਂ ਕੁਲੀਗ ਇਸ ਸੈਂਸ ਨੇ ਵੀ ਪੜਾਉਂਦੇ ਤਾਂ ਭਾਵੇਂ ਕਪੂਰਥਲੇ ਸੀਗੇ, ਪਰ 96 ਦੇ ਵਿੱਚ ਹੀ ਇਹਨਾਂ ਦੇ ਜਿਹੜੀ ਜੀਵਨ ਸਾਥੀ ਦੰਗਲੀ ਉਹ ਸਪੋਰਟਸ ਕਾਲਜ ਮੇਰੇ ਕੁਲੀਗ ਸੀਗੇ, ਤੇ ਇਹਨਾਂ ਦੀ ਰਿਹਾਇਸ਼ ਜਿਹੜੀ ਉਹ ਕਾਲਜ 'ਚ ਸੀਗੀ। ਮੁੜ ਕੇ ਫਿਰ ਸਪੋਰਟਸ ਕਾਲਜ ਤੋਂ ਕਪੂਰਥਲੇ ਵੀ ਇਹਨਾਂ ਦੇ ਕੁਲੀਗ ਰਹਿਣ ਦਾ ਮੈਨੂੰ ਮੌਕਾ ਮਿਲਿਆ। ਤੇ ਜਿਸ ਵਿਅਕਤੀ ਦੇ ਨੇੜੇ ਹੋਈਏ ਉਹਦੇ ਪ੍ਰਤੀ ਕ੍ਰਿਟੀਕਲ ਹੋਣਾ ਥੋੜਾ ਜਿਹਾ ਮੁਸ਼ਕਿਲ ਵੀ ਹੋ ਜਾਂਦਾ। ਮੈਂ ਮਹਿਸੂਸ ਕਰਦਾ ਕਿ ਸੁਖਪਾਲ ਸਿੰਘ ਬਹੁਤ ਖੁਸ਼ਕਿਸਮਤ ਵਿਅਕਤੀ ਆ, ਇਹਦੀ ਮਿਹਨਤ ਆਪਣੇ ਥਾਂ ਹੈ ਤੇ ਇਹਦੀ ਕਿਸਮਤ ਵੀ ਇਹਦੇ ਨਾਲ ਆ। ਜਿਵੇਂ ਜ਼ਿਕਰ ਕੀਤਾ ਕਿ 96 ਚ ਨੌਕਰੀ ਪੱਕੀ ਮਿਲ ਗਈ, ਤੇ ਆਪਣਾ ਤਾਂ ਪ੍ਰਗਟ ਜੀ ਹਾਲ ਇਹ ਆ ਬਈ ਸਾਡਾ ਹਰਜਿੰਦਰ ਕੰਗ ਅਮਰੀਕਾ ਚ ਕਵੀ ਆ, ਉਹਨੇ ਲਿਖਿਆ ਸੀਗਾ ਕਿ ਅਸਾਂ ਵੀ ਬਨੇਰੀ ਰਾਂਗਲੇ ਗਮਲੇ ਸਜਾਉਣੇ ਸੀ, ਕਿਸੇ ਵਿਧ ਮਿਟ ਜਾਂਦੀ ਜੇ ਕਿਤੇ ਰੁਜ਼ਗਾਰ ਦੀ ਚਿੰਤਾ। ਬਿਲਕੁਲ ਸਾਡੇ ਬਹੁਤ ਸਾਰੇ ਦੋਸਤ ਨੇ ਗੱਲ ਕੀਤੀ ਆ ਬਈ ਇਹ ਰੁਜ਼ਗਾਰ ਹੀ ਜਿਹੜਾ ਹੈਗਾ ਉਹ ਸਾਨੂੰ ਨਹੀਂ ਮਿਲਿਆ। ਤੇ ਮੇਰੀ ਦਿਲਚਸਪੀ ਜਿਹੜੀ ਆ ਉਹ ਜਦੋਂ ਦਾ ਮੈਂ ਸਾਹਿਤ ਨਾਲ ਜੁੜਿਆ ਆ ਉਦੋਂ ਦੀ ਗਲਪ ਦੇ ਵਿੱਚ ਬਹੁਤ ਜ਼ਿਆਦਾ ਰਹੀ ਆ। ਐਮਏ ਚ ਸਾਨੂੰ ਪੱਤਰ ਲਿਖਣ ਦਾ ਮੌਕਾ ਮਿਲਦਾ ਸੀਗਾ, ਕੋਈ ਨਿਬੰਧ, ਉਹਦੇ ਚ ਵੀ ਮੈਂ ਇਹ ਕਿਹਾ ਸੀਗਾ ਕਿ ਮੈਂ ਦਲੀਪ ਕੌਰ ਟਿਵਾਣਾ ਤੇ ਮੋਹਨ ਕਾਹਲੋਂ ਜਿਹੜੇ ਨਾਵਲਕਾਰ ਆ ਇਹਨਾਂ ਬਾਰੇ ਗੱਲ ਕਰਨੀ ਚਾਹੁੰਦਾ, ਪਰ ਯੂਨੀਵਰਸਿਟੀ ਨੇ ਮੈਨੂੰ ਕਿਹਾ ਵੀ ਨਹੀਂ, ਤੁਸੀਂ ਬੀਬੀ ਹਰਨਾਮ ਕੌਰ ਦੀ ਕਵਿਤਾ ਜਿਹੜੀ ਉਹਦੇ ਬਾਰੇ ਗੱਲ ਕਰੋ। ਜਿੱਥੋਂ ਤੱਕ ਸੁਖਪਾਲ ਹੋਰਾਂ ਦਾ ਸੰਬੰਧ ਆ, ਇਹਨਾਂ ਨੂੰ ਮੈਂ ਪ੍ਰੇਮ ਪ੍ਰਕਾਸ਼ ਨੂੰ ਨਾ ਹਰਪੰਜ ਸਿੰਘ ਹੁੰਦਲ ਜਿਹੜੇ ਸਾਡੇ ਵੱਡੀ ਉਮਰ ਦੇ ਸ਼ਾਇਰ ਨੇ, ਉਹਨਾਂ ਬਾਰੇ ਪ੍ਰੇਮ ਪ੍ਰਕਾਸ਼ ਕਹਿੰਦੇ ਆ ਵੀ ਇਹ ਐਕਟਿਵ ਬੁੜਾ ਹੈ, ਬਈ ਇਹ ਬੁੜਾ ਐਸਾ ਹੈ ਜਿਹੜਾ ਸਰਗਰਮ ਰਹਿੰਦਾ ਹੈ। ਤੇ ਸੁਖਪਾਲ ਤਾਂ ਵੈਸੇ ਨੌਜਵਾਨ ਹੈ, ਇਹਨੂੰ ਬੁੜਾ ਤਾਂ ਨਹੀਂ ਮੈਂ ਕਹਿ ਸਕਦਾ, ਤੇ ਨਾ ਹੀ ਪ੍ਰੇਮ ਪ੍ਰਕਾਸ਼ ਦਾ ਪੂਰਾ ਜਿਹੜਾ ਕਥਨ ਹੈ ਉਹ ਲਾਗੂ ਕੀਤਾ ਜਾ ਸਕਦਾ। ਪਰ ਇਹ ਜ਼ਰੂਰ ਆ ਬਈ ਸੁਖਪਾਲ ਬੜਾ ਐਕਟਿਵ ਵਿਅਕਤੀ ਆ, ਐਕਟਿਵ ਨੌਜਵਾਨ ਹੈ। ਇਹ ਸਫ਼ਰਨਾਮੇ ਵੀ ਲਿਖਦਾ, ਆਲੋਚਨਾ ਵੀ ਕਰਦਾ, ਕਹਾਣੀਆਂ ਵੀ ਲਿਖਦਾ, ਤੇ
ਇਹਦੀ ਸਿਫਤ ਇਹ ਹੈਗੀ ਆ, ਹਰ ਬੰਦਾ ਜਿਹੜਾ ਆ ਉਹਦਾ ਜ਼ਿੰਦਗੀ ਦਾ ਅਨੁਭਵ ਆ, ਇਹਨਾਂ ਦਾ ਤੇ ਕਾਫੀ ਜ਼ਿਆਦਾ ਆ ਕਿ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਦਾ ਜਿਹੜਾ ਭ੍ਰਮਣ ਕੀਤਾ, ਕੈਨੇਡਾ ਦੇ ਵਿੱਚ ਕੁਝ ਸਾਲ ਰਹਿ ਕੇ ਵੀ ਗਏ ਆ। ਕਈ ਲੋਕ ਇਹ ਕਹਿਣਗੇ ਜੀ ਇਹ ਜਿਹੜੀ ਮੈਂ ਕਹਾਣੀ ਲਿਖੀ ਆ ਨਾ, ਇਹ ਅਸਲੀ ਬੀਤੀ ਹੋਈ ਕਹਾਣੀ ਆ, ਵਾਪਰੀ ਹੋਈ ਕਹਾਣੀ ਆ। ਕਹਾਣੀ ਵਾਪਰੀ ਹੋਈ ਕਹਾਣੀ ਨਹੀਂ ਹੁੰਦੀ, ਕਹਾਣੀ ਉਹ ਹੁੰਦੀ ਆ ਕਿ ਜੋ ਤੁਸੀਂ ਦੇਖਿਆ, ਜੋ ਅਨੁਭਵ ਕੀਤਾ, ਕੀ ਉਹਦਾ ਤੁਸੀਂ ਗਲਤੀਕਰਨ ਕਰ ਸਕਦੇ ਹੋ। ਤੇ ਸੁਖਪਾਲ ਇਸ ਕਲਾ ਦੇ ਵਿੱਚ ਪੂਰਾ ਪ੍ਰਵੀਨ ਆ ਕਿ ਇਹਨੇ ਜੋ ਵੇਖਿਆ, ਚਾਖਿਆ, ਸੁਣਿਆ, ਉਹਦਾ ਗਲਤੀਕਰਨ ਇਹਨੇ ਬਹੁਤ ਖੂਬਸੂਰਤੀ ਨਾਲ ਕੀਤਾ ਹੈ। ਔਰ ਇਹਦੀ ਜਿਹੜੀ ਕਹਾਣੀ ਆ, ਮੈਂ ਇਹ ਮਹਿਸੂਸ ਕਰਦਾ ਕਿਉਂਕਿ ਮੈਂ ਸਿਰਜਣਾ ਮੈਗਜ਼ੀਨ ਜਦੋਂ ਦਾ ਨਿਕਲਦਾ ਉਦੋਂ ਦਾ ਮੈਂ ਉਹਦਾ ਪਾਠਕ ਹਾਂ ਤੇ ਇਸੇ ਤਰ੍ਹਾਂ ਹੁਣ ਦਾ ਵੀ ਪਾਠਕ ਹਾਂ। ਤੇ ਮੇਰੀ ਫੀਲਿੰਗ ਇਹ ਹੈਗੀ ਆ ਵੀ ਇਹ ਦੋਨੋਂ ਜਿਹੜੇ ਮੈਗਜ਼ੀਨ ਆ, ਇਹਨਾਂ ਨੇ ਪੰਜਾਬੀ ਕਹਾਣੀ ਵਿੱਚ ਕਹਾਣੀਕਾਰਾਂ ਦੀਆਂ ਕਹਾਣੀਆਂ ਛਾਪ ਕੇ, ਖਾਸ ਕਰਕੇ ਲੰਮੀਆਂ ਕਹਾਣੀਆਂ ਛਾਪ ਕੇ ਪੰਜਾਬੀ ਕਹਾਣੀ ਵਿਧਾ ਦਾ ਇੱਕ ਬਹੁਤ ਵੱਡਾ ਪ੍ਰਮੋਸ਼ਨ ਵਾਲਾ ਕੰਮ ਕੀਤਾ ਹੈ। ਤੇ ਸੁਖਪਾਲ ਦੀ ਕਹਾਣੀ ਹੁਣ ਮੈਂ ਪੜ੍ਹਦਾ ਰਿਹਾ ਔਰ ਮੁੜ ਕੇ ਤੱਕ ਵੀ ਆ ਗਈ। ਹੁਣ ਇਹਦੇ ਚ ਜਿਹੜੀਆਂ ਇਹਦੀਆਂ ਕਹਾਣੀਆਂ, ਮੈਂ ਕਹਾਣੀ ਦੀ ਗੱਲ ਨਹੀਂ ਕਰਦਾ, ਮੈਂ ਫਾਈਨਲ ਗੱਲ ਕਰਦਾ ਕਿ ਇਹਦੀ ਸਿਫਤ ਜਿਹੜੀ ਆ ਇਹ ਆ ਵੀ ਇਹ ਵੇਖੀਆਂ, ਪਾਖੀਆਂ, ਪਰਖੀਆਂ, ਵਾਪਰੀਆਂ ਕਹਾਣੀਆਂ ਉਹਨਾਂ ਦਾ ਬਹੁਤ ਖੂਬਸੂਰਤੀ ਨਾਲ ਗਲਪੀਕਰਨ ਕਰਦਾ ਹੈ। ਔਰ ਲੰਮੀ ਕਹਾਣੀ ਜਿਹੜੀ ਆ, ਕਈ ਲੋਕ ਫੈਸ਼ਨ ਵਿੱਚ ਵੀ ਲਿਖ ਰਹੇ ਆ, ਬਈ ਕਿਉਂਕਿ ਵਿਰਾਮ ਸਿੱਧੂ ਨੇ ਲੰਮੀ ਕਹਾਣੀ ਲਿਖਣੀ ਸ਼ੁਰੂ ਕੀਤੀ ਕਿ ਅਸੀਂ ਵੀ ਲੰਮੀ ਕਹਾਣੀ ਲਿਖੀਏ। ਉਹਦੇ ਨਾਲ ਉਹ ਵੇਖ ਕਰਨਾ ਲੱਸੀ 'ਚ ਥੋੜਾ ਜਿਹਾ ਪਾਣੀ ਦਾ ਜਿਹੜਾ ਉਹ ਪਚ ਜਾਂਦਾ, ਪਰ ਜ਼ਿਆਦਾ ਪਾਣੀ ਪਾ ਦਈਏ ਤੇ ਫਿਰ ਉਹ ਪਾਣੀ ਰਹਿ ਜਾਂਦਾ, ਲੱਸੀ ਖਤਮ ਹੋ ਜਾਂਦੀ ਹੈ। ਤੇ ਇਹ ਸੁਖਪਾਲ ਦੀ ਜਿਹੜੀ ਕਹਾਣੀ ਆ, ਇਹ ਸੰਘਣੀ ਲੱਸੀ ਹੈ। ਇਹਦੇ ਵਿੱਚ ਇਹਨੇ ਕਿਤੇ ਵੀ ਪਾਣੀ ਨਹੀਂ ਪਾਇਆ ਹੈਗਾ, ਬੜਾ ਵਿਸਥਾਰ ਦਿੱਤਾ, ਜਿਹਦੇ ਵਿੱਚ ਸਾਡੇ ਪ੍ਰਵਾਸ ਦੀ ਗੱਲ ਹੈਗੀ ਆ, ਰੁਜ਼ਗਾਰ ਦੀ ਗੱਲ ਹੈਗੀ ਆ, ਬਦਲਦੇ ਸੱਭਿਆਚਾਰ ਦੀ ਗੱਲ ਹੈਗੀ ਆ, ਬਦਲਦੇ ਰਿਸ਼ਤਿਆਂ ਦੀ ਗੱਲ ਹੈਗੀ ਆ। ਸੋ ਇਹਨੇ ਸੁਖਪਾਲ ਨੇ ਇਹ ਜਿਹੜੀ ਆਪਣੀ ਕਹਾਣੀ ਵਿਧਾ ਹੈਗੀ ਆ, ਉਹਦੇ ਨਾਲ ਇੱਕ ਪੂਰਾ ਇਨਸਾਫ ਕੀਤਾ ਹੈ। ਔਰ ਮੈਂ ਮਹਿਸੂਸ ਕਰਦਾ ਕਿ 21ਵੀਂ ਸਦੀ ਦੇ ਜਿਹੜੇ ਕਹਾਣੀਕਾਰ ਆ, ਉਹਨਾਂ ਦੇ ਵਿੱਚ ਸੁਖਪਾਲ ਦੀ ਜਿਹੜੀ ਐਂਟਰੀ ਆ, ਇਹ ਪੰਜਾਬੀ ਸਾਹਿਤ ਲਈ, ਪੰਜਾਬੀ ਕਹਾਣੀ ਲਈ ਇੱਕ ਬੜੀ ਖੁਸ਼ਕਿਸਮਤੀ ਵਾਲੀ, ਇੱਕ ਸ਼ੁਭ ਸ਼ਗਨ ਵਾਲੀ ਗੱਲ ਹੈਗੀ ਆ। ਔਰ ਇਹ ਬਹੁਤ ਸਾਰੇ ਲੇਖਕ ਕਿਉਂਕਿ ਕ੍ਰੀਏਟਿਵ ਹੈਗੇ, ਉਹ ਸਾਰਿਆਂ ਨੂੰ ਪਤਾ ਹੈ ਬਈ ਜਿਹੜਾ ਲਿਖਣਾ ਹੈ ਨਾ, ਇਹ ਬੜਾ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈ। ਪ੍ਰੋਫੈਸਰ ਦਿਦਾਰ ਸਿੰਘ ਨੇ ਕਿਹਾ ਸੀ, ਸਾਹਿਤ ਸਿਰਜਣਾ ਸੂਰਮਤਾਈ ਸੂਰਮਿਆਂ ਦਾ ਕੰਮ, ਤੇ ਇਹ ਸੂਰਮਤਾਈ ਜਿਹੜੀ ਆ ਇਹ ਸਾਰੇ ਨਹੀਂ ਕਰ ਸਕਦੇ। ਇਹ ਸੁਖਪਾਲ ਵਰਗੇ ਦੋਸਤਾਂ ਦੇ ਹਿੱਸੇ ਆਇਆ। ਔਰ ਸੁਖਪਾਲ ਦੀ ਇੱਕ ਹੋਰ ਸਿਫਤ ਇਹ ਆ ਵੀ ਫਿਜ਼ੀਕਲੀ ਵੀ ਇਹਦੀ ਜਿਹੜੀ ਚਾਲ ਆ ਨਾ, ਉਹ ਬੜੀ ਤੇਜ਼ ਆ। ਤੁਸੀਂ ਤੁਰਦਾ ਕਿਤੇ ਦੇਖੋ ਨਾ ਤੇ ਐਨ ਪੈਂਡਾ ਵੱਢਦਾ ਜਾਂਦਾ। ਇਸੇ ਤਰ੍ਹਾਂ ਹੁਣ ਇਹਨੇ ਜੋ ਕਹਾਣੀ 'ਚ ਪ੍ਰਵੇਸ਼ ਕੀਤਾ ਕਿ ਤੇਜ਼ੀ ਨਾਲ ਪੈਂਡਾ ਵੱਢਦਾ ਜਾ ਰਿਹਾ ਆ। ਤੇ ਮੈਂ ਸੁਖਪਾਲ ਦਾ ਜਿਹੜਾ ਕਹਾਣੀ ਸੰਸਾਰ ਆ, ਉਹਦੇ ਸੰਬੰਧ ਦੇ ਵਿੱਚ ਬਹੁਤੀਆਂ ਗੱਲਾਂ ਹੋਰ ਨਹੀਂ ਕਰਨੀਆਂ, ਕਿਉਂਕਿ ਜੇ ਮੈਂ ਜ਼ਿਆਦਾ ਤਾਰੀਫਾਂ ਕਰਾਂ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਅਸੀਂ ਖਰੀਦ ਹੀ ਰਹੇ ਹਾਂ, ਪਰ ਮੈਂ ਚੀਜ਼ ਨਾਲੋਂ ਕਹਾਣੀਕਾਰ ਦੇ ਤੌਰ ਤੇ ਤਾਂ ਇਹ ਗੱਲਾਂ ਕਰ ਰਹੇ ਹਾਂ। ਔਰ ਦੋ ਕਹਾਣੀਕਾਰ 21ਵੀਂ ਸਦੀ ਦੇ ਜਿਹੜੇ ਆ, ਉਹ ਮੈਨੂੰ ਇਸ ਗੱਲ ਦਾ ਬੜਾ ਮਾਣ ਆ ਕਿ ਉਹਨਾਂ ਨੇ ਮੇਰੇ ਵਹਿੰਦਿਆਂ ਕਹਾਣੀ ਲਿਖਣੀ ਸ਼ੁਰੂ ਕੀਤੀ, ਕਿਤੇ ਕਿਤੇ ਰਾਏ ਵੀ ਲੈ ਲੈਂਦੇ ਰਹੇ। ਉਹ ਇੱਕ ਸੁਖਪਾਲ ਆ ਤੇ ਇੱਕ ਗੁਰਮੀਤ ਪਨਾਗ ਆ, ਜਿਹੜੀ ਕੈਨੇਡਾ ਦੇ ਵਿੱਚ ਕਹਾਣੀਕਾਰ ਆ, ਜਿਹਦੀ ਮੁਰਗਾਬੀਆਂ ਕਹਾਣੀ ਜਿਹੜੀ ਆ ਉਹ ਸ਼ਕਤੀ ਆ, ਔਰ ਉਹ ਬੜੀ ਸਸ਼ਕਤ ਕਹਾਣੀ ਆ, ਉਹ ਸਾਰਿਆਂ ਨੇ ਸੁਣੀ ਆ। ਤੇ ਮੈਂ ਅੱਜ ਵੀ ਇਹ ਜਿਹੜੀਆਂ ਮੇਰਾ ਅਜੇ ਵੀ ਦਿਲਚਸਪੀ ਜਿਹੜੀ ਆ ਉਹ ਕਹਾਣੀ 'ਚ ਜ਼ਿਆਦਾ ਆ। ਕਿਸੇ ਨੇ ਸਵਾਲ ਕੀਤਾ ਨਹੀਂ, ਕਹਾਣੀ 'ਚ ਸੁਖਪਾਲ ਨੇ ਦੱਸਿਆ ਆ ਵੀ ਪੰਜਾਬੀ ਕਹਾਣੀ ਕਿਉਂ ਸੰਸਾਰ ਪੱਧਰ ਦੀ ਕਹਾਣੀ ਦੇ ਰਾਂਝੀ ਆ। ਉਹਦੇ 'ਚ ਸਸ਼ਕਤ ਕਹਾਣੀਕਾਰਾਂ ਦੀ ਵੀ ਇਹਨਾਂ ਨੇ ਗੱਲ ਕੀਤੀ ਆ। ਤੇ ਮੈਂ ਮਹਿਸੂਸ ਕਰਦਾ ਵੀ ਕਹਾਣੀ ਕਿਉਂਕਿ ਜ਼ਿੰਦਗੀ ਦੇ ਵੀ ਬਹੁਤ ਨੇੜੇ ਆ, ਇਸ ਕਰਕੇ ਵੀ ਜਿਹੜਾ ਬੰਦਾ ਪੜ੍ਹਦਾ ਉਹ ਮਹਿਸੂਸ ਕਰਦਾ ਵੀ ਸ਼ਾਇਦ ਮੇਰੀ ਕਹਾਣੀ ਆ। ਤੇ ਹੁਣ ਵੀ ਮੈਂ ਕਹਾਣੀ ਦਾ ਪਾਠਕ ਹੋਣ ਦੇ ਨਾਤੇ ਦਲਬੀਰ ਚੇਤਨ ਦੀ ਬੇਟੀ ਦੀ ਪੁਸਤਕ ਜਿਹੜੀ ਆ ਆਪਣੇ ਮਰਸੀਏ, ਉਹ ਮੇਰੇ ਕੋਲ ਪਈ
ਕੀਤੀ ਆ ਤੇ ਤੁਹਾਡੇ ਨਾਲ ਮੈਨੂੰ ਜੋੜਿਆ ਜੀ ਗੁਰਮੀਤ ਪਨਾਗ ਨੇ। ਮੈਨੂੰ ਸੁਖਪਾਲ ਜੀ ਕੱਲ ਜਦੋਂ ਅਸੀਂ ਨਵੇਂ ਸਾਲ ਦੀਆਂ ਵਧਾਈਆਂ ਦਾਨ ਪ੍ਰਦਾਨ ਕੀਤੀਆਂ ਨਾ ਤੇ ਗੁਰਮੀਤ ਹੋਰਾਂ ਮੈਨੂੰ ਦੱਸਿਆ ਭਈ ਸੁਖਪਾਲ ਦਾ ਪ੍ਰੋਗਰਾਮ ਆ ਬਠਿੰਡੇ ਵਾਲਾ ਕਰ ਰਹੇ ਆ ਤੇ ਮੇਰੀ ਇਹ ਖੁਸ਼ਕਿਸਮਤੀ ਕਿ ਮੈਂ ਤੁਹਾਡੇ ਨਾਲ ਦੋਸਤਾਂ ਨਾਲ ਗੱਲਾਂ ਕਰ ਸਕਿਆ ਆ। ਇਹ ਗੱਲਾਂ ਇਸੇ ਤਰ੍ਹਾਂ ਜਾਰੀ ਵੀ ਰਹਿਣਗੀਆਂ ਤੇ ਬਾਕੀ ਮੈਨੂੰ ਇਹ ਵੀ ਮੇਰੀ ਚੰਗੀ ਕਿਸਮਤ ਆ ਵੀ ਸੁਖਪਾਲ ਤੇ ਗੁਰਮੀਤ ਪਨਾਗ ਤਾਂ ਮੇਰੇ ਜਨਮ ਸੀਗੇ ਜਿਨ੍ਹਾਂ ਨੇ ਸਵਾਲ ਕੀਤੇ ਆ ਜਾਂ ਜਿਹੜੇ ਤੁਸੀਂ ਫਰਗਿਆ ਨਵੀਂ ਪੀੜ੍ਹੀ ਨਾਲ ਤੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਸੁਖਪਾਲ ਨੂੰ ਸਲਾਹ ਦਾ ਸਾਹਿਤਕਾਰ ਨੂੰ ਕੋਈ ਦੇ ਨਹੀਂ ਸਕਦਾ, ਸਲਾਹ ਨਾਲ ਕੋਈ ਸਾਹਿਤਕਾਰ ਬਣਦਾ, ਪਰ ਮੇਰੀ ਇੱਛਾ ਇਹ ਆ ਕਿ ਜਿੱਦਾਂ ਇਹਦੀ ਚਾਲ ਤੇਜ਼ ਹੈ ਨਾ ਇਹ ਬਸ ਤੇਜ਼ੀ ਜਿਹੜੀ ਹੈ ਇਹਨੂੰ ਘਟਣ ਨਾ ਦੇਵੇ, ਜੇ ਘਟਾਏਗਾ ਤਾਂ ਅੱਗੇ ਫਿਰ ਔਰ ਲਾਈ ਰੱਖਾਂਗੇ। ਬਹੁਤ ਮਿਹਰਬਾਨੀ ਜੀ ਸ਼ੁਕਰੀਆ ਸਰ, ਸ਼ੁਕਰੀਆ। ਸਾਡੇ ਕੋਲੇ 2-3 ਦੋਸਤ ਇਦਾਂ ਦੇ ਆ ਜੋ ਸਵਾਲ ਹਜੇ ਰੱਖਣਾ ਚਾਹੁੰਦੇ ਆ, ਤਾਂ ਜੇ ਖਿੰਦ ਸਾਹਿਬ ਤੁਹਾਡੇ ਕੋਲੇ ਸਮਾਂ ਹੈ ਤਾਂ ਅਸੀਂ 1-2 ਸਵਾਲ ਹੋਰ ਲੈ ਲਈਏ ਆਪਾਂ। ਹਾਂਜੀ, ਮੈਨੂੰ ਲੱਗਦਾ ਪਨਾਗ ਮੈਡਮ ਵੀ ਬੈਠੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਸੁਖਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪਨਾਗ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸੁਣ ਰਹੀ ਹਾਂ, ਬਹੁਤ ਅੱਛਾ ਚੱਲ ਰਿਹਾ ਪ੍ਰੋਗਰਾਮ। ਪਲੀਜ਼ ਸਵਾਲ ਲਓ, ਜਿਨ੍ਹਾਂ ਦੇ ਸਵਾਲ ਹੈਗੇ ਨੇ ਉਹਨਾਂ ਨੂੰ ਬੜਾ ਅੱਛਾ ਲੱਗ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ, ਬੜਾ ਮੋਟੀਵੇਸ਼ਨਲ ਹੈ। ਜੀ ਸ਼ੁਕਰੀਆ ਮੈਡਮ। ਮੈਡਮ ਸਾਡੇ ਨਾਲ ਵੀਰਪਾਲ ਸਿੱਧੂ ਜੀ ਜੁੜੇ ਆ। ਮੈਂ ਚਾਹੂੰਗਾ ਸਵਾਲ ਥੋੜਾ ਜਿਹਾ ਸੰਖੇਪ ਰੱਖਣਾ ਕਿਉਂਕਿ ਸਮਾਂ ਕਾਫੀ ਜਾ ਰਿਹਾ, ਸਮਾਂ ਅਸੀਂ ਰੋਕ ਨਹੀਂ ਸਕ ਰਹੇ, ਇਹ ਬੰਧਨ ਤੋਂ ਬਾਹਰ ਆ। ਤਾਂ ਸੰਖੇਪ ਦੇ ਵਿੱਚ ਸਵਾਲ ਕਰਨ ਮੈਡਮ ਵੀਰਪਾਲ ਸਿੱਧੂ ਜੀ, ਤੇ ਨਾਲ ਇੱਕ ਮੈਂ ਐਡ ਆਨ ਕਰ ਦਿੰਦਾ ਸਰ, ਡਾਕਟਰ ਰੁਪਿੰਦਰ ਕੌਰ ਜੀ ਦਾ ਸਵਾਲ ਸੀਗਾ, ਉਹਨਾਂ ਨੇ ਰਿਟਨ ਦੇ ਵਿੱਚ ਹੀ ਦਿੱਤਾ ਵੀ ਜਿਹੜੀ ਤੁਹਾਡੀ ਕਿਤਾਬ ਦਾ ਸਿਰਲੇਖ ਆ ਫੁੱਲਾਂ ਦੀ ਫਸਲ, ਉਹਦਾ ਸਿਰਲੇਖ ਫੁੱਲਾਂ ਨਾਲ ਹੀ ਕਿਉਂ ਤੁਸੀਂ ਸੰਬੰਧਿਤ ਰੱਖਿਆ, ਕਿਸੇ ਹੋਰ ਫਸਲ ਨਾਲ ਕਿਉਂ ਨਹੀਂ ਸੰਬੰਧਿਤ ਰੱਖਿਆ? ਤਾਂ ਸੰਖੇਪ ਜਾਂ ਮਤਲਬ ਇਹ ਵੀ ਸਵਾਲ ਦਾ ਜਵਾਬ ਜ਼ਰੂਰ। ਤੇ ਮੈਡਮ ਵੀਰਪਾਲ ਸਿੱਧੂ ਜੀ ਜੇ ਸਾਡੇ ਵਿੱਚ ਸ਼ਾਮਲ ਨੇ ਤਾਂ ਸੰਖੇਪ ਦੇ ਵਿੱਚ ਆਪਣਾ ਸਵਾਲ ਜ਼ਰੂਰ ਰੱਖਣ। ਮੈਡਮ ਵੀਰਪਾਲ ਸਿੱਧੂ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਆਵਾਜ਼ ਆ ਰਹੀ ਹੈ। ਸਰ ਮੇਰਾ ਸਵਾਲ ਇਹ ਹੈ ਵੀ ਮਤਲਬ ਪਹਿਲਾਂ ਇਹ ਕਿਹਾ ਗਿਆ ਵੀ ਪਾਠਕ ਪੜ੍ਹਨ ਦੇ ਚਾਹਵਾਨ ਨਹੀਂ ਹੈਗੇ ਅੱਜ ਕੱਲ ਦੇ ਪੰਜਾਬੀ ਨੂੰ ਖਿਆਲ ਨਹੀਂ ਕੀਤੀ ਜਾ ਰਹੀ। ਜੀ ਮੈਂ ਸੰਖੇਪ ਦੇ ਵਿੱਚ ਕਰ ਦਿੰਦਾ ਜੋ ਸ਼ਾਇਦ ਮੈਡਮ ਕਹਿਣਾ ਚਾਹੁੰਦੇ ਆ। ਇੱਕ ਤਾਂ ਇਹ ਕਿਹਾ ਜਾ ਰਿਹਾ ਪੰਜਾਬੀ ਦਾ ਪਾਠਕ ਬਹੁਤ ਘਟ ਰਿਹਾ, ਤਾਂ ਉਹ ਹੁਣ ਕਹਿੰਦੇ ਹੁੰਦੇ ਆ ਵੀ ਨਾਲ ਪੰਜਾਬੀ ਦੀ ਇੰਨੀ ਪਹਿਲ ਵੀ ਨਹੀਂ, ਚਾਹੇ ਉਹ ਰੁਜ਼ਗਾਰ ਦੇ ਸੰਬੰਧ ਦੇ ਵਿੱਚ ਆ, ਚਾਹੇ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਆ, ਤਾਂ ਇਸ ਤਰ੍ਹਾਂ ਕਿਉਂ? ਜੀ ਕਹਿੰਦੇ ਜੀ। ਹਾਂ, ਇਹ ਗੱਲ ਲੱਗੇ ਵੀ ਵੈਸੇ ਹੋਈ ਹੈ, ਇਹਦੇ ਬਾਰੇ ਸ਼ੁਰੂ ਤੋਂ ਵੀ ਜ਼ਿਕਰ ਕੀਤਾ ਹੈ ਕਿ ਪਾਠਕ ਘੱਟ ਰਿਹਾ। ਉਹਦੇ ਕਾਰਨ ਸਾਡੇ ਮੈਂ ਇਹਦਾ ਕਾਫੀ ਅੱਗੇ ਵਿਸਤਾਰ ਦੇ ਵਿੱਚ ਚਰਚਾ ਕੀਤਾ ਹੈ। ਸਾਰੀਆਂ ਸਥਿਤੀਆਂ ਜਿਹੜੀਆਂ ਆਸੇ ਪਾਸੇ ਦੀਆਂ ਨੇ ਉਹ ਕਿਤਾਬ ਤੋਂ ਹੋਣ ਵਾਲੀਆਂ ਨੇ। ਕੁਝ ਇੱਕ ਤਾਂ ਉਹਦਾ ਰਾਜਨੀਤਿਕ ਪੱਖ ਹੈਗਾ ਕਿ ਨਹੀਂ, ਕਿਉਂਕਿ ਕਿਤਾਬ ਜਿਹੜੀ ਹੈ, ਮੈਂ ਜਿਵੇਂ ਕਿਹਾ ਸੀ ਕਿ ਕਿਤਾਬ ਜਿਹੜੀ ਹੈ ਲੇਖਕ ਉਸ ਲੁਕੇ ਸੱਚ ਨੂੰ ਸਾਹਮਣੇ ਲੈ ਕੇ ਆਉਂਦਾ ਵਾ ਜਿਹੜਾ ਆਮ ਅੱਖ ਨੂੰ ਨਜ਼ਰ ਨਹੀਂ ਆਉਂਦਾ ਹੈ, ਤੇ ਉਹ ਸੱਚ ਜਿਹੜੀਆਂ ਸਾਫਤੀ ਵਾਲੀਆਂ ਧਿਰਾਂ ਹੁੰਦੀਆਂ ਨਾ ਉਹਨਾਂ ਨੂੰ ਬਹੁਤਾ ਫਿੱਟ ਨਹੀਂ ਬੈਠਦਾ। ਇਸ ਕਰਕੇ ਇੱਕ ਕਾਰਨ ਤਾਂ ਸਿੱਧੇ ਰੂਪ ਦੇ ਵਿੱਚ ਇਹ ਪਿਆ ਹੀ ਹੈ ਕਿ ਇਸ ਨੂੰ ਸਾਹਮਣੇ ਲੈ ਕੇ ਆਉਣ ਲਈ ਉਸ ਕਿਸਮ ਦੀ ਅੰਦਾਜ਼ ਅਗਲੇ ਕਹਿੰਦੇ ਜਿਹੜੀ ਚੀਜ਼ ਭੁਗਤਣਾ ਹੀ ਸਾਡੇ ਵਿਰੋਧ ਦੇ ਵਿੱਚ ਸਥਾਪਤੀ ਦੇ ਵਿਰੋਧ ਹੀ ਭੁਗਤਣਾ, ਤਾਂ ਫਿਰ ਆਪਾਂ ਇਹ ਉਸੇ ਚੀਜ਼ ਨੂੰ ਹੀ ਕਿਉਂ ਅੱਗੇ ਲੈ ਕੇ ਆਈਏ। ਇੱਕ ਤਾਂ ਕਿਤੇ ਨਾ ਕਿਤੇ ਇਹ ਗੱਲ ਲੱਗੀ ਹੈ। ਦੂਜਾ, ਆਪਾਂ ਨੂੰ ਇਹ ਭੁੱਲਣਾ ਚਾਹੀਦਾ ਕਿ ਬਹੁਤ ਤਬਦੀਲੀਆਂ ਆ ਰਹੀਆਂ ਸੰਸਾਰ ਪੱਧਰ ਦੇ ਵਿੱਚ। ਜਿਹੜੀ ਕਿਤਾਬ ਦਾ ਰੂਪ ਜਿਹੜਾ ਹੈ ਉਹ ਬਦਲ ਰਿਹਾ ਹੈ। ਅੱਜ ਜਿਸ ਤਰ੍ਹਾਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਇਹ ਵੀ ਜਿੱਦਾਂ ਮੁਲਾਕਾਤਾਂ ਪਹਿਲਾਂ ਹੁੰਦੀਆਂ ਸੀ, ਮੁਲਾਕਾਤਾਂ ਜਿਹੜੀਆਂ ਸੀ, ਮੁਲਾਕਾਤ ਵੀ ਇੱਕ ਬੜੀ ਸ਼ਾਇਦ ਦੀ ਇੱਕ ਬਦਲੀ ਸੀ, ਲੇਕਿਨ ਹੁਣ ਆ ਵੀ ਤਾਂ ਮੁਲਾਕਾਤ ਨੇ ਜਿਹਦੇ ਵਿੱਚ ਵਿਸ਼ਵ ਭਰ ਤੋਂ ਵਿਅਕਤੀ ਜੁੜੇ ਨੇ। ਇਹ ਹੁਣ ਨਵੇਂ
ਇਹ ਯੁੱਗ ਦੀ ਇਹ ਤਾਕਤ ਵੀ ਹੈ ਕਿ ਇਹ 'ਚ ਜਗੀਰ ਸਿੰਘ ਕਾਹਲੋਂ ਹੋਰੀ ਵੀ ਬੈਠੇ ਨੇ, ਮੈਡਮ ਪਨਾਗ ਹੋਰੀ ਵੀ ਬੈਠੇ ਨੇ, ਬਿੰਦਰ ਕੋਲੀਆਵਾਲ ਇਹ ਕੈਨੇਡਾ ਤੋਂ ਬੈਠੇ ਨੇ, ਬਿੰਦਰ ਕੋਲੀਆਵਾਲ ਹੋਰੀ ਜਿਹੜੇ ਨੇ ਉਹ ਇੰਡੀਆ ਤੋਂ ਸ਼ਾਮਲ ਹੋ ਰਹੇ ਨੇ, ਤੇ ਆਪਾਂ ਸਾਰੇ ਪੰਜਾਬ ਭਰ ਤੋਂ ਸ਼ਾਮਲ ਹੋ ਰਹੇ ਨੇ। ਇਹ ਨਵੇਂ ਯੁੱਗ ਦੀ ਸ਼ਕਤੀ ਵੀ ਹੈ। ਇਹ ਸ਼ਕਤੀ ਨੇ ਨਵੇਂ ਚੈਲੰਜ ਪੈਦਾ ਕੀਤੇ ਆ। ਮੈਂ ਇਕੱਲਾ ਆਪਾਂ ਇਸੇ ਗੱਲ ਤੇ ਨਹੀਂ ਇਹ ਮਤਲਬ ਗੱਲ ਦੋਸ਼ ਦੇਈ ਜਾਵਾਂਗੇ ਕਿ ਲੋਕੀ ਪਰੇ ਹੋ ਗਏ, ਲੋਕ ਇਹ ਕਿਤਾਬ ਤੋਂ ਦੂਰ ਹੋ ਗਏ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਬਦਲੇ ਹੋਏ ਯੁੱਗ ਮੁਤਾਬਕ ਸਾਨੂੰ ਆਪਣੀਆਂ ਰਚਨਾਵਾਂ ਵੀ ਉਸ ਲੈਵਲ ਤੇ ਲੈ ਕੇ ਆਉਣੀਆਂ ਪੈਣਗੀਆਂ। ਮੈਂ ਹੁਣ ਜੇ ਮੈਂ ਆਪਣੀ ਫੁੱਲਾਂ ਦੀ ਫਸਲ ਦਾ ਜ਼ਿਕਰ ਕਰਾਂ, ਹਾਂਜੀ ਹਾਂਜੀ, ਕਿਹਾ ਜਾਂਦਾ ਹੈ ਆਮ ਤੌਰ ਤੇ ਅੱਜ ਕੱਲ੍ਹ ਦੋ ਗੱਲਾਂ ਕਹੀਆਂ ਜਾਂਦੀਆਂ। ਇੱਕ ਤਾਂ ਗੱਲ ਕਹਿ ਹੀ ਰਹੇ ਕਿ ਕਿਤਾਬ ਤੇ ਪਾਠ ਤੇ ਕਿਤਾਬ ਨਹੀਂ ਪੜ੍ਹਦਾ। ਨੰਬਰ 2, ਲੰਮੀ ਰਚਨਾ ਕੌਣ ਪੜ੍ਹਦਾ? ਪਰ ਮੇਰੀ ਤੁਸੀਂ ਦੇਖਿਆ ਹੋਣਾ ਮੇਰੀਆਂ ਸਾਰੀਆਂ ਕਹਾਣੀਆਂ ਲੰਮੀਆਂ ਨੇ, 25-30 ਪੇਜ ਦੀਆਂ ਕਹਾਣੀਆਂ ਨੇ। ਪਰ ਪਾਠਕਾਂ ਨੇ ਜਿਸ ਕਿਸਮ ਨਾਲ ਇਹਨਾਂ ਕਹਾਣੀਆਂ ਨੂੰ ਪੜ੍ਹਿਆ, 3 ਸਾਲ ਪਹਿਲਾਂ ਕਹਾਣੀ ਫੁੱਲਾਂ ਦੀ ਫਸਲ ਛਪੀ ਸੀ, ਉਹਦਾ ਅੱਜ ਵੀ ਚਰਚਾ ਹੁੰਦਾ ਹੈ। ਜਿਹੜੇ ਸਾਡੇ ਵੱਖ-ਵੱਖ ਸੋਸ਼ਲ ਮੀਡੀਆ ਨੇ ਉਹਨਾਂ 'ਚ ਚਰਚਾ ਹੁੰਦੀ ਰਹਿੰਦੀ, ਅੱਜ ਵੀ ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਇਹ ਇੱਕ ਗੱਲ ਹੈ ਕਿ ਮੈਂ ਜਿਹੜੀ ਗੱਲ ਕਹਿੰਦਾ ਕਿ ਲੇਖਕ ਵਾਸਤੇ ਵੀ ਇੱਕ ਚੈਲੰਜ ਹੋ ਗਿਆ ਕਿ ਉਹਨੂੰ ਬਹੁਤ ਸ੍ਰੇਸ਼ਟ ਲਿਖਣਾ, ਇੱਕ ਬਹੁਤ ਮਿਆਰ ਦਾ ਲਿਖਣਾ ਪਏਗਾ। ਉਹ ਜਿਹੜਾ ਕਿ ਉਹ ਬਾਕੀ ਜਿਹੜੇ ਮਾਧਿਅਮ ਦੇ ਰਹੇ ਆ ਉਹ ਨਹੀਂ, ਇਹਨੂੰ ਉਸ ਤੋਂ ਵੱਖਰਾ ਤੇ ਵੱਡਾ ਸਿਰਜਣਾ ਪਏਗਾ ਤਾਂ ਕਿ ਇਹ ਜ਼ਰੂਰਤ ਬਣ ਜਾਏ। ਕਿਉਂਕਿ ਤੁਹਾਡੇ ਕੋਲ ਤਾਂ ਆਉਣਾ ਕਿਸੇ ਦੇ ਵਿਅਕਤੀ ਨੇ ਜੇ ਉਹਦੇ ਕੋਲ ਉਹ ਚੀਜ਼ ਦੂਜੇ ਥਾਂ ਤੇ ਉਹਨੂੰ ਸੌਖੇ ਰੂਪ 'ਚ ਅਵੇਲੇਬਲ ਨਹੀਂ ਹੈਗੀ। ਜੇ ਉਸ ਤੋਂ ਬਿਹਤਰ ਚੀਜ਼ ਕੋਈ ਦੂਜੇ ਤੇ ਸੌਖੇ ਰੂਪ 'ਚ ਪਈ ਹੈ ਤਾਂ ਕੁਦਰਤੀ ਗੱਲ ਹੈ ਉਹ ਤੁਹਾਡੀ ਕਿਤਾਬ ਵੱਲ ਨਹੀਂ ਪਰਤੇਗਾ। ਔਰ ਨਾਲ ਦੀ ਨਾਲ ਹੁਣ ਲੇਖਕਾਂ ਨੂੰ ਇਹ ਇੱਕ ਬਦਲੇ ਹੋਏ ਰੂਪ ਜਿਹੜੇ ਨੇ ਇਹ ਵੀ ਸਵੀਕਾਰ ਕਰਨੇ ਪੈਣਗੇ। ਇਹ ਚੈਲੰਜ ਮੇਰੇ ਸਮੇਤ ਆਪਣੇ ਸਾਰਿਆਂ ਲਈ, ਨਵਿਆਂ ਲਈ, ਕਿ ਕਿਤਾਬ ਦੀ ਦੇਖੋ ਸ਼ਬਦਾਂ ਵਿਚਲੇ ਡੂੰਘੇ ਸੰਸਾਰ ਦਾ, ਉਹਨਾਂ ਵਿਚਲੀ ਜਿਹੜੀ ਡੂੰਘੀ ਜ਼ਿੰਦਗੀ ਦੀ ਰਮਜ ਆ, ਇਹਦੀ ਜ਼ਰੂਰਤ ਸਦਾ ਹੀ ਹੈ, ਸਦਾ ਹੀ ਰਹਿਣੀ ਹੈ। ਔਰ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਪਹਿਲਾਂ ਤੋਂ ਵੀ ਵੱਧ ਇਹਦੀ ਜ਼ਰੂਰਤ ਹੈ। ਗੱਲ ਹੈ ਕਿ ਰੂਪ ਬਦਲੇਗਾ ਕਿਤਾਬ ਦਾ। ਹੋ ਸਕਦਾ ਕਿਤਾਬ ਦਾ ਜਿਸ ਕਿਸਮ ਨਾਲ ਆਪਾਂ ਸੋਹਣਾ ਕਿਤਾਬ ਦੇਖ ਰਹੇ ਹਾਂ ਇਹਦਾ ਰੂਪ ਕਿਸੇ ਹੋਰ ਰੂਪ ਚ ਆ ਜਾਏ। ਉਦਾਹਰਨ ਦੇ ਤੌਰ ਤੇ YouTube ਦੇ ਉੱਤੇ ਆਪਾਂ ਜਗਜੀਤ ਗਿੱਲ ਹੋਰਾਂ ਨੇ ਆਪਣਾ ਦਸਤਾਵੇਜ਼ ਚੈਨਲ ਸ਼ੁਰੂ ਕੀਤਾ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਦੱਸਿਆ, ਮੇਰੀ ਕਹਾਣੀ ਆ ਵਾਪਸ। ਇਹ ਮੈਂ ਕਹਾਣੀ ਲਿਖੀ, ਇਹਦਾ ਥੋੜਾ ਬਹੁਤਾ ਜ਼ਿਕਰ ਹੋਇਆ 2011 ਚ ਛਪੀ ਸੀ ਮੇਰੀ ਕਹਾਣੀ ਫੋਨ ਦੇ ਵਿੱਚ। ਇਹਦਾ ਥੋੜਾ ਜਿਹਾ ਜ਼ਿਕਰ ਹੋਇਆ, ਕਹਾਣੀ ਦੱਬ ਗਈ। ਮੈਨੂੰ ਬੜਾ ਅਫਸੋਸ ਸੀ ਇਸ ਗੱਲ ਦਾ ਵੀ ਕਹਾਣੀ ਰਾਈਟਰ ਵੀ ਕਈ ਗੱਲਾਂ ਨਾ ਆਪਣੀਆਂ ਰਚਨਾਵਾਂ ਤੋਂ ਕਈ ਗੱਲਾਂ ਪਿਆਰੀਆਂ ਹੁੰਦੀਆਂ। ਮੈਨੂੰ ਸੀ ਕਹਾਣੀ ਵੱਡੀ ਹੈ, ਉਹਦਾ ਨੋਟਸ ਨਹੀਂ ਲਿਆ ਗਿਆ ਉਸ ਕਿਸਮ ਦਾ। ਹੁਣ ਕੀ ਵਾਪਰਿਆ ਕਿ ਜਗਜੀਤ ਗਿੱਲ ਹੋਰਾਂ ਨੇ ਆਪਣਾ YouTube ਚੈਨਲ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਤੁਸੀਂ ਨਾ ਕਹਾਣੀ ਰਿਕਾਰਡ ਕਰਕੇ ਭੇਜੋ ਆਪਣੀ ਕੋਈ ਇੱਕ ਮੈਨੂੰ ਕਹਾਣੀ। ਮੈਨੂੰ ਲੱਗਾ ਕਿ ਮੈਂ ਵਾਰਸ ਲਿਖ ਕੇ ਉਹਨਾਂ ਨੂੰ ਰਿਕਾਰਡ ਕਰਕੇ ਭੇਜ ਦਿੱਤੀ। ਵਾਰਸ ਰਿਕਾਰਡ ਕਰਕੇ ਭੇਜੀ। ਉਸ ਕਹਾਣੀ ਨੂੰ ਉਸ ਚੈਨਲ ਤੇ ਹੁਣ ਤੱਕ ਉਹਨਾਂ ਨੇ ਆਪ ਉਹ ਗੱਲ ਲਿਖਤੀ ਰੂਪ ਦੱਸੀ ਕਿ ਉਸ ਕਹਾਣੀ ਨੂੰ ਉਸ ਚੈਨਲ ਤੇ ਸਭ ਤੋਂ ਵੱਧ 2020 ਦੇ ਵਿੱਚ ਸਭ ਤੋਂ ਵੱਧ ਜਿਹੜੀ ਦੇਖੀ ਜਾਣ ਵਾਲੀ, ਸੁਣੀ ਜਾਣ ਵਾਲੀ ਜਿਹੜੀ ਰਚਨਾ ਸੀ ਉਹ ਵਾਰਸ ਸੀ। ਤਾਂ ਉਹ ਰਚਨਾ ਜਿਹੜੀ ਕਿ ਕਿਸੇ ਰੂਪ ਵਿੱਚ ਦੱਬੀ ਪਈ ਸੀ ਲਿਖਤ ਦੇ ਰੂਪ ਦੇ ਵਿੱਚ, ਉਹ ਇੱਕ ਨਵੇਂ ਮਾਧਿਅਮ ਦੇ ਵਿੱਚ ਕਹਾਣੀ ਉਹੀ ਹੈ, ਨਵੇਂ ਮਾਧਿਅਮ 'ਚ ਆਈ, ਉਹ ਸਭ ਤੋਂ ਵੱਧ ਦੇਖੀ ਜਾਣ ਵਾਲੀ ਚੀਜ਼ ਜਿਹੜੀ ਉਹ ਬਣ ਗਈ। ਇਹਦਾ ਮਤਲਬ ਜਿਹੜਾ ਉਹਦੇ ਵਿਚਲਾ ਸੰਸਾਰ ਸੀ, ਉਹਦੇ ਵਿੱਚ ਜਿਹੜੀ ਤਾਕਤ ਸੀ ਉਹ ਤਾਂ ਪਈ ਸੀ ਪਰ ਉਹ ਸੁੱਤੀ ਪਈ ਸੀ। ਨਵੇਂ ਰੂਪ ਨੇ ਉਹਨੂੰ ਜਗਾ ਦਿੱਤਾ। ਤਾਂ ਇਹ ਜਿਹੜੀਆਂ ਨਵੀਆਂ ਤਬਦੀਲੀਆਂ ਨੇ ਉਹਨਾਂ ਦੇ ਨਾਲ ਵੀ ਹਮ ਪੱਲਾ ਹੋ ਕੇ ਸਾਨੂੰ ਚੱਲਣਾ ਪਏਗਾ, ਉਹ ਤੋਂ ਬਿਨਾਂ ਗੁਜ਼ਾਰਾ ਨਹੀਂ। ਬਾਕੀ ਖੂਬਸੂਰਤ ਸਿਰਜਣਾ ਦਾ ਉਹਦੀ ਸਦਾ ਹੀ ਜ਼ਰੂਰਤ ਸੀ, ਸਦਾ ਹੀ ਜ਼ਰੂਰਤ ਰਹਿਣੀ ਹੈ। ਔਰ ਇਹ ਸੰਸਾਰ ਉਸ ਤੋਂ ਬਿਨਾਂ ਖੂਬਸੂਰਤ ਬਣ ਹੀ ਨਹੀਂ ਸਕਦਾ। ਇਸ ਜਿਹੜੀ ਕ੍ਰੀਏਸ਼ਨ ਹੈ, ਸਿਰਜਣਾ ਹੈ, ਇਹਦੇ ਨਾਲ ਹੀ ਇੱਕ ਹੋਰ ਖੂਬਸੂਰਤ ਹੋਣਾ ਹੈ। ਇਸ ਕਰਕੇ ਇਹਦੀ ਜ਼ਰੂਰਤ ਰਹੇਗੀ। ਮਾਧਿਅਮ ਬਦਲ ਸਕਦਾ ਹੈ ਔਰ ਉਹ ਬਦਲੇ ਮਾਧਿਅਮ ਵਿੱਚ ਸਾਨੂੰ ਤਿਆਰ ਰਹਿਣਾ ਹੈ। ਔਰ ਜਿਹੜਾ ਦੂਜਾ ਸਿਸਟਮ ਹੈ, ਜਿਹੜਾ ਸਵਾਲ ਹੈ ਕਿ ਫੁੱਲਾਂ ਦੀ ਫਸਲ ਕਿਉਂ ਰੱਖਿਆ, ਮੈਂ ਕਹਿੰਦਾ ਮੈਂ ਜਵਾਬ ਦੇਣ ਦੀ ਬਜਾਏ ਉਹ ਜੇ ਵਿਦਿਆਰਥੀ ਪ੍ਰੋਫੈਸਰ ਨੇ ਇਹ ਪ੍ਰੋਫੈਸਰ ਹੈ ਜੀ, ਪ੍ਰੋਫੈਸਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਇਹਦਾ ਜਵਾਬ ਮੈਂ ਨਹੀਂ ਦਿੱਤਾ। ਉਹ ਪੁਸਤਕ ਪੜ੍ਹਨ,
ਉਹਨਾਂ ਨੂੰ ਉਹਦਾ ਜਵਾਬ ਆਪਣੇ ਆਪ ਹੀ ਮਿਲ ਜਾਣਾ ਕਿ ਉਹ ਫੁੱਲਾਂ ਦੀ ਫਸਲ ਤੇ ਕਿਉਂ ਕਿਹਾ। ਮੈਂ ਉਹਦਾ ਜਵਾਬ ਅਜੇ ਨਹੀਂ ਦਿੰਦਾ ਤੇ ਉਹਨਾਂ ਨੂੰ ਮੈਂ ਚਾਹੁੰਦਾ ਕਿ ਆਪ ਕੁਝ ਫੇਰ ਨਾ ਮਿਲੇ ਫਿਰ ਮੈਂ ਜ਼ਰੂਰ ਦੱਸਾਂਗਾ। ਜੀ ਬਹੁਤ ਕਮਾਲ ਦੀ ਗੱਲਬਾਤ ਆ। ਪਰ ਮੈਂ ਵੈਸੇ ਕਹਾਣੀ ਬਾਰੇ ਬਹੁਤ ਸਾਰੇ ਸਵਾਲ ਰਹਿ ਗਏ ਆ ਤੇ ਹੋਸਟ ਹੋਣ ਦਾ ਮੈਂ ਇੱਕ ਫਾਇਦਾ ਜ਼ਰੂਰ ਲਵਾਂਗਾ। ਇੱਕ ਸਵਾਲ ਮੈਂ ਤ੍ਰਿਪਤਾ ਜੀ ਨੂੰ ਸਮਾਂ ਦੇਣ ਤੋਂ ਪਹਿਲਾਂ ਆਪਣਾ ਜ਼ਰੂਰ ਰੱਖਣਾ ਚਾਹੂੰਗਾ। ਜਿਵੇਂ ਮੈਂ ਤੁਹਾਡੀਆਂ ਕਹਾਣੀਆਂ ਪੜ੍ਹੀਆਂ, 5 ਕਹਾਣੀਆਂ ਸੀ ਜਿਨ੍ਹਾਂ 'ਚੋਂ 2 ਮੈਂ ਪਹਿਲਾਂ ਹੀ ਪੜ੍ਹ ਚੁੱਕਿਆ ਸੀਗਾ। ਫੁੱਲਾਂ ਦੀ ਫਸਲ ਤੇ ਵਾਰਸ ਕਹਾਣੀ ਪਹਿਲਾਂ ਪੜ੍ਹੀ ਹੋਈ ਸੀਗੀ। ਪਰ ਜਦੋਂ ਮੈਂ ਓਵਰਆਲ ਕਿਤਾਬ ਨੂੰ ਦੇਖਦਾ ਤਾਂ ਇਹਦੇ 'ਚ ਬਹੁਤੀਆਂ ਕਹਾਣੀਆਂ ਦੇ ਵਿੱਚ ਜਿਹੜਾ ਅਸੀਂ ਪਿਛਲ ਝਾਤ ਦੇ ਨਾਲ ਨਾਲ ਵਰਤਮਾਨ ਦੇ ਵਿੱਚ ਕਹਾਣੀ ਚੱਲਦੀ ਆ, ਜਿਹਦੇ 'ਚੋਂ ਵੱਡੇ ਰੂਪ ਦੇ ਵਿੱਚ ਜਿਹੜੀ ਕਹਾਣੀ ਆ ਉਹ ਪਿਛਲ ਝਾਤ ਦੇ ਵਿੱਚ ਦਿਖਾਈ ਜਾਂਦੀ ਆ ਤੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਕਹਾਣੀ ਆ ਅੱਗੇ ਚੱਲਦੀ ਆ। ਤਾਂ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਇਹ ਤੁਹਾਡਾ ਆਲੋਚਕ ਹੋਣ ਦਾ ਕਹਾਣੀ ਤੇ ਪ੍ਰਭਾਵ ਦਿਖ ਰਿਹਾ ਹੈ? ਬਹੁਤੀਆਂ ਕਹਾਣੀਆਂ ਦੇ ਵਿੱਚ ਵੀ ਇਦਾਂ ਹੀ ਚੱਲਦਾ ਹੈ। ਤੁਹਾਡੀਆਂ 5 'ਚੋਂ ਮੇਰੇ ਖਿਆਲ ਦੇ ਵਿੱਚ 3-4 ਕਹਾਣੀਆਂ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜੀ ਤਕਨੀਕ ਆ ਜਾਂ ਵਰਤਾਂਤਕ ਯੋਗਤਾ ਜਿਹੜੀ ਉਹ ਵਰਤੀ ਗਈ ਆ। ਤਾਂ ਮੇਰਾ ਸਵਾਲ ਇਹ ਸੀਗਾ ਵੀ ਕੀ ਇੱਥੇ ਤੁਹਾਡੀ ਜਿਹੜੀ ਚੇਤਨਤਾ ਹੈ ਜਾਂ ਜਿਹੜੀ ਸੁਚੇਤਤਾ ਹੈ ਬਤੌਰ ਆਲੋਚਕ ਉਹ ਕਹਾਣੀ ਦੇ ਵਿੱਚ ਦਿਖ ਰਹੀ ਆ ਜਾਂ ਤੁਸੀਂ ਇਹਨੂੰ ਕੋਈ ਹੋਰ ਕਾਰਨ ਮੰਨਦੇ ਹੋ? ਇਹ ਪ੍ਰਗਟ ਬਰਾੜ, ਇਹ ਜਦੋਂ ਮੈਂ ਕਹਾਣੀ ਦੇ ਸੰਸਾਰ 'ਚ ਹੁੰਦਾ ਨਾ ਉਦੋਂ ਮੈਂ ਨਹੀਂ ਆਲੋਚਕ ਹੁੰਦਾ, ਨਾ ਮੈਂ ਸੁਖਪਾਲ ਸਿੰਘ ਹੁੰਦਾ, ਉਦੋਂ ਮੈਂ ਉਹੀ ਹੁੰਦਾ ਬਸ ਉਹ ਜਿਹੜਾ ਸ਼ਬਦਾਂ ਨਾਲ ਖੇਡ ਰਿਹਾ ਹੁੰਦਾ, ਸ਼ਬਦਾਂ ਦੇ ਸੰਸਾਰ ਨੂੰ ਜੀ ਰਿਹਾ ਹੁੰਦਾ। ਉਸ ਵਕਤ ਨਹੀਂ ਮੈਨੂੰ ਨਹੀਂ ਪਤਾ ਹੁੰਦਾ ਮੈਂ ਕੀ ਹਾਂ। ਉਸ ਵਕਤ ਨਹੀਂ ਮੈਂ ਆਲੋਚਕ ਹੁੰਦਾ, ਨਾ ਮੈਂ ਸੁਖਪਾਲ ਸਿੰਘ ਵੀ ਹੁੰਦਾ। ਉਦੋਂ ਬਸ ਮੈਂ ਉਸ ਰੂਪ ਨਾਲ ਇੱਕ ਮਿਕ ਹੋਇਆ ਹੁੰਦਾ ਤੇ ਉਹ ਮੇਰੇ ਕੋਲ ਉਹ ਸਾਰਾ ਕੁਝ ਕਰਵਾਉਂਦਾ ਹੈ। ਤੇ ਮੈਂ ਦਲਵੀਰ ਚੇਤਨ ਨੂੰ ਦੁਬਾਰਾ ਕੋਟ ਕਰ ਰਿਹਾ। ਉਹਨਾਂ ਨੇ ਕਿਹਾ ਸੀ ਵੀ ਇਹ ਤੁਸੀਂ ਸ਼ੈਲੀ ਦੀ ਗੱਲ ਕਰ ਰਹੇ ਹੋ ਕਿ ਕਿਸ ਸ਼ੈਲੀ 'ਚ ਲਿਖ ਰਿਹਾ। ਮੈਂ ਇਸ ਸ਼ੈਲੀ 'ਚ ਇੱਕ ਲਿਖੀਆਂ ਨੇ ਕਹਾਣੀਆਂ ਕਈ ਸ਼ੈਲੀਆਂ ਹੋ ਸਕਦੀਆਂ, ਲੇਕਿਨ ਦਲਵੀਰ ਚੇਤਨ ਉਹਨਾਂ ਨੇ ਕਿਹਾ ਸੀ ਵੀ ਖੇਡ ਸ਼ੈਲੀ ਭਾਵੇਂ ਕੋਈ ਵੀ ਹੋਵੇ, ਪਾਠਕ ਦੀ ਸੋਚ ਦਾ ਫੱਟਾ ਖੜਕਣਾ ਚਾਹੀਦਾ ਹੈ। ਜੇ ਉਹ ਮਤਲਬ ਉਹਨਾਂ ਹਾਕੀ ਦੀ ਐਗਜ਼ਾਮਪਲ ਦੇ ਕੇ ਗੱਲ ਕੀਤੀ ਸੀ ਵੀ ਕਿਸੇ ਤਰੀਕੇ ਨਾਲ ਤੁਹਾਡੀ ਖੇਡ ਸ਼ੈਲੀ ਕੋਈ ਵੀ ਹੋਵੇ, ਲੇਕਿਨ ਪਾਠਕ ਦੀ ਸੋਚ ਦਾ ਫੱਟਾ ਖੜਕਣਾ ਚਾਹੀਦਾ। ਮੈਨੂੰ ਲੱਗਾ ਮੈਂ ਜਿਸ ਸ਼ੈਲੀ 'ਚ ਲਿਖ ਰਿਹਾ ਕਿਉਂਕਿ ਪਾਠਕਾਂ ਨੇ ਉਹਨੂੰ ਅਪਣਾਇਆ ਉਸ ਸ਼ੈਲੀ ਨੂੰ, ਤੇ ਹਜੇ ਕਿ ਇਹਦੇ ਵਿੱਚ ਹੋਰ ਬਹੁਤ ਕੁਝ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਕਿ ਹੋਰ ਬਹੁਤ ਕੁਝ ਜੁੜਨ ਦੀਆਂ ਸੰਭਾਵਨਾਵਾਂ ਨੇ ਜੁੜ ਜਾਏਗਾ। ਪਰ ਇਹਦਾ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਕ੍ਰੀਏਸ਼ਨ ਹੈ, ਇਹ ਬੜਾ ਆਪਣੇ ਤਰ੍ਹਾਂ ਦਾ ਸੰਸਾਰ ਹੈ। ਇਹ 'ਚ ਕਿਵੇਂ ਕਦੋਂ ਕੀ ਹੋ ਜਾਣਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਜੇ ਉਹ ਸਾਰਾ ਕੁਝ ਰਲ ਮਿਲ ਕੇ ਉਹਨੇ ਪਾਠਕ ਨੂੰ ਕੁਝ ਚੰਗਾ ਦਿੱਤਾ ਹੈ, ਪਾਠਕ ਦੀ ਸੋਚ ਦਾ ਪੱਖਾ ਜੇ ਖੜਕਾਇਆ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਵਾਪਰ ਗਈ ਹੈ। ਕਹਾਣੀ ਦਾ ਆਲੋਚਕ ਹੋਣ ਕਰਕੇ ਵਾਪਰੀ ਹੈ ਜਾਂ ਕਿਹਦੇ ਕਰਕੇ ਵਾਪਰੀ ਹੈ ਇਹ ਮੈਨੂੰ ਨਹੀਂ ਪਤਾ। ਮੈਂ ਉਹਨਾਂ ਪਲਾਂ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਉਸ ਸੰਸਾਰ ਨੂੰ ਜੀ ਰਿਹਾ।